ਵਿੱਚ ਅੱਜ अंक नंबर 1059 1059 नंबर अंक हो के पाठ करना। मारू राग ਵਿੱਚ ਤੀਜੀ ਪਾਤਸ਼ਾਹੀ ਧੰਨ ਧੰਨ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਸੋਲਿਆਂ ਦੇ ਪਾਠ ਚੱਲ ਰਹੇ ਹਨ, ਜਿਸ ਵਿੱਚ 15ਵੇਂ ਸੋਲੇ ਦੇ 13 ਪਦਿਆਂ ਤੱਕ ਕੱਲ ਪਾਠ ਹੋਏ ਸਨ। ਅੱਜ ਅੱਗੋਂ ਪਾਠ ਕਰਨਾ। ਸੇ ਵਡ ਭਾਗੀ ਜਿਨੀ ਸਤਿਗੁਰ ਪਾਇਆ, ਹਉ ਮੈਂ ਵਿੱਚੋਂ ਮੋਹ ਚੁਕਾਇਆ। ਮਨ ਨਿਰਮਲ फिर मैल न लागे, दर सच्चे शोभा पाएंदा। से वड भागी जिनी सतगुर पाया, हूं मैं विचों मोह चुकाया। मन निर्मल फिर मैल न लागे, दर सच्चे शोभा पाएंदा। से वड भागी कहंदे नो वड्डे भागां वाले, वड भागी वड्डे भागन उन्हां दे जिनी सतगुरु पाया, जिन्हां ने सतगुरु पा लिया। देखो अखर पाया है, पान तो की पावे, केवल मत्था टेकन तक सीमित नहीं है, केवल सुनन पढ़न तक सीमित नहीं है, केवल बुझन तक भी सीमित नहीं है, समझ बुझ के मन भी रहा। पाया ते तइयों है ना ਜਦੋਂ ਸਮਝ ਬੁੱਝ ਕੇ ਜ਼ਿੰਦਗੀ ਵਿੱਚ ਵੀ ਅਪਣਾ ਲਿਆ ਹੋਏ, ਜਦੋਂ ਉਸ ਚਾਨਣ ਵਿੱਚ ਜੀਵਨ ਬਤੀਤ ਕਰ ਰਿਹਾ ਹੋਏ। ਅਸੀਂ ਘਰ ਵਿੱਚ ਬੱਤੀ ਬਾਲ ਲਈਏ, ਰੋਸ਼ਨੀ ਹੋ ਜਾਏ, ਅੰਧੇਰਾ ਦੂਰ ਹੋ ਜਾਏ, ਔਰ ਫਿਰ ਅਸੀਂ ਠੋਕਰਾਂ ਖਾਂਦੇ ਰਹੀਏ, ਤੇ ਚਾਨਣ ਦਾ ਕੀ ਲਾਭ? ਜੇ ਚਾਨਣ ਹੋਣ ਦੇ ਬਾਵਜੂਦ ਠੋਕਰਾਂ ਖਾਂਦੇ ਰਹੀਏ ਤੇ ਉਸ ਚਾਨਣ ਦਾ ਕੀ ਲਾਭ? ਤੇ ਗੁਰੂ ਸਾਹਿਬ ਸਮਝਾਣਾ ਕਰ ਰਹੇ, ਅੱਖਰ ਆਇਆ ਪਾਇਆ, ਪਾਓ ਉਸ ਚਾਨਣ ਵਿੱਚ ਜੀਵਨ ਵੀ ਬਤੀਤ ਕਰ ਰਿਹਾ। ਸੇ ਵਡ ਭਾਗੀ ਜਿਨੀ ਸਤਿਗੁਰ ਪਾਇਆ, ਬਹੁਵਚਨ ਰੂਪੀ ਚ ਆਇਆ। ਵੱਡੇ ਭਾਗਾਂ ਵਾਲੇ ਹਨ। ਪਰ ਨਾਲ ਹੀ ਸਵਾਲ ਆ ਰਿਹਾ, ਕਿਉਂ ਹਨ ਵੱਡੇ ਭਾਗਾਂ ਵਾਲੇ? ਅਸੀਂ ਸਾਰੇ ਗੁਰੂ ਦੀ ਬਾਣੀ ਪੜ੍ਹਦੇ ਹਾਂ, ਸਮਝਦੇ ਹਾਂ, ਅਸੀਂ ਇਹ ਪੰਕਤੀ ਨੂੰ ਇਮੀਡੀਏਟਲੀ ਸਮਝ ਵੀ ਜਾਵਾਂਗੇ ਕਿ ਕਿਉਂ ਗੁਰੂ ਸਾਹਿਬ ਕਹਿ ਰਹੇ ਨੇ ਵੱਡੇ ਭਾਗਾਂ ਵਾਲੇ। ਪਰ ਜਿਨ੍ਹਾਂ ਨੇ ਗੁਰੂ ਦੀ ਬਾਣੀ ਨਾਲ ਸਾਂਝ ਨਹੀਂ ਬਣੀ, ਜਿਨ੍ਹਾਂ ਨੇ ਦਰਸ਼ਨ ਨਹੀਂ ਕੀਤੇ, ਜੇ ਉਹਨਾਂ ਦੇ ਸਾਹਮਣੇ ਇਹ ਪੰਕਤੀ ਆਏ ਤੇ ਉਹ ਕੀ ਸੋਚਣਗੇ? ਕਿਉਂ ਵੱਡੇ ਭਾਗਾਂ ਵਾਲੇ ਹਨ? ਮਨ ਵਿੱਚ ਇਮੀਡੀਏਟਲੀ ਸਵਾਲ ਉੱਠੇਗਾ, ਵੱਡੇ ਭਾਗ ਕਿਉਂ ਹਨ? ਗੁਰੂ ਸਾਹਿਬ ਨਾਲ ਹੀ ਜਵਾਬ ਦੇ ਰਹੇ, ਹਉ ਮੈਂ ਵਿੱਚੋਂ ਮੋਹ ਚੁਕਾਇਆ। ਗੁਰੂ ਦੀ ਬਾਣੀ ਜਿਹੜੀ ਹੈ ਅੰਦਰੋਂ ਹਉਮੈ ਤੇ ਮੋਹ ਚੁਕਾ ਦਿੰਦੀ ਹੈ, ਨਾਸ਼ ਕਰ ਦਿੰਦੀ ਹੈ। ਹਉਮੈ ਵਿੱਚੋਂ ਮੋਹ ਚੁਕਾਇਆ। ਹਉਮੈ ਵੀ ਇੱਕ ਵੱਡਾ ਰੋਗ ਹੈ, ਹਉਮੈ ਦੀਰਘ ਰੋਗ ਹੈ, ਵੱਡਾ ਰੋਗ ਹੈ ਹਉਮੈ। ਹਉਮੈ ਵਿੱਚੋਂ ਮੋਹ ਚੁਕਾਇਆ, ਮੋਹ ਵੀ ਨਾਸ਼ ਕਰ ਦਿੰਦੀ ਹੈ, ਮੋਹ ਦਾ ਰੋਗ ਵੀ ਨਾਸ਼ ਕਰ ਦਿੰਦੀ ਹੈ, ਹਉਮੈ ਵੀ ਦੂਰ ਕਰ ਦਿੰਦੀ ਹੈ। ਮਨ ਨਿਰਮਲ ਫਿਰ ਮੈਲ ਨਾ ਲਾਗੇ, ਦਰ ਸੱਚੇ ਸ਼ੋਭਾ ਪਾਏਂਦਾ। ਕਹਿੰਦੇ ਨਾ ਹਉਮੈ ਵਿੱਚੋਂ ਮੋਹ ਚੁਕਾਇਆ, ਪਰ ਕਿਸ ਤਰ੍ਹਾਂ ਚੁਕਾਇਆ? ਦੂਰ ਕਿਸ ਤਰ੍ਹਾਂ ਕਰ ਦਿੱਤਾ? ਗੁਰੂ ਸਾਹਿਬ ਸਮਝਾ, ਉਹਦਾ ਮਨ ਪਵਿੱਤਰ ਹੋ ਜਾਂਦਾ ਹੈ। ਮਨ ਨਿਰਮਲ ਫਿਰ ਮੈਲ ਨਾ ਲਾਗੇ। ਬੜੀ ਖੂਬਸੂਰਤ ਅੱਖਰਾਂ ਵਿੱਚ ਗੁਰੂ ਸਾਹਿਬ ਹਰ ਜਗ੍ਹਾ ਸਮਝਾਣਾ ਕਰ ਰਹੇ। ਜਦੋਂ ਤੱਕ ਹਉਮੈ ਤੇ ਮੋਹ ਦੇ ਰੋਗ ਮਨੁੱਖ ਦੇ ਮਨ ਤੇ ਪਿਆ ਰਹਿੰਦਾ ਹੈ ਨਾ, ਅਸੀਂ ਦਿਨੇ ਬੜਾ ਕੁਝ ਸੁਣਦੇ ਹਾਂ, ਬੜਾ ਕੁਝ ਬੋਲਦੇ ਹਾਂ, ਬੜਾ ਕੁਝ ਤੱਕਦੇ ਹਾਂ, ਪਰ ਸਾਡੀ ਤੱਕਣੀ, ਸਾਡੀ ਸੁਣਨੀ ਕਿੱਥੇ ਰੁਕਦੀ ਹੈ? ਸਾਡੇ ਮੂੰਹ ਤੋਂ ਕਿਹੜੇ ਬੋਲ ਨਿਕਲਦੇ ਹਨ? ਜਿਹੋ ਜਿਹਾ ਸਾਡਾ ਮਨ ਬਣਿਆ ਹੁੰਦਾ ਹੈ ਨਾ, ਸਾਡੀ ਤੱਕਣੀ ਵੀ ਉਹੋ ਜਿਹੀ ਹੈ, ਸਾਡੀ ਸੁਣਨੀ ਵੀ ਉਹੋ ਜਿਹੀ ਹੈ, ਸਾਡੀ ਸੁਰਤ ਸੰਸਾਰ ਵਿੱਚ ਸਾਨੂੰ ਚੰਗੀਆਂ ਵਸਤੂਆਂ ਵੀ ਨਜ਼ਰ ਆਉਣ। ਟੀਵੀ ਤੇ ਕਈ ਚੈਨਲ ਹਨ, ਸਾਡਾ ਜਿਹੋ ਜਿਹੇ ਮਨ ਦੀ ਅਵਸਥਾ ਹੋਏ, ਸਾਡਾ ਚੈਨਲ ਟੀਵੀ ਦਾ ਉੱਥੇ ਲੱਗ ਜਾਂਦਾ ਹੈ। ਜਿਹੋ ਜਿਹਾ ਸਾਡਾ ਮਨ ਹੋਏ, ਸਾਡੀ ਤੱਕਣੀ ਉੱਥੇ ਟਿਕ ਜਾਂਦੀ ਹੈ। ਜਿਹੋ ਜੀ ਸਾਡੇ ਮਨ ਦੀ ਅਵਸਥਾ ਹੋਏ, ਸਾਡੀ ਸੁਰਤ ਉਹੋ ਜਿਹੀ ਗੱਲਾਂ ਸੁਣਨਾ ਚਾਹੁੰਦੀ ਹੈ, ਭਾਵੇਂ ਉਹ ਝੂਠ ਦੀ ਗੱਲਾਂ ਹੋਣ, ਭਾਵੇਂ ਨਿੰਦਿਆ ਚੁਗਲੀ ਹੋਵੇ, ਭਾਵੇਂ ਗੰਦਗੀ ਹੋਵੇ, ਸਾਡੀ ਸੁਰਤ ਨੂੰ ਉਸਦੇ ਵਿੱਚੋਂ ਰਸ ਆਉਂਦਾ ਹੈ ਤੇ ਉਹ ਗੰਦਗੀ ਇਕੱਠਾ ਕਰ ਕਰਕੇ ਮਨ ਦੇ ਵਿੱਚ ਹੋਰ ਭਰੀ ਜਾਂਦੀ ਹੈ ਤੇ ਜ਼ਬਾਨ ਦੇ ਰਾਹੀਂ ਤੇ ਕਰਮਾਂ ਦੇ ਰਾਹੀਂ
ਅਸੀਂ ਉਹੀਓ ਗੰਦਗੀ ਸਮਾਜ ਵਿੱਚ ਫੈਲਾਉਂਦੇ ਰਹਿੰਦੇ ਆ। ਪਰ ਹੁਣ ਗੁਰੂ ਸਾਹਿਬ ਬਾਹਰ ਇਸ ਪਦੇ ਵਿੱਚ ਸੇ ਵਡਭਾਗੀ ਜਿਨੀ ਸਤਿਗੁਰ ਪਾਇਆ, ਹੁਣ ਕੀ ਬਦਲਿਆ? ਹਉਮੈ ਵਿੱਚੋਂ ਮੋਹ ਚੁਕਾਇਆ, ਮਨ ਨਿਰਮਲ, ਹੁਣ ਮਨ ਪਵਿੱਤਰ ਹੋ ਗਿਆ। ਹੁਣ ਬਦਲਾਵ ਕੀ ਆਇਆ? ਸੰਸਾਰ ਵਿੱਚ ਝੂਠ ਉੱਥੇ ਦਾ ਉੱਥੇ ਹੀ ਹੈ, ਨਗਨਤਾ ਉੱਥੇ ਦੀ ਉੱਥੇ, ਮੈਲ ਉੱਥੇ ਦੀ ਉੱਥੇ ਹੀ ਹੈ, ਸਾਡੀ ਅੱਖਾਂ ਵੀ ਹਨ ਉੱਥੇ ਹੀ, ਸਾਡੇ ਕੰਨ ਵੀ ਉੱਥੇ ਹਨ, ਸਾਡੀ ਅੱਖਾਂ ਉਸ ਮੈਲ ਵੱਲ ਤੱਕ ਵੀ ਰਹੀਆਂ ਸ਼ਾਇਦ, ਲੇਕਿਨ ਹੁਣ ਸੁਰਤ ਉੱਥੇ ਨਹੀਂ ਟਿਕ ਰਹੀ। ਹੁਣ ਅੱਖਾਂ ਦੇ ਉੱਤੇ ਅਗਰ ਅੱਖਾਂ ਨਗਨਤਾ ਤੇ ਮੈਲ ਤੇ ਗੰਦਗੀ ਤੇ ਗਈਆਂ ਵੀ ਹਨ, ਪਰ ਸੁਰਤ ਨਹੀਂ ਟਿਕ ਰਹੀ। ਮੈਲ ਵੀ ਉੱਥੇ ਵੇ, ਗੰਦਗੀ ਵੀ ਉੱਥੇ ਵੇ, ਅੱਖਾਂ ਵੀ ਉੱਥੇ ਹਨ, ਨਜ਼ਰ ਵੀ ਆ ਰਹੀ ਹਨ, ਪਰ ਸੁਰਤ ਨਹੀਂ ਟਿਕ ਰਹੀ। ਇਸ ਲਈ ਅੰਦਰ ਮੈਲ ਨਹੀਂ ਜਾ ਰਹੀ। ਫਿਰ ਮੈਲ ਨਾ ਲੱਗ ਕੇ, ਫਿਰ ਮੈਲ ਕਿਉਂ ਨਹੀਂ ਲੱਗ ਰਹੀ? ਹੁਣ ਮਨ ਨਹੀਂ ਬਦਲ ਗਿਆ, ਹੁਣ ਸੁਰਤ ਟਿਕ ਨਹੀਂ ਰਹੀ, ਇਸ ਲਈ ਅੰਦਰ ਮੈਲ ਜਾ ਨਹੀਂ ਰਹੀ। ਹੁਣ ਮੈਲ ਅੰਦਰ ਚੁੱਕ ਕੇ ਭਰ ਨਹੀਂ ਰਹੀ। ਪਹਿਲੇ ਅੱਖਾਂ ਦੇ ਰਾਹੀਂ, ਜ਼ਬਾਨ ਦੇ ਰਾਹੀਂ, ਕੰਨਾਂ ਦੇ ਰਾਹੀਂ ਮਨ ਵਿੱਚ ਮੈਲ ਭਰੀ ਜਾਂਦੀ ਸੀ, ਹੁਣ ਫਿਰ ਮੈਲਾ ਨਹੀਂ ਰਿਹਾ। ਹੁਣ ਮਨ ਪਵਿੱਤਰ ਹੋ ਗਿਆ, ਹੁਣ ਅੰਦਰ ਮੈਲ ਚੁੱਕ ਕੇ ਅੰਦਰ ਗੰਦਗੀ ਭਰ ਹੀ ਨਹੀਂ ਰਹੀ, ਹੁਣ ਉਹ ਲਿੰਕ ਹੀ ਟੁੱਟ ਗਿਆ। ਹੁਣ ਸੁਰਤ ਕਿੱਥੇ ਟਿਕ ਰਹੀ ਹੈ? ਹੁਣ ਸੁਰਤ ਸੱਚ ਦੇਖ ਰਹੀ ਹੈ, ਹੁਣ ਸੁਰਤ ਸੱਚ ਸੁਣਨਾ ਚਾਹੁੰਦੀ ਹੈ, ਹੁਣ ਸੁਰਤ ਜਿਹੜੀ ਹੈ ਸੱਚ ਬੋਲਣਾ ਚਾਹੁੰਦੀ, ਹੁਣ ਸੁਰਤ ਜਿਹੜੀ ਹੈ ਉਹਨੂੰ ਸੱਚ ਵਿੱਚ ਰਸ ਆ ਰਿਹਾ ਹੈ। ਤੇ ਗੁਰੂ ਸਾਹਿਬ ਸਮਝਾ ਰਹੇ, ਮਨ ਨਿਰਮਲ ਫਿਰ ਮੈਲ ਨਾ ਲਾਗੇ, ਦਰ ਸੱਚੇ ਸ਼ੋਭਾ ਪਾਇੰਦਾ। ਦਰ ਸੱਚੇ ਤੇ ਦਰ ਤੇ ਸੁਰਤ ਟਿਕੀ ਹੋਈ ਹੈ, ਸ਼ੋਭਾ ਪਾਇੰਦਾ। ਸੁਰਤ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਟਿਕ ਗਈ ਹੈ। ਹੁਣ ਸੁਰਤ ਗੰਦਗੀ ਤੋਂ ਹਟ ਗਈ ਹੈ, ਹੁਣ ਗੰਦਗੀ ਤੋਂ ਰਸ ਨਹੀਂ ਆਉਂਦਾ, ਹੁਣ ਸੱਚ ਵਿੱਚੋਂ ਰਸ ਆ ਰਿਹਾ, ਹੁਣ ਆਨੰਦ ਜਿਹੜਾ ਹੈ ਗੁਰੂ ਦੇ ਬੋਲਾਂ ਵਿੱਚੋਂ ਆ ਰਿਹਾ। ਤੇ ਫਿਰ ਹੁਣ ਸੁਰਤ ਵੀ ਤੇ ਮਨ ਵੀ ਉਹ ਆਨੰਦ ਮਾਣਨ ਲੱਗ ਪਈ ਹੈ। ਦਰ ਸੱਚੇ ਸ਼ੋਭਾ ਪਾਇੰਦਾ। ਹੁਣ ਦੇਖੋ, ਫਿਰ ਮੈਲ ਨਾ ਲੱਗਿਆ ਨੂੰ ਜੇਕਰ ਅਸੀਂ ਇੰਜ ਕਵਾਂਗੇ ਨਾ ਕਿ ਇੱਕ ਵਾਰੀ ਮਨ ਪਵਿੱਤਰ ਹੋ ਗਿਆ, ਹੁਣ ਉਹਨੂੰ ਮੈਲ ਲੱਗ ਹੀ ਨਹੀਂ ਸਕਦੀ, ਇਹਨੂੰ ਇੰਜ ਸਮਝਣਾ ਕਰੀਏ, ਕਿਉਂਕਿ ਮਨ ਪਵਿੱਤਰ ਹੋ ਗਿਆ, ਹੁਣ ਉਹ ਮੈਲ ਚੁੱਕ ਹੀ ਨਹੀਂ ਰਿਹਾ। ਹੁਣ ਕਿਉਂਕਿ ਮਨ ਪਵਿੱਤਰ ਹੋ ਗਿਆ, ਇਸ ਲਈ ਉਹ ਮੈਲ ਦੀ ਗੰਦਗੀ ਇਕੱਠੀ ਨਹੀਂ ਕਰ ਰਿਹਾ। ਤੇ ਮੈਨੂੰ ਲੱਗਦਾ ਜ਼ਿਆਦਾ ਚੰਗੀ ਤਰ੍ਹਾਂ ਖੁੱਲਣਗੇ, ਅਰਥ ਜ਼ਿਆਦਾ ਚੰਗੀ ਤਰ੍ਹਾਂ ਸਮਝ ਵਿੱਚ ਆਉਣਗੇ। ਜੀ ਹਰਵਿੰਦਰ ਜੀ। ਜਿਹੜੀ ਪਹਿਲੀ ਪੰਕਤੀ ਉਹ ਕਰੀ ਕਹਿੰਦੇ, ਸੇ ਵਡਭਾਗੀ ਜਿਨੀ ਸਤਿਗੁਰੂ ਪਾਇਆ। ਵੱਡੇ ਭਾਗਾਂ ਵਾਲੇ ਨੇ। ਅਸੀਂ ਕਈ ਵਾਰ ਨਾ ਜਦੋਂ ਕਈ 2-4 ਕਹਿ ਲਓ ਦੋਸਤ ਯਾਰ ਮਿਲ ਕੇ ਕੋਈ ਕਾਰੋਬਾਰ ਸਟਾਰਟ ਕਰਦੇ ਨੇ, ਕੋਈ ਵੀ, ਫਿਰ ਉਹਨਾਂ ਦੀ ਨਾ ਆਪਣੀ ਭਾਗੀਦਾਰੀ ਹੁੰਦੀ ਉਹਦੇ ਅੰਦਰ। ਕੋਈ ਬੰਦਾ 50% ਦਾ ਪਾਰਟਨਰ ਹੁੰਦਾ ਹੈ, ਕੋਈ 20% ਦਾ ਪਾਰਟਨਰ ਹੁੰਦਾ ਹੈ, ਕੋਈ 40% ਦਾ ਪਾਰਟਨਰ ਰਹੇਗਾ, ਤੇ ਉਹਦਾ ਆਪਣਾ ਆਪਣਾ ਭਾਗ ਹੁੰਦਾ ਅੰਦਰ। ਉਸ ਪ੍ਰੋਫਿਟ ਵਿੱਚੋਂ ਨਾ ਉਹ ਬੰਦਾ ਉਤਨਾ ਉਹਦਾ ਭਾਗੀਦਾਰ ਹੋ ਜਾਂਦਾ ਉਹਦਾ। ਤੇ ਵੱਡੀ ਭਾਗੀਦਾਰੀ ਕਿਹਦੀ ਹੋਏਗੀ? ਜਿਹਨੇ ਵੱਧ ਤੋਂ ਵੱਧ ਇਨਵੈਸਟਮੈਂਟ ਕੀਤੀ ਹੈ, ਜਾਂ ਜੋ ਵੱਧ ਤੋਂ ਵੱਧ ਮਿਹਨਤ ਕਰਦਾ ਪਿਆ। ਦੋ ਪੱਖ ਹੋ ਸਕਦੇ ਨੇ। ਇੱਕ ਹੁੰਦਾ ਸਲੀਪਿੰਗ ਪਾਰਟਨਰ, ਇੱਕ ਨੇ ਇਨਵੈਸਟ ਕੀਤਾ ਤਾਂ ਕਰਕੇ ਉਹਦੀ ਭਾਗੀਦਾਰੀ ਹੈ ਉਹਦੇ ਅੰਦਰ, ਉਹਨੇ ਵਾਧੂ ਇਨਵੈਸਟ ਕੀਤਾ। ਜਾਂ ਇੱਕ ਬੰਦਾ ਕਹਿੰਦਾ ਠੀਕ ਹੈ, ਇਨਵੈਸਟਮੈਂਟ ਤੇ ਤੂੰ ਕੀਤੀ ਹੈ, 70% ਇਨਵੈਸਟਮੈਂਟ ਤੇਰੀ ਹੈ, ਲੇਕਿਨ ਮਿਹਨਤ ਮੈਂ ਜ਼ਿਆਦਾ ਕਰਨਾ ਪਿਆ, ਬੇਦਰ ਮੇਰਾ ਭਾਗ ਜ਼ਿਆਦਾ ਬੰਦਾ ਪਿਆ। ਇਸੇ ਤਰੀਕੇ ਨਾਲ ਗੁਰੂ ਕਹਿੰਦੇ ਨੇ ਵੀ ਜਿਨ੍ਹਾਂ ਨੂੰ ਉਹਨਾਂ ਦੇ ਭਾਗ ਵੱਡੇ ਨੇ, ਉਹਨਾਂ ਦੀ ਹਿੱਸੇਦਾਰੀ ਵੱਡੀ ਹੈ, ਉਹ ਰੱਬ ਕੋਲੋਂ ਉਹਦੀ ਨਿਯਮਤਾਂ ਪ੍ਰਾਪਤ ਕਰਨ ਦੇ ਜ਼ਿਆਦਾ ਭਾਗੀਦਾਰ ਨੇ। ਕੌਣ? ਕਹਿੰਦੇ ਉਹ ਕਿਹੜੇ ਨੇ? ਉਹ ਰੱਬ ਕੋਲੋਂ ਜ਼ਿਆਦਾ ਬਖਸ਼ਿਸ਼, ਗੁਰੂ ਕੋਲੋਂ ਜ਼ਿਆਦਾ ਬਖਸ਼ਿਸ਼ ਕਰਨ ਦੇ ਪਾਤਰ ਕੌਣ ਨੇ? ਕਹਿੰਦਾ ਜਿਨੀ ਸਤਿਗੁਰ ਪਾਇਆ। ਜਿਨ੍ਹਾਂ ਨੂੰ ਗੁਰੂ ਮਿਲ ਜਾਂਦਾ ਨਾ, ਉਹਨਾਂ ਦੇ ਭਾਗ ਵਿੱਚ ਰੱਬ ਦੀਆਂ ਨਿਯਮਤਾਂ ਬਰਕਤਾਂ ਜ਼ਿਆਦਾ ਪੈ ਜਾਂਦੀਆਂ ਨੇ। ਇਸ ਤੋਂ ਉਲਟ ਅਸੀਂ ਦੇਖਦੇ ਹਾਂ ਨਾ, ਕਹਿੰਦੇ ਭਾਗਹੀਨ ਸਤਿਗੁਰ ਨਹੀਂ ਪਾਇਆ। ਜਿਨ੍ਹਾਂ ਦੀ ਭਾਗੀਦਾਰੀ ਨਹੀਂ ਉਹਦੇ ਅੰਦਰ, ਨਾ ਉਹਨਾਂ ਨੇ ਇਨਵੈਸਟ ਕੀਤਾ ਹੈ, ਨਾ ਅੰਦਰ ਮਿਹਨਤ ਕਰਨ ਨੂੰ ਤਿਆਰ ਨੇ, ਕਹਿੰਦੇ ਭਾਗਹੀਨ ਸਤਿਗੁਰ ਨਹੀਂ ਪਾਇਆ। ਜਿਹੜੇ ਭਾਗਹੀਨ ਬੰਦੇ ਨੇ, ਕਹਿੰਦੇ ਨੇ ਭਾਗਹੀਨ ਭ੍ਰਮ ਚੋਟਾਂ ਖਾਵੇ। ਉਹ ਜ਼ਿੰਦਗੀ ਵੀ ਜਿਹੜਾ ਨਾ ਉਹ ਜਿਹੜੇ ਜਿਨ੍ਹਾਂ ਨੂੰ ਗੁਰੂ, ਅਸੀਂ ਕਈ ਦਿਨਾਂ ਤੋਂ ਵਿਚਾਰ ਕਰਨੇ ਪਿਆ, ਗੁਰੂ ਸਾਡੀ ਜ਼ਿੰਦਗੀ ਅੰਦਰ ਕਿਤਨਾ ਇੰਪੋਰਟੈਂਟ ਹੈ, ਸਾਡਾ ਗੁਰਮੁਖ ਹੋਣਾ ਕਿਤਨਾ ਇੰਪੋਰਟੈਂਟ ਹੈ। ਉਹ ਵਿਸ਼ਾ ਦੇ ਨਾਲ ਚੱਲੀ ਜਾਂਦਾ। ਕਹਿੰਦਾ ਜਿਸ ਸਤਿਗੁਰ ਪੁਰਖ ਨਾ ਭੇਟਿਓ, ਕਹਿੰਦਾ ਸੋ ਭੌਜਲ ਪਚਹਿ ਪਚਾਏ। ਜਿਹਨੂੰ ਗੁਰੂ ਨਹੀਂ ਮਿਲਿਆ ਨਾ, ਉਹ ਕਹਿੰਦਾ ਲੋਭ ਲਹਿਰ ਅਤ ਨੀਝਰ ਬਾਜੈ, ਕਾਇਆ ਡੂਬੈ ਕੇਸਵਾ।
ਸੰਸਾਰ ਵਿੱਚ ਲੋਭ ਦੀਆਂ ਲਹਿਰਾਂ ਜਿਹੜੀਆਂ ਨੇ ਨਾ ਉਹ ਤੇ ਚੱਲਣੀਆਂ ਹੀ ਚੱਲਣੀਆਂ ਨੇ। ਹਾਂ, ਜਿਹਨੂੰ ਗੁਰੂ ਮਿਲ ਜਾਏਗਾ ਨਾ, ਕਈ ਵਾਰ ਗੁਰੂ ਨੂੰ ਮਲਾਹ ਕਰਕੇ ਵੀ ਆਂਦਾ ਹੈ, ਕਹਿੰਦਾ ਜੋ ਪਾਟਨ ਰਹੇ ਸੁਚੇਤ, ਕੱਪਰ ਨੂੰ ਪਰਿਸਾ ਦੇ ਸ਼ਲੋਕਾ ਆਂਦਾ ਹੈ, ਲਹਿਰੀ ਬੇੜੇ ਨੂੰ ਕੱਪਰ ਕਿਆ ਕਰੇ। ਕੱਪਰ ਤੋਂ ਪਾਉ ਕਹ ਲੋ, ਤੂਫਾਨ ਕਹਿ ਲੋ, ਬਈ ਸਾਈਕਲੋਨ ਆਇਆ, ਤੂਫਾਨ ਆ ਗਿਆ, ਕਹਿੰਦਾ ਬੇੜੇ ਨੂੰ ਕੱਪਰ ਕਿਆ ਕਰੇ, ਉਹਦਾ ਕੁਝ ਨਹੀਂ ਵਿਗਾੜ ਸਕਦਾ। ਕਹਿੰਦਾ ਜੋ ਪਾਟਨ ਰਹੇ ਸੁਚੇਤ, ਜਿਸ ਬੇੜੇ ਦਾ ਮਲਾਹਾ ਸੁਚੇਤ ਰਵੇ ਨਾ, ਉਸ ਨੂੰ ਇਹ ਲੋਭ ਦੀਆਂ ਲਹਿਰਾਂ ਡੁਬਾ ਨਹੀਂ ਸਕਦੀਆਂ। ਕਹਿੰਦਾ ਜਿਨ ਕੋ ਗੁਰ ਸਤਗੁਰ ਨਹੀਂ ਭੇਟਿਆ, ਕਹਿੰਦਾ ਸੇ ਸਾਕਤ ਮੂੜ ਦੀਵਾਨੇ। ਜਿਨ੍ਹਾਂ ਨੂੰ ਗੁਰੂ ਨਹੀਂ ਮਿਲਦਾ ਨਾ, ਉਹਨਾਂ ਨੂੰ ਗੁਰੂ ਕਹਿੰਦਾ ਵੀ ਉਹ ਸਾਕਤ ਬੰਦੇ ਨੇ, ਉਹ ਝੱਲੇ ਨੇ। ਤੇ ਗੁਰੂ ਮਿਲਣ ਦੀ ਜਿਹੜੀ ਕਿਰਿਆ ਹੈ, ਕਹਿੰਦਾ ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿੰਨ ਹਰ ਨਾਮ ਦ੍ਰਿੜਾਏ ਰਾਮ ਰਾਜੇ। ਗੁਰੂ ਦੀ ਬਖਸ਼ਿਸ਼ ਕੀ ਹੈ? ਕਹਿੰਦਾ ਗੁਰਦਾਤਾ ਗੁਰ ਦੇਵੈ ਨਾਮ। ਹੁਣ ਦੇਖੋ ਦੂਜੀ ਪੰਕਤੀ ਵੀ ਕੀ ਕਹਿ ਰਹੀ ਹੈ, ਕਹਿੰਦਾ ਹਉਮੈ ਵਿੱਚੋਂ ਮੋਹ ਚੁਕਾਇਆ। ਅਸੀਂ ਕਹਿੰਦੇ ਬਈ ਹਉਮੈ ਨਾਵੇ ਨਾਲ ਵਿਰੋਧ ਹੈ। ਜਿਨ੍ਹਾਂ ਨੂੰ ਗੁਰੂ ਮਿਲ ਜਾਂਦਾ ਹੈ, ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰ, ਤਿੰਨ ਹਰ ਨਾਮ ਦ੍ਰਿੜਾਏ ਰਾਮ ਰਾਜੇ। ਗੁਰੂ ਉਹਨਾਂ ਨੂੰ ਨਾਮ ਦ੍ਰਿੜਾ ਦਿੰਦਾ ਹੈ, ਤੇ ਜਿੱਥੇ ਨਾਮ ਹੈ ਉੱਥੇ ਹਉਮੈ ਟਿਕਦੀ ਨਹੀਂ। ਹਉਮੈ ਵੱਡਾ ਰੋਗ ਹੈ, ਹਉਮੈ ਦੀਰਘ ਰੋਗ ਵੀ ਕਹਿੰਦੇ ਪਿਆ ਅਸੀਂ। ਹਉਮੈ ਜਿਹੜਾ ਉਹ ਆਸਾਨੀ ਨਾਲ ਜਾਂਦੀ ਨਹੀਂ। ਕਹਿੰਦਾ ਲੇਕਿਨ ਜਿਹਨਾਂ ਨੂੰ ਗੁਰੂ ਮਿਲ ਜਾਂਦਾ, ਉਹਨਾਂ ਨੂੰ ਨਾਮ ਦ੍ਰਿੜ ਕਰਵਾ ਦਿੰਦਾ। ਔਰ ਜਿੱਥੇ ਨਾਮ ਆ ਜਾਏਗਾ, ਕਹਿੰਦਾ ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਥਾਂ। ਜਿੱਥੇ ਨਾਮ ਕੀ, ਨਾਮ ਰੱਬੀ ਹੁਕਮਾਂ ਦੀ ਸੋਝੀ ਹੈ, ਰੱਬ ਦੀ ਸਿਫਤਾਂ, ਰੱਬ ਦੇ ਗੁਣ, ਰੱਬ ਦੀ ਵਡਿਆਈ, ਰੱਬ ਦੀ ਕੀਰਤੀ, ਇਹ ਨਾਮ ਜਪਣਾ ਹੈ। ਤੇ ਜਿਨ੍ਹਾਂ ਨੂੰ ਗੁਰੂ ਮਿਲ ਜਾਂਦਾ ਹੈ, ਗੁਰੂ ਵੱਡਾ ਦਾਤਾ ਹੀ ਇਸ ਵਾਸਤੇ ਵੇ ਕਿ ਕਹਿੰਦੇ ਗੁਰ ਦਾਤਾ ਗੁਰ ਦੇਵੈ ਨਾਮ। ਦੁਨੀਆ ਧਾਰਮਿਕ ਕਿਰਿਆਵਾਂ ਬਹੁਤ ਕਰਦੀ ਪਈ ਹੈ, ਸ਼ਾਇਦ ਸਾਡੇ ਤੋਂ ਵੱਧ ਕਰਦੀ ਪਈ। ਤੇ ਜੈਨੀਆਂ ਨੂੰ ਦੇਖ ਲਓ, ਕਿੰਨਾ ਔਖਾ ਜੀਵਨ, ਨੰਗੇ ਪੈਰੀ ਜਾਂਦੇ ਪਏ ਨੇ ਜਿੱਥੇ ਕਿਤੇ। ਗੁਰੂ ਕਹਿੰਦੇ ਵੀ ਉਹ ਜੈਨ ਮਾਰਗ ਸੰਜਮਤ ਸਾਧਨ, ਕਹਿੰਦਾ ਨਿਮਕ ਕਰ ਸਰੀਰ ਕਟਾਵੇ, ਕਹਿੰਦਾ ਤੋ ਵੀ ਹਉਮੈ ਮੈਲ ਨਾ ਜਾਵੇ। ਗੁਰੂ ਕਹਿੰਦਾ ਹਉਮੈ ਦੀ ਮੈਲ ਤੈਨੂੰ ਲੱਗੀ ਹੋਈ ਹੈ। ਇਹ ਤਾਂ ਕਹਿੰਦੇ ਲੇਕਿਨ ਜਿਹਨੂੰ ਨਾਮ ਗੁਰੂ ਮਿਲ ਗਿਆ, ਤੇਰੇ ਭਾਗ ਵੱਡੇ ਸਨ, ਜਿਹਨੂੰ ਤੇਰਾ ਹਿੱਸੇਦਾਰੀ ਵੱਡੀ ਸੀ, ਤੂੰ ਇਨਵੈਸਟ ਜ਼ਿਆਦਾ ਕੀਤਾ, ਤੂੰ ਮਿਹਨਤ ਜ਼ਿਆਦਾ ਕੀਤੀ, ਜੋ ਜਿਸ ਮਰਜ਼ੀ ਪੱਖੋਂ ਤੇਰੇ ਭਾਗ ਵੱਡੇ ਹੋਏ। ਕਹਿੰਦਾ ਤੈਨੂੰ ਗੁਰੂ ਮਿਲ ਗਿਆ, ਇਹ ਤੇਰੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਕਿ ਤੈਨੂੰ ਗੁਰੂ ਮਿਲ ਗਿਆ। ਗੁਰੂ ਮਿਲ ਗਿਆ, ਗੁਰੂ ਨੇ ਤੈਨੂੰ ਨਾਮ ਦ੍ਰਿੜਵਾਤਾ। ਜਿੱਥੇ ਨਾਮ ਦ੍ਰਿੜ ਹੋ ਗਿਆ, ਉੱਥੇ ਹਉਮੈ ਦੀ ਕੋਈ ਜਗ੍ਹਾ ਰਹੇਗੀ ਨਹੀਂ। ਕਹਿੰਦਾ ਹਉਮੈ ਵਿੱਚੋਂ ਮੋਹ ਚੁਕਾਇਆ, ਤੇਰੇ ਵਿੱਚੋਂ ਫਿਰ ਹਉਮੈ ਦੀ, ਮੋਹ ਦੀ ਕੋਈ ਥਾਂ ਨਹੀਂ ਰਹਿ ਜਾਏਗੀ। ਕਹਿੰਦਾ ਮਨ ਨਿਰਮਲ, ਫਿਰ ਤੇਰਾ ਮਨ ਜਿਹੜਾ ਨਾ, ਕਿਉਂਕਿ ਮਨ ਨੂੰ ਮੈਲ, ਕਹਿੰਦੇ ਜਨਮ ਕੀ ਇਸ ਮਨ ਨੂੰ ਮੱਲ ਲੱਗੀ ਵੀ ਉਹ ਮੈਲ ਹੈ ਹੀ ਵਿਕਾਰਾਂ ਦੀ। ਭਰੀਏ ਮਤ ਪਾਪਾਂ ਕੈ ਸੰਗ, ਇਹ ਪਾਪਾਂ ਦੀ ਮੈਲ ਜਿਹੜੀ ਨਾ, ਪਾਪ ਬਿਰਤੀ ਵਾਲੀ ਮੈਲ ਜਿਹੜੀ ਨਾ ਸਾਡੇ ਮਨ ਨੂੰ ਲੱਗੀ ਹੋਈ, ਉਹ ਧੁੱਪ ਹੈ ਨਾਵੈ ਕੈ ਰੰਗ। ਨਾਮ ਦੇ ਨਾਲ, ਨਾਮ ਦੇ ਸਾਬੁਨ ਦੇ ਨਾਲ ਨਾ ਇਹ ਪਾਪਾਂ ਦੀ ਮੈਲ ਧੋਤੀ ਜਾ ਸਕਦੀ ਹੈ। ਕਹਿੰਦੇ ਫਿਰ ਮਨ ਨਿਰਮਲ ਹੋ ਜਾਂਦਾ ਹੈ। ਕਹਿੰਦੇ ਫਿਰ ਉਹਨੂੰ ਮੈਲ ਨਹੀਂ ਲੱਗਦੀ। ਜਿਹਨੂੰ ਅੱਛਾ ਕਦੋਂ ਅਜਾ ਸਤਬੀਰ ਜੀ ਗੱਲ ਕਰਦੇ ਪਏ ਨੇ, ਕਹਿੰਦੇ ਸਤਿਗੁਰੂ ਗੱਲ ਕਿਦੋਂ ਸ਼ੁਰੂ ਹੋਈ ਸੀ? ਸੇ ਵਡਭਾਗੀ ਜਿਨ ਸਤਿਗੁਰ ਪਾਇਆ। ਜੇ ਅਸੀਂ ਜ਼ਿੰਦਗੀ ਵਿੱਚ ਹਰ ਸਮੇਂ ਸਤਿਗੁਰੂ ਨੂੰ ਪਾਏ ਰੱਖੀਏ, ਗੁਰੂ ਇੱਕ ਗੱਲ ਕਹਿੰਦੇ ਨੇ ਮੂੰਹ ਫੇਰਿਆ, ਮਤਲਬ ਇੱਕ ਸਮਾਂ ਉਹ ਵੀ ਆਉਂਦਾ ਜਦੋਂ ਅਸੀਂ ਗੁਰੂ ਕੋਲੋਂ ਮੂੰਹ ਫੇਰ ਲੈਂਦੇ, ਫਿਰ ਮੂੰਹ ਫੇਰਿਆ ਮੂੰਹ ਝੂਠਾ ਹੋਏ। ਜਿੰਨਾ ਚਿਰ ਸਤਿਗੁਰੂ ਸਾਡੇ ਨਾਲ ਹੈ, ਸਾਨੂੰ ਮੈਲ ਨਹੀਂ ਲੱਗ ਸਕਦੀ। ਅਸੀਂ ਦੇਣਦਾਰ ਨਹੀਂ ਹੋ ਸਕਦੇ, ਅਸੀਂ ਬੰਧਨਾਂ ਵਿੱਚ ਨਹੀਂ ਫਸ ਸਕਦੇ, ਅਸੀਂ ਜਿਉਂਦਿਆਂ ਜੀ ਮੁਕਤ ਰਵਾਂਗੇ। ਸਾਡੇ ਕੀਤੇ ਹੋਏ ਕਿਸੇ ਕਰਮ ਦਾ ਸਾਨੂੰ ਲੇਖਾ ਜੋਖਾ ਨਹੀਂ ਦੇਣਾ ਪਏਗਾ। ਕਦ ਤੱਕ? ਜਦ ਤੱਕ ਗੁਰੂ ਸਾਡੇ ਨਾਲ ਹੈ। ਜਦੋਂ ਅਸੀਂ ਗੁਰੂ ਤੋਂ ਮੂੰਹ ਫੇਰ ਲਿਆ, ਗੁਰੂ ਕਹਿੰਦਾ ਮੂੰਹ ਫੇਰਿਆ ਮੂੰਹ ਝੂਠਾ ਹੋਏ। ਫਿਰ ਜੋ ਤੂੰ ਕੰਮ ਬਿਨਾਂ ਗੁਰੂ ਨੂੰ ਪੁੱਛੇ ਕਰੇਗਾ, ਉਹਦਾ ਤੂੰ ਦੇਣਦਾਰ ਜ਼ਰੂਰ ਹੋਏਗਾ। ਕਹਿੰਦਾ ਲੇਖੇ ਵਾਟ ਚਲਾਈਏ, ਉਹ ਕਹਿੰਦਾ ਵੀ ਉਹ ਸਾਰਾ ਕਹਿੰਦੇ ਤੇਰਾ ਹਰ, ਕਹਿੰਦਾ ਵੀ ਹਰ ਕੰਮ ਤੇਰਾ ਲੇਖੇ ਵਿੱਚ ਹੈ। ਜੋ ਕੰਮ ਤੂੰ ਗੁਰੂ ਨੂੰ ਪੁੱਛ ਕੇ ਕਰ ਲੇਗਾ, ਸਤਿਗੁਰੂ ਪਾਇਆ। ਭਾਗਹੀਨ ਕੌਣ ਜਿਹਨਾਂ ਨੇ ਕਹਿੰਦੇ ਸਤਿਗੁਰੂ ਪਾਇਆ। ਤੇ ਜਦ ਤੱਕ ਸਤਿਗੁਰੂ ਤੇਰੇ ਨਾਲ ਹੈ, ਸਤਿਗੁਰੂ ਕੋਈ ਵਿਅਕਤੀ ਥੋੜੀ ਨਾ ਕੋਈ ਤੁਹਾਡੇ ਨਾਲ ਖੜਾ ਹੋ ਕੇ ਚੱਲੇਗਾ। ਅਸੀਂ ਕਹਿੰਦੇ ਵੀ ਉਹ ਜਲ ਨਹੀਂ ਡੂਬੇ, ਤਸਕਰ ਨਹੀਂ ਲੈਵੇ, ਭਾਏ ਨਾ ਸਾਕੇ ਜਾਲੇ ਜਾਲੇ, ਗੁਰੂ ਕਾ ਸ਼ਬਦ ਵਸੈ ਜੀ ਨਾਲ ਹੈ। ਗੁਰੂ ਦੇ ਸ਼ਬਦ ਰੂਪ ਹੋ ਕੇ ਤੇਰੇ ਨਾਲ ਵਰਤਦਾ ਪਿਆ। ਜਿੰਨਾ ਚਿਰ ਉਹ ਕਹਿੰਦਾ ਜਿਹੜਾ ਸ਼ਬਦ ਸੀ ਪਾਉਂਦੇ, ਪੱਬਲ ਤੂੰ ਹਰਿਆਵਲਾ, ਕਬਲਾ ਕੰਚਨਵਨ, ਕਹਿ ਦੋਖੇ ਸੜੇ ਹੋਏ, ਕਾਲੀ ਹੋਈਆ ਦਿਓਰੀ। ਨਾਨਕ ਮੈਂ ਤਨ ਭੰਗ, ਜਦੋਂ ਇੱਕ ਸਰੋਵਰ ਆਪਣੇ ਸਰੋਤ ਕੋਲੋਂ ਪਾਣੀ ਲੈਣਾ ਕੱਟ ਕਰ ਦਿੰਦੀ ਹੈ ਨਾ, ਉਹ ਫਿਰ ਸੜਨਾ ਸ਼ੁਰੂ ਹੋ ਜਾਂਦਾ ਹੈ ਪਾਣੀ। ਜਦ ਤੱਕ ਉਹ ਸਰੋਵਰ ਦਾ ਮੇਨ ਸਰੋਤ ਜਿੱਥੋਂ ਦੀ ਉਹਨੂੰ ਪਾਣੀ ਮਿਲਦਾ ਸੀ,
ਜਦ ਤੱਕ ਸਾਨੂੰ ਸਾਡੇ ਜੀਵਨ ਵਿੱਚ ਗੁਰੂ ਸਰੋਵਰ ਦਾ ਪਾਣੀ ਮਿਲਦਾ ਰਹੇਗਾ, ਸਾਡਾ ਜੀਵਨ ਹਰਿਆ ਭਰਿਆ ਰਹੇਗਾ। ਬੱਬਲ ਤੂੰ ਹਰਿਆਵਰਾ ਕਵਲਾ ਕੰਚਨਵਨ, ਤੇਰੇ ਵਿੱਚ ਸੋਨੇ ਵਰਗੇ ਕੌਲ ਫੁੱਲ ਖੇਡਣਗੇ ਤੇਰੀ ਮੱਤ ਦੇ ਵਿੱਚ। ਲੇਕਿਨ ਜਿਸ ਦਿਨ ਤੂੰ ਗੁਰੂ ਕੋਲੋਂ ਉਹ ਮੱਤ, ਜਿਸ ਦਿਨ ਜਿਸ ਕਿਰਿਆ ਵਾਸਤੇ ਕਹਿੰਦਾ ਨਾਨਕ ਜਿਤ ਵੇਲਾ ਵਿਸਰੇ ਮੇਰਾ ਸੁਆਮੀ, ਤਿਤ ਵੇਲੇ ਮਰ ਜਾਏ ਜੀਓ ਮੇਰਾ। ਇਹ ਕੋਈ ਪਰਮਾਨੈਂਟ ਪਦਵੀ ਨਹੀਂ ਹੈ ਵੀ ਇਹ ਚਾਹੇ ਫਲਾਣਾ ਬੰਦਾ ਗੁਰਮੁਖ ਹੋ ਗਿਆ ਜੀ, ਇਹ ਸੰਤ ਹਾਂ ਕਰੇਗਾ, ਫਿਰ ਵੀ ਉਹ ਜਿਹਨੇ ਮੱਤ ਲਿੱਤੀ ਉਹ ਆਪਣੇ ਹੱਥਾਂ ਦੇ ਨਾਲ ਅੱਛਾ ਕੰਮ ਕਰੇਗਾ। ਲੇਕਿਨ ਜਿਸ ਨੇ ਉਹ ਮੱਤ ਲੈਣੀ ਬੰਦ, ਜਿਸ ਸਮੇਂ ਬੰਦ ਕਰ ਦਿੱਤੇ, ਕਹਿੰਦੇ ਇਸ ਵੇਲੇ ਮਰ ਜਾਏ ਜੀਓ ਮੇਰਾ, ਮਨ ਨਿਰਮਲ ਹੋ ਜਾਂਦਾ ਹੈ। ਫਿਰ ਉਹ ਕਹਿੰਦਾ ਜਿਹੜੇ ਨਿਰਮਲ ਹੋਇਆ ਮਨ ਹੈ, ਜਿਹਨੂੰ ਸਤਿਗੁਰੂ ਮਿਲ ਗਿਆ ਸੀ, ਕਹਿੰਦਾ ਉਹਨੂੰ ਫਿਰ ਮੈਂ, ਕਿਉਂਕਿ ਗੁਰੂ ਨੂੰ ਪੁੱਛ ਕੇ ਕੰਮ ਕਰਦਾ, ਉਹਨੂੰ ਫਿਰ ਮੈਲ ਨਹੀਂ ਲੱਗਦੀ। ਕਹਿੰਦਾ ਦਰ ਸੱਚੇ ਸ਼ੋਭਾ ਪਾਇੰਦਾ, ਫਿਰ ਉਹ ਰੱਬ ਦੀ ਦਰਗਾਹ ਵਿੱਚ, ਰੱਬ ਦੀ ਹਜ਼ੂਰੀ ਵਿੱਚ, ਰੱਬ ਦੇ ਸਾਹਮਣੇ, ਰੱਬ ਦੇ ਸੁਰਖਰੂ, ਉਹ ਸ਼ੋਭਨੀ ਜੀਵਨ ਵਾਲੇ ਜਿਹੜੇ ਨਾ, ਉਹ ਪ੍ਰਮਾਣ ਜਿਹੜੇ ਨਾ ਉਹ ਮੰਨੇ ਜਾਂਦੇ ਨੇ। ਹਾਂਜੀ जी वीर जी, फिर मैल ना लगे लिव छुड़की लगी तृष्णा माया अमर वर्ताया। जिस तरह ही लिव छुट्टी उसी समय तृष्णा ਜਿਹੜੀ ਹੈ ਉਹ ਚਿਮੜ ਪੈਂਦੀ ਹੈ ਤੇ ਮਾਇਆ ਆਪਣਾ ਪ੍ਰਭਾਵ ਪਾ ਜਾਂਦੀ ਹੈ। ਆਪ ਖੂਬਸੂਰਤੀ ਤਰ੍ਹਾਂ ਨਾਲ ਖੋਲਣਾ ਕੀਤਾ ਭਾਗਾਂ ਨਾਲ, ਕਿਉਂਕਿ ਭਾਗ ਅੱਖਰ ਜਿਹੜਾ ਨਾ ਉਹਦਾ ਮਿਸਯੂਜ਼ ਬੜਾ ਸਾਡਾ ਮਨ ਕਰਦਾ ਕਿ ਮੇਰਾ ਅਜੇ ਤੱਕ ਮੇਰੇ ਭਾਗ ਨਹੀਂ ਜਾਗੇ, ਜਦੋਂ ਭਾਗ ਜਾਗਣਗੇ ਤੇ ਜਾ ਕੇ ਮੈਂ ਨਾਮ ਦੀ ਜਪ ਲਵਾਂਗਾ। ਪਰਮਾਤਮਾ ਮੇਰੇ ਕੋਲੋਂ ਨਾਮ ਨਹੀਂ ਜਪਵਾ ਰਿਹਾ, ਉਹਦਾ ਸਾਡਾ ਮਨ ਬਹੁਤ ਮਿਸਯੂਜ਼ ਕਰਦਾ ਹੈ। ਅਸੀਂ ਆਮ ਅੱਖਰ ਸੁਣਨ ਵਿੱਚ ਆ ਜਾਂਦੇ ਹਨ। ਬਿਲਕੁਲ ਇਨਵੈਸਟਮੈਂਟ ਨਾਲ ਜੋੜ ਕੇ ਆਪ ਜੀ ਨੇ ਬੜੀ ਅੱਛੀ ਤਰੀਕੇ ਨਾਲ ਬੋਲਣਾ ਕੀਤਾ। ਜੀ ਵਿੰਦਰੀ ਬੋਲ। ਸੇ ਵਡ ਭਾਗੀ ਜਿਨੀ ਸਤਿਗੁਰ ਪਾਇਆ, ਹਉਮੈ ਵਿੱਚੋਂ ਮੋਹ ਚੁਕਾਇਆ। ਉਹ ਮਨ ਜਿਸ ਨੇ ਸਤਿਗੁਰੂ ਦੀ ਸਿੱਖਿਆ ਔਰ ਗੁਣਾਂ ਨੂੰ ਧਾਰ ਕੇ ਕਮਾਈ ਕਰਕੇ ਟੋਟਲੀ ਇੰਪਲੀਮੈਂਟੇਸ਼ਨ ਵਿੱਚ ਲਿਆ ਕੇ ਟਿਊਨ ਕਰਕੇ ਐਕਸਪੀਰੀਅੰਸ ਕਰ ਲਿੱਤਾ ਹੈ, ਉਹ ਬਹੁਤ ਬਟਵਾਗੀ ਹੈਗਾ। ਹੀ ਇਜ਼ ਵੈਰੀ ਲੱਕੀ। ਕਿਉਂ? ਕਿਉਂਕਿ ਜਿਸ ਸਮੇਂ ਇਸ ਅਵਸਥਾ ਵਿੱਚ ਆਉਂਦਾ ਹੈ ਤੇ ਹਉਮੈ ਵਿੱਚੋਂ ਮੋਹ ਚੁਕਾਇਆ, ਹਉਮੈ ਦੀਰਘ ਰੋਗ ਹੈ। ਅਗਰ ਮਨ ਦੇ ਅੰਦਰ ਉਹ ਇੱਕ ਵਸ ਗਿਆ, ਨਾਮ ਵਸ ਗਿਆ, ਤੇ ਹਉਮੈ ਨੂੰ ਜਾਣਾ ਹੀ ਪਏਗਾ, ਕਿਉਂਕਿ ਹਉਮੈ ਨਾਵੇ ਨਾਲ ਵਿਰੋਧ ਹੈ। ਉੱਪਰ ਦੀ ਜਿਹੜੀ ਅਵਸਥਾ ਦੱਸੀ ਗਈ ਹੈ ਪਹਿਲੀ ਤੁਕ ਦੇ ਵਿੱਚ, ਉਹ ਅਵਸਥਾ ਹੈ ਜਿਸ ਦੇ ਵਿੱਚ ਨਾਮ ਦੇ ਵਿੱਚ ਰਤਿਆ ਗਿਆ ਮਨ। ਜਦੋਂ ਨਾਮ ਉੱਥੇ ਵਸ ਗਿਆ, ਹਉਮੈ ਨੂੰ ਜਾਣਾ ਹੀ ਪਏਗਾ। ਜਿਹੜਾ ਸਾਡਾ ਮਨ ਹਮੇਸ਼ਾ ਵਾਸ ਅਟੈਚਡ, ਮੋਹ ਵਿੱਚ ਸੀ ਕਿ ਮੈਂ ਮੇਰੀ ਦੇ ਵਿੱਚ ਹੀ, ਉਹ ਅਟੈਚਮੈਂਟ ਜਿਹੜੀ ਉਸਨੂੰ ਖਤਮ ਕਰਨਾ ਹੁੰਦਾ ਹੈ। ਕਿਉਂ ਖਤਮ ਕੌਣ ਕਰਦਾ ਹੈ? ਉਹੀ ਜਿਹੜਾ ਮਨ ਇੱਕ ਵਿੱਚ ਆ ਕੇ ਵਸ ਗਿਆ ਨਾਮ, ਉਹੀ ਹੀ ਪਲੇਸ ਦ ਗੇਮ, ਜਿਸ ਵਿੱਚ ਆ ਕੇ ਹਉਮੈ ਨੂੰ ਜਾਣਾ ਹੀ ਪੈਂਦਾ ਹੈ। ਮਨ ਨਿਰਮਲ, ਹੁਣ ਮਨ ਤੇ ਹੋ ਗਿਆ ਨਿਰਮਲ। ਜਦੋਂ ਮਨ ਪੂਰੀ ਤਰ੍ਹਾਂ ਭਿੱਜ ਗਿਆ ਐਂਡ ਉਸ ਦੇ ਅੰਦਰ ਗਿਆਨ ਦਾ ਪ੍ਰਕਾਸ਼ ਵੀ ਹੋ ਗਿਆ, ਕਮਾਈ ਵੀ ਹੋ ਗਈ, ਫਿਰ ਕਹਿੰਦੇ ਕਿ ਮੁੜ ਕੇ ਮੈਲ ਨਹੀਂ ਲੱਗਦੀ। ਮੈਲ ਕਿਹੜੀ? ਉਹ ਹਉਮੈ ਦੀ ਮੈਲ, ਉਹ ਨਹੀਂ ਲੱਗਦੀ, ਕਿਉਂਕਿ ਹਉਮੈ ਦੀ ਮੈਲ ਲੱਗ ਗਈ ਤਾਂ ਸਮਝੋ ਤਾਂ ਪੂਰੀ ਬਰਾਤ ਆ ਜਾਏਗੀ। ਪਰ ਕਿਉਂਕਿ ਮਨ ਜਿਹੜਾ ਰਤਿਆ ਗਿਆ ਹੈ ਉਸ ਇੱਕ ਦੇ ਗੁਣਾਂ ਦੇ ਵਿੱਚ, ਤਾਂ ਫਿਰ ਮੈਲ ਨਾ ਲੱਗੀ। ਹੁਣ ਦਰ ਸੋਚੇ ਸ਼ੋਭਾ ਪਾਈਦਾ, ਇਹ ਹੁਣ ਦਰ ਤਕਰੀਬਨ ਪੁੱਛਦੇ ਨੇ ਇਹ ਦਰ ਅੰਦਰ ਕੀ ਹੈਗਾ, ਸ਼ੋਭਾ ਕੀ ਹੈ, ਜਦੋਂ ਤਾਂ ਸਰੀਰ ਹੀ ਨਹੀਂ ਹੈ। ਦਰ ਸੱਚੇ ਸ਼ੋਭਾ ਪਾਈਦਾ ਦਾ ਅਰਥ ਇਹੀ ਹੈ ਕਿ ਜਦੋਂ ਮਨ ਟੋਟਲੀ ਇਨਟਿਊਨ, ਟੋਟਲੀ ਉਹਦੇ ਗੁਣਾਂ ਵਿੱਚ ਰਤਿਆ ਗਿਆ ਹੈ, ਇਹੀ ਇਸ ਦਾ ਦਰ ਹੈ, ਇਹੀ ਸ਼ੋਭਾ ਹੈ, ਔਰ ਇਹੀ ਪਾਈਦਾ ਵੀ ਇਹੀ ਇਨਟਿਊਨਡ ਹੈ। ਹਾਂਜੀ जी बुआ जी, बिल्कुल दर सुरत करके दर पे टिकना है, मन उसके दर ਦੇ ਨਾਲ ਜੁੜ ਪਵੇ, ਇੱਕ ਮਿਕ ਹੋ ਜਾਏ। ਬਿਲਕੁਲ ਬਹੁਤ ਖੂਬਸੂਰਤੀ ਨਾਲ ਸਮਝਾਉਂਦੇ ਹੋ ਜੀ ਸੁਖਿੰਦਰ ਵੀਰ ਜੀ। ਹਾਂਜੀ ਵੀਰ ਜੀ। ਵੀਰ ਜੀ ਇਸ ਬੰਦ ਦੇ ਵਿੱਚ ਇੱਕ ਲਫ਼ਜ਼ ਆ ਰਿਹਾ ਹੈ ਨਿਰਮਲ। ਨਿਰਮਲ ਲਫ਼ਜ਼ ਸਤਿਗੁਰੂ ਜੀ ਗੁਰਬਾਣੀ 'ਚ ਸਾਨੂੰ ਸਮਝਾਉਂਦੇ ਨੇ ਕਿ ਨਿਰਮਲ ਆਖਦੇ ਕਿਸ ਨੂੰ ਹੈ। ਨਿਰਮਲ 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 ਤੇਰੀ ਬਾਣੀ, ਬਾਣੀ ਨੂੰ ਨਿਰਮਲ ਆਖਿਆ ਜਾਂਦਾ ਹੈ। ਬਾਣੀ ਦੇ ਵਿਚਾਰਾਂ ਨੂੰ ਨਿਰਮਲ ਆਖਿਆ ਜਾਂਦਾ ਹੈ, ਨਾਮ ਨੂੰ ਨਿਰਮਲ ਆਖਿਆ ਜਾਂਦਾ ਹੈ। ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ। ਗੁਰਬਾਣੀ ਦੀ ਵਿਚਾਰ ਨੂੰ, ਗੁਰਬਾਣੀ ਦੇ ਵਿਚਾਰਾਂ ਨੂੰ, ਸਤਿਗੁਰੂ ਜੀ ਦੀ ਸਿੱਖਿਆਵਾਂ ਨੂੰ ਨਿਰਮਲ ਆਖਿਆ ਜਾਂਦਾ ਹੈ। ਤੇ ਇੱਥੇ ਆਖਦੇ ਨੇ, ਕਹਿੰਦੇ ਮਨ ਨਿਰਮਲ, ਵੀ ਮਨ ਨਿਰਮਲ, ਮਨ ਨੂੰ ਕਹਿੰਦੇ ਹੁਣੇ ਨਿਰਮਲ। ਜਦੋਂ ਸਾਡੇ ਵਿਚਾਰ, ਮਨ ਕੀ ਹੈ? ਵਿਚਾਰ। ਜਦੋਂ ਸਾਡੇ ਵਿਚਾਰ ਗੁਰਬਾਣੀ ਦੇ ਅਕੋਰਡਿੰਗ ਨਿਰਮਲ ਹੈ ਬਾਣੀ, ਨਿਰਮਲ ਹੈ ਨਾਮ, ਜਦੋਂ ਸਾਡੇ ਵਿਚਾਰ
ਬਾਣੀ ਦੇ ਵਿਚਾਰਾਂ ਵਿੱਚ ਸਮਾ ਜਾਂਦੇ ਹਨ। ਜਦੋਂ ਸਾਡੇ ਵਿਚਾਰਾਂ ਤੇ ਗੁਰਬਾਣੀ ਦੇ ਵਿਚਾਰਾਂ 'ਚ ਕੋਈ ਫਰਕ ਨਹੀਂ ਰਹਿੰਦਾ, ਜੋ ਸਤਿਗੁਰੂ ਜੀ ਸਿੱਖਿਆਵਾਂ ਦਿੰਦੇ ਹਨ ਉਹੀ ਸਿੱਖਿਆਵਾਂ ਤੇ ਅਸੀਂ ਅਮਲ ਕਰਦੇ ਹਾਂ, ਆਪ ਭਾਵ ਸਾਡਾ ਮਨ ਨਿਰਮਲ ਹੋ ਗਿਆ। ਨਿਰਮਲ ਹੈ ਬਾਣੀ ਤੇ ਬਾਣੀ ਮਨ ਦੇ ਵਿੱਚ ਵਸੀ, ਭਾਵ ਮਨ ਕੀ ਹੈ? ਵਿਚਾਰ। ਮਨ ਤੇ ਮਨ ਦੇ ਵਿਚਾਰ ਵੀ ਅਲੱਗ-ਅਲੱਗ ਚੀਜ਼ ਨਹੀਂ ਹੈ। ਮਨ ਹੀ ਵਿਚਾਰ ਹੈ, ਵਿਚਾਰ ਹੀ ਮਨ ਹੈ। ਜਦੋਂ ਸਾਡੇ ਵਿਚਾਰ ਸਤਿਗੁਰੂ ਜੀ ਦੇ ਵਿਚਾਰ ਹੋ ਜਾਂਦੇ ਹਨ ਤਾਂ ਇਸ ਨੂੰ ਆਖਦੇ ਨੇ ਸਤਿਗੁਰੂ ਜੀ ਕਿ ਮਨ ਨਿਰਮਲ ਹੋ ਗਿਆ। ਮਨ ਨਿਰਮਲ ਕਿਉਂ ਹੋਣਾ ਜ਼ਰੂਰੀ ਸੀ? ਕਿਉਂਕਿ ਗੁਰਬਾਣੀ ਦਾ ਸਿਧਾਂਤ ਹੈ ਕਿ ਮਨ ਮੈਲਾ ਹੈ। ਜਦੋਂ ਮਨ ਮੈਲਾ ਹੁੰਦਾ ਨਾ, ਕੱਲਾ ਮਨ ਨੂੰ ਮੈਲ ਨਹੀਂ ਲੱਗਦੀ, ਕਹਿੰਦੇ ਨੇ ਸਭ ਕੁਛ ਮੈਲਾ ਹੋ ਜਾਂਦਾ। ਉਹਦੀ ਅੰਦਰਲੀ ਸ੍ਰਿਸ਼ਟੀ ਦੇ ਸਾਰੇ ਜੀ ਜੰਤ, ਖੰਡ ਮੰਡਲ, ਬ੍ਰਹਮੰਡ, ਪਵਨ, ਪਾਣੀ, ਬਸੰਤਰ, ਹਰ ਇੱਕ ਚੀਜ਼ ਮੈਲੀ ਹੋ ਜਾਂਦੀ ਹੈ। ਪਰ ਸਟਾਰਟ ਕਿੱਥੋਂ ਹੁੰਦਾ? ਮਨ ਮੈਲ। ਜਦੋਂ ਸਾਡੇ ਵਿਚਾਰ ਮੈਲੇ ਹੋ ਜਾਂਦੇ ਹਨ ਤਾਂ ਉਹ ਮੈਲੇ ਵਿਚਾਰ ਹੀ ਅੱਗੇ ਦਾਤ ਮਨ ਵੰਡਦਾ ਹੈ, ਭਾਵ ਉਸਨੂੰ ਆਖਦੇ ਨੇ, ਕਿਉਂਕਿ ਮਨ ਸਭਨਾ ਜੀਆਂ ਦਾ ਦਾਤਾ ਹੈ। ਸਭਨਾ ਜੀਆਂ ਦਾ ਦਾਤਾ ਗੁਰਬਾਣੀ ਨੇ ਇਸ ਨੂੰ ਹੁਕਮੀ ਵੀ ਆਖਿਆ ਹੈ। ਇਹ ਹੁਕਮੀ ਵੀ ਹੈ, ਇਹ ਦਾਤਾ ਵੀ ਹੈ, ਲੇਕਿਨ ਵੰਡੇਗਾ ਉਹ ਜੋ ਇਹ ਪ੍ਰਾਪਤ ਕਰੇਗਾ। ਹੁਣ ਇੱਥੇ ਕਹਿੰਦੇ ਨੇ ਇਹਨੇ ਨਿਰਮਲ ਬਾਣੀ, ਨਿਰਮਲ ਨਾਮ ਪ੍ਰਾਪਤ ਕਰ ਲਿਆ। ਹੁਣ ਕਹਿੰਦੇ ਕਿ ਇਹਦਾ ਕੀ ਕਹਿੰਦੇ, ਪਤਾ ਕਿੱਥੋਂ? ਕਹਿੰਦੇ ਮੈਲ ਨਾ ਲੱਗ। ਫਿਰ ਮੈਲ ਨਾ ਲੱਗ, ਇਸ ਨੂੰ ਹੁਣ ਮੈਲ ਨਹੀਂ ਲੱਗਦੀ। ਫਿਰ ਇਹਦੇ ਨਾਲ ਹੁਣ ਕੀ ਹੋਏਗਾ? ਪਹਿਲਾਂ ਅਸੀਂ ਕਿ ਮਨ ਮੈਲਾ, ਸਭ ਕੁਛ ਮੈਲਾ ਹੁੰਦਾ ਸੀ। ਹੁਣ ਮਨ ਹੋ ਗਿਆ ਨਿਰਮਲ। ਹੁਣ ਇਟ ਮੀਨਸ ਸਭ ਕੁਝ ਵੀ ਨਿਰਮਲ ਹੋਏਗਾ। ਜਿਹਨੂੰ ਉੱਪਰ ਆਖ ਰਹੇ ਨੇ ਨਾ, ਸੇ ਵਡਭਾਗੀ ਜਿਨੀ ਸਤਿਗੁਰ ਪਾਇਆ, ਉੱਥੇ ਮਨ ਦੀ ਗੱਲ ਨਹੀਂ ਚੱਲ ਰਹੀ। ਹੁਣ ਮਨ ਨੂੰ ਵਡਭਾਗੀ ਨਹੀਂ ਆਖਦੇ, ਉੱਥੇ ਕਹਿ ਰਹੇ ਨੇ ਜਿਹੜਾ ਜਿਸਨੂੰ ਸ਼ਬਦ ਆਖਿਆ ਨਾ ਸਭ ਕੁਛ, ਉਹ ਸਭ, ਉਹ ਸਾਰੇ, ਜਿਸਨੂੰ ਕਹਿੰਦੇ ਨੇ ਨਾ ਹਮ ਬਾਰਿਕ ਤੁਮਰੇ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ। ਇਹ ਸਾਰੇ ਜਿਹੜੇ ਬਾਰਿਕ ਨੇ, ਜਿਹੜੇ ਆਪਣੇ ਆਪ ਨੂੰ ਹਮ ਕਹਿ ਰਹੇ ਨੇ, ਇਹ ਅੰਦਰਲੇ ਜੀ ਜਨਤਾ ਦੀ ਗੱਲ ਹੋ ਰਹੀ ਹੈ। ਵਡਭਾਗੀ ਕੌਣ ਬਣਦਾ ਹੈ? ਗੁਰਮਤਿ ਦੇ ਅਨੁਸਾਰ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ, ਕਹਿੰਦੇ ਨੇ ਵਡਭਾਗੀ ਹਰ ਸੰਗਤ ਪਾਵੈ। ਫਿਰ ਕਹਿੰਦੇ ਨੇ ਵਡਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ। ਪਹਿਲਾਂ ਇਹ ਆਪਣੇ ਆਪਣੇ ਡਬਲੀਆਂ ਵਜਾਉਂਦੇ ਸਨ, ਪਹਿਲਾਂ ਹਰ ਕੋਈ ਆਪਣੇ ਆਪਣੇ ਮਤ ਦੇ ਅਨੁਸਾਰ ਕੰਮ ਕਰਦੇ ਸੀ। ਹੁਣ ਇਹ ਸਾਰੇ ਜਿਵ ਜਿਵ ਹੁਕਮ ਤਿਵੈ ਤਿਵਕਾਰ। ਮਨ ਹੋ ਗਿਆ ਨਿਰਮਲ, ਸਾਡੇ ਵਿਚਾਰ ਹੋ ਗਏ ਨਿਰਮਲ, ਸਾਡੇ ਵਿਚਾਰ ਹੋ ਗਏ ਬਾਣੀ ਰੂਪੀ ਨਿਰਮਲ, ਨਾਮ ਰੂਪੀ ਨਿਰਮਲ ਵਿਚਾਰ ਹੋ ਗਏ। ਉਸ ਤੋਂ ਬਾਅਦ ਹੁਣ ਕੀ ਹੋ ਜਾਂਦਾ ਹੈ? ਜਦੋਂ ਮਨ ਨਿਰਮਲ ਹੋ ਜਾਂਦਾ ਹੈ ਤਾਂ ਸਭ ਕੁਝ ਵੀ ਨਿਰਮਲ ਹੋ ਜਾਂਦਾ ਹੈ। ਪਹਿਲਾਂ ਮਨ ਮੈਲਾ ਸੀ ਤਾਂ ਸਭ ਕੁਝ ਮੈਲਾ ਸੀ। ਹੁਣ ਮਨ ਨਿਰਮਲ ਹੋ ਗਿਆ ਤਾਂ ਸਭ ਕੁਝ ਹੀ ਨਿਰਮਲ ਹੋ ਗਿਆ। ਜਿਹੜੇ ਸਭ ਕੁਝ ਹੈ ਉਸ ਨੂੰ ਆਖ ਰਹੇ ਨੇ, ਕਹਿੰਦੇ ਜਿਹੜੇ ਉਹ ਸਾਰੇ ਅੰਦਰਲੇ ਜੀ ਜਨ ਸਨ ਉਹ ਵਡਭਾਗੀ ਬਣ ਜਾਂਦੇ। ਵਡਭਾਗੀ ਦਾ ਮਤਲਬ ਹਰ ਸੰਗਤ ਪਾਵੈ। ਉਹ ਹਰ ਕੌਣ ਹੈ? ਹਰ ਹੈ ਬਾਣੀ, ਹਰ ਹੈ ਸ਼ਬਦ, ਹਰ ਹੈ ਸਤਿਗੁਰੂ ਜੀ ਦੀਆਂ ਸਿੱਖਿਆਵਾਂ। ਉਹ ਹੁਣ ਕਿੱਥੇ ਆ ਕੇ ਵਸ ਗਈਆਂ ਨੇ? ਮਨ ਵਿੱਚ। ਮਨ ਹੋ ਗਿਆ ਨਿਰਮਲ, ਮਨ ਹੋ ਗਿਆ ਹਰੀ, ਮਨ ਹੋ ਗਿਆ ਹੁਕਮੀ, ਮਨ ਹੋ ਗਿਆ ਦਾਤਾ। ਕਿਉਂਕਿ ਬਾਣੀ ਹੀ ਹੈ ਨਿਰਮਲ, ਬਾਣੀ ਹੈ ਹਰ, ਤੇ ਉਹ ਹਰ ਆ ਕੇ ਕਿੱਥੇ ਵਸ ਗਿਆ? ਮਨ ਵਿੱਚ। ਤੇ ਹੁਣ ਇੱਥੇ ਕਹਿ ਰਹੇ ਨੇ ਵਡਭਾਗੀ, ਉਹ ਸਾਰੇ ਜੀ ਜਤ ਵਡਭਾਗੀ ਨੇ ਕਿਹੜੇ? ਹਰ ਸੰਗਤ ਪਾਵੇ, ਜਿਹੜੇ ਉਸ ਹਰੀ ਦੀ ਸੰਗਤ ਪਾਲ ਲੈਂਦੇ। ਕਿਉਂਕਿ ਹਰੀ ਹੁਣ ਕਿੱਥੇ ਵਸ ਰਿਹਾ? ਮਨ ਵਿੱਚ। ਇਹ ਸਾਰਿਆਂ ਨੇ ਉਹਦੀ ਸੰਗਤ ਪ੍ਰਾਪਤ ਕਰ ਲਈ। ਜੀ ਜੰਤ ਸਭ ਸ਼ਰਨ ਤੁਮਾਰੀ, ਇਹ ਸਾਰੇ ਸ਼ਰਨ ਵਿੱਚ ਆ ਗਏ ਨੇ। ਹੁਣ ਪਹਿਲਾਂ ਸ਼ਰਨ ਵਿੱਚ ਨਹੀਂ ਆਏ ਸੀ। ਇਹ ਸਾਰੇ ਜੀ ਜੰਤ ਸਰਬ ਸ਼ਰਨ ਤੁਮਾਰੀ, ਸਰਬ ਚਿੰਤ ਤੁਧ ਪਾਸੇ। ਇਹ ਹੁਣ ਸਾਰੇ ਉਸ ਹਰੀ ਦੀ ਸੰਗਤ ਆ ਗਏ ਨੇ, ਜਿਹੜਾ ਹੁਣ ਮਨ ਦੇ ਵਿੱਚ ਵਸ ਰਿਹਾ। ਤੇ ਇਹ ਵਡਭਾਗੀ, ਇਹਨਾਂ ਨੇ ਸੰਗਤ ਪ੍ਰਾਪਤ ਕੀਤੀ, ਇਹ ਵਡਭਾਗੀ ਹੋ ਗਏ। ਤੇ ਫਿਰ ਕੀ ਕੀਤਾ ਇਹਨਾਂ ਨੇ? ਵਡਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰਿ ਕੇ ਗੁਣ ਗਾਣ ਲੱਗ ਗਏ। ਜਿਹੜਾ ਹੁਣ ਮਨ ਵੀ ਨਿਰਮਲ ਬਾਣੀ ਦੇ ਗੁਣ ਗਾ ਰਿਹਾ ਸੀ, ਹੁਣ ਇਹ ਵੀ ਗਾਣ ਲੱਗ ਗਏ। ਸਾਰੇ ਜੀ ਜੰਤ ਵੀ ਗਾਣ ਲੱਗ ਗਏ। ਮਨ ਨੂੰ ਪਹਿਲਾਂ ਸਤਿਗੁਰੂ ਦੀ ਪ੍ਰਾਪਤੀ ਹੋਈ ਸੀ, ਹੁਣ ਇਹਨਾਂ ਨੂੰ ਵੀ ਹੋ ਗਈ। ਮਨ ਦੇ ਅੰਦਰੋਂ ਪਹਿਲਾਂ ਹਉਮੈ ਮੋਹ ਅੰਦਰੋਂ ਚੁੱਕਿਆ ਸੀ, ਮਨ ਦੇ ਅੰਦਰ ਨਾਮ ਵਸਿਆ ਸੀ। ਹਉਮੈ ਮੋਹ ਵਿਕਾਰ ਸਾਰੇ ਚਲੇ ਗਏ ਸੀ, ਜਿਸ ਨੂੰ ਪਿਛਲੇ ਬੰਦ ਵਿੱਚ ਆਖਰ ਇੱਕ ਸਤਿਗੁਰੂ ਜੀ ਆ ਕੇ ਗਏ ਹਨ, ਵਿਖਿਆ ਰਾਤੇ। ਪਹਿਲਾਂ ਜਿਹੜੇ ਵਿਖਿਆ ਵਿੱਚ ਮਨ ਵੀ ਰਤਿਆ ਹੋਇਆ ਸੀ, ਮਨ ਦੀ ਵੀ ਹਉਮੈ ਮੋਹ ਗਿਆ, ਵਿਖਿਆ ਗਈ। ਤੇ ਇਹ ਜੀਅ ਜਨਤਾ ਦੀ ਇਹ ਵੀ ਸ਼ਰਨ ਚ ਆ ਗਏ ਨੇ ਉਸ ਮਨ ਦੀ, ਜਿਹੜਾ ਹੁਣ ਹਰੀ ਰੂਪ ਹੋ ਗਿਆ, ਨਿਰਮਲ ਹੋ ਗਿਆ। ਇਹਨਾਂ ਦੇ ਅੰਦਰੋਂ ਵੀ ਵਿਖਿਆ ਤੇ ਹਉਮੈ ਤੇ ਮੋਹ ਗਿਆ। ਹੁਣ ਮਨ ਅੰਦਰਲੇ, ਜਿਹੜੇ ਅੰਦਰਲੇ ਦਰ ਤੇ ਮਨ ਸ਼ੋਭਾ ਪਾ ਰਿਹਾ, ਇਹ ਵੀ ਪਾਣ ਲੱਗੇ। ਇਸ ਨੂੰ ਆਖਦੇ ਨੇ ਪੰਜ ਪਰਵਾਨ, ਪੰਜ ਪ੍ਰਧਾਨ,
ਪੰਚੇ ਪਾਵੇਂ ਦਰਗਾ ਮਾਨ, ਜਿਸ ਨੂੰ ਕਹਿੰਦੇ ਨੇ ਉਹਨੇ ਦਰਗਾ ਵਿੱਚ ਮਾਨ ਪ੍ਰਾਪਤ ਕਰੇ, ਉਸੇ ਨੂੰ ਇੱਥੇ ਆਖਦੇ ਨੇ ਦਰ ਸੱਚਾ ਸ਼ੋਭਾ ਪਾਇੰਦਾ। ਮਨ ਵੀ ਸ਼ੋਭਾ ਪਾ ਰਿਹਾ ਅੰਦਰ, ਇਹ ਸਾਰੇ ਵੀ ਸ਼ੋਭਾ ਪਾ ਰਹੇ ਨੇ। ਕਿਉਂ? ਕਿਉਂਕਿ ਹੁਣ ਮਨ ਦੇ ਅੰਦਰ ਵੀ ਨਿਰਮਲ ਬਾਣੀ ਨਿਰਮਲ ਨਾਮ ਵਸ ਗਿਆ, ਮਨ ਵੀ ਨਿਰਮਲ ਬਾਣੀ ਦਾ ਸਰੂਪ ਹੋ ਗਿਆ, ਤੇ ਇਹ ਸਾਰੇ ਇਹਨਾਂ ਸਾਰਿਆਂ ਦਾ ਵੀ ਨਿਰਮਲ ਬਾਣੀ ਸਰੂਪ ਹੋ ਗਿਆ। ਇਹ ਵੀ ਮਨ ਵੀ ਹੁਕਮ ਵਿੱਚ ਚੱਲ ਰਿਹਾ। ਪਹਿਲਾਂ ਮਨ ਵੀ ਹੁਕਮ ਵਿੱਚ ਨਹੀਂ ਚੱਲਦਾ ਸੀ, ਉਸਨੂੰ ਆਖਿਆ ਜਾਂਦਾ ਸੀ ਮਨ ਮੇਰੇ ਸਤਿਗੁਰੂ ਕੇ ਭਾਣੇ ਚੱਲ। ਮਨ ਵੀ ਸਤਿਗੁਰੂ ਨਿਰਮਲ ਹੋ ਕੇ ਸਤਿਗੁਰੂ ਦੇ ਭਾਣੇ 'ਚ ਚੱਲਣ ਲੱਗ ਗਿਆ। ਤੇ ਫਿਰ ਮਨ ਹੁਕਮੀ ਹੁਕਮ ਚਲਾਏ ਰਾਹ, ਇਹਨਾਂ ਸਾਰਿਆਂ ਨੂੰ ਵੀ ਹੁਕਮ ਦੇ ਰਸਤੇ ਤੇ ਚਲਾਉਂਦਾ ਹੈ। ਇਹ ਵੀ ਚੱਲਣ ਲੱਗ ਗਏ, ਇਹ ਵੀ ਚੱਲਣ ਲੱਗੇ, ਇਹਨਾਂ ਨੂੰ ਵੀ ਸਤਿਗੁਰੂ ਪ੍ਰਾਪਤ ਹੋਇਆ। ਮਨ ਨੂੰ ਵੀ ਨਿਰਮਲ ਹੋ ਕੇ ਸਤਿਗੁਰੂ ਜੀ ਪ੍ਰਾਪਤ ਹੋ ਗਿਆ। ਹੁਣ ਸਾਰੇ ਅੰਦਰਲੇ ਦਰ ਤੇ ਸ਼ੋਭਾ ਪਾ ਰਹੇ ਹਨ। ਹਾਂਜੀ ਜੀ ਵੀਰ ਜੀ, ਮਨ ਡਰਾਈਵਿੰਗ ਫੋਰਸ ਹੈ। ਜਦੋਂ ਮਨ ਨੇ ਸਤਿਗੁਰੂ ਪਾ ਲਿਆ ਤੇ ਉਹਨੇ ਮਨ ਨੇ ਫਿਰ ਸਤਿਗੁਰੂ ਦੀ ਮੱਤ ਮੁਤਾਬਿਕ ਸਾਰਿਆਂ ਨੂੰ ਤੋੜਨਾ ਆਰੰਭ ਕਰਤਾ। ਆਪੇ ਕਰੇ ਕਰਾਏ ਆਪੇ, ਆਪੇ ਵੇਖੈ ਥਾਪ ਉਥਾਪੇ, ਗੁਰਮੁਖ ਸੇਵਾ ਮੇਰੇ ਪ੍ਰਭ ਭਾਵੈ, ਸੱਚ ਸੁਣ ਲੇਖੈ ਪਾਇੰਦਾ। ਆਪੇ ਕਰੇ ਕਰਾਏ ਆਪੇ, परमात्मा आपे करे क्योंकि सब कुछ उसके हुक्म विच वरत रहा। कराए आपे, उसके हुक्म विच ही सारे कार विहार हो रहे हैं। असी आपे करे कराए आपे, असी समझना करिए ना, असी जेकर परमात्मा दे हुक्म विच सानू ये आकार मिले हैं, लेकिन कर्मा करके सानू उस परमात्मा ने आजादी दी है। एक मच्छी का उदाहरण कई बारी सांझ बनती है कि मच्छी पानी रह रही है। हुण मच्छी नूं कहो तो पानी विचों बाहर निकल आ, वो कई लिमिटेशंस हैं, वो पानी विच रह रही है, पानी उसका जीवन है। लेकिन पानी विच उन्हें की करना है, इसकी आजादी है मच्छी। सानू उस परमात्मा ने कर्म करके आजादी दी हुई है, आजादी है। उस मुताबिक परमात्मा साडे इंज समझिए उहदे हुक्म विच ही साडे लिखे लिखे जांदे ने। जे असीं इहनूं मन दे नाल जोड़ लईए, आपे करे कराए आपे, बाहरली असीं दुनिया तकीए ते परमात्मा करन वाली ड्राइविंग फोर्स परमात्मा है, सब कुछ कर भी रहा ते करवा भी रहा। ते अंदर दी सृष्टि जिहड़ा मन गुरु दी मत लै लैंदा है, फिर आपे करे कराए आपे। अंदर सारे अंदर दे साडे ज्ञान इंद्रिय कर्म इंद्रियां नूं आपे करवांदा है। करन वाला जिहड़ा मन है साडा आपे करे कराए, आत्मा वेख भी रहा है, संभालना भी कर रहा है। कई बारी सांझ बनती है कि परमात्मा ने अपनी मौज विच सृष्टि बनाई है। जदों उसका दिल करता है मौज विच अपनी सृष्टि नूं समेट लैंदा है, ते फिर जदों दिल करता है फिर तो नवे सिरों सृष्टि बना देता है। और असी जेकर ध्यान दईए ना, थाप थापे असी ध्यान दईए, हर क्षण हर पल परमात्मा ने जो सिस्टम बनाया हुआ है, हर पल जिहड़ा सृष्टि विनाश भी हो रही है ते सृष्टि बनती भी पई है। जगह जगह ते किधरे ना किधरे अर्थक्वेक, किधरे ना किधरे ए परमात्मा का रेनोवेशन सिस्टम, ऐसा ऑटोमेटिक सिस्टम परमात्मा ने बनाया है जेड़ा हर वक्त कार विहार करता रहता है। अज कोरोना के प्रभाव तो असी सारे घर बैठे हुए हैं, इनू भी उस परमात्मा का रेनोवेशन सिस्टम समझ लीए ना, भावें मैन मेड है कोरोना या नैचुरल है, और उसी दे सिस्टम विच, उसी दे हुक्म विच कार विहार चल रहा है। रेनोवेशन सिस्टम जिहड़ी है बनती रहती है, उठावती रहती, नाश होती रहती है। अंदर दी सृष्टि भी जिहड़ी है उसी दे हुक्म विच ही बनती भी रहती है, विनाशती भी रहती है। पाओ जदों असी सच नाल जुड़ना करते हैं, अंदरों साडी जिहड़ी अवगुण वाली सृष्टि बनी होती है वो विनसदी रहती है, ते जदों गुणा नाल जुड़ते हैं ते आत्मक जीवन वाली सृष्टि साडी बनती रहती है। इसी तरीके दे नाल जदों असी विकारां नाल जुड़ते हैं ते साडे आत्मक जीवन की सृष्टि नाश होती रहती है, ते साडी अवगुणा वाली सृष्टि बनती रहती है।
ਅਸੀਂ ਨੈਗੇਟਿਵ ਵਾਲੇ ਪਾਸੇ ਜ਼ਿਆਦਾ ਟੁਰਦੇ ਰਹਿੰਦੇ ਆ। ਗੁਰਮੁਖ ਸੇਵਾ ਮੇਰੇ ਪ੍ਰਭ ਭਾਵੈ, ਗੁਰੂ ਦੇ ਅਨੁਸਾਰੀ ਹੋਇਆ ਕਾਰ ਵਿਹਾਰ ਕਹਿੰਦੇ ਨੇ ਉਸ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ, ਭਾਵੈ ਆਉਂਦਾ ਹੈ, ਚੰਗਾ ਲੱਗਦਾ ਹੈ। ਗੁਰਮੁਖ ਸੇਵਾ ਮੇਰੇ ਪ੍ਰਭ ਭਾਵੈ, ਸੱਚ ਸੁਣ ਲੇਖੇ ਪਾਇੰਦਾ। ਸੱਚ ਸੁਣ, ਸੱਚ ਸੁਣ ਕੇ ਨਾਲੇ ਨੂੰ ਸਿਆਰੀਏ, ਸੱਚ ਦੇ ਬੋਲ ਸੁਣ ਕੇ ਲੇਖੇ ਪਾਇੰਦਾ। ਆਓ ਜਦੋਂ ਸੱਚ ਮੁਤਾਬਿਕ ਜਦੋਂ ਇਹ ਮਨ ਇਹ ਤਨ ਕਾਰ ਵਿਹਾਰ ਕਰਦਾ ਹੈ, ਉਹ ਮੇਰੇ ਪ੍ਰਮਾਤਮਾ ਨੂੰ ਕਬੂਲ ਹੋ ਜਾਂਦਾ ਹੈ, ਲੇਖੇ ਪਾਇੰਦਾ। ਭਾਵ ਕਬੂਲ ਕਰ ਲੈਂਦਾ ਹੈ, ਪ੍ਰਵਾਨ ਕਰ ਲੈਂਦਾ ਹੈ। ਜਿਹੜੇ ਸਾਡੇ ਸੱਚ ਦੇ ਬੋਲ ਹਨ, ਜਿਹੜੇ ਸਾਡੇ ਸੱਚ ਦੇ ਕਰਮ ਹਨ, ਉਹ ਪ੍ਰਮਾਤਮਾ ਪ੍ਰਵਾਨ ਕਰਦਾ ਹੈ, ਉਸਦੇ ਦਰ ਤੇ ਪ੍ਰਵਾਨ ਹੋ ਜਾਂਦੇ ਨੇ। ਜੀ ਅਰਵਿੰਦਰ ਜੀ। ਇੱਕ ਮਹਿਲਾ ਪਹਿਲਾ ਦਾ ਸ਼ਬਦ ਹੈ, ਆਪੇ ਬਹੁਵਿਧ ਰੰਗਲਾ ਸਖੀਏ ਮੇਰਾ ਲਾਲ। ਉਹਦੇ ਅੰਦਰ ਸਾਰੇ ਜਿਹੜੇ ਉਦਾਹਰਨ ਨੇ, ਕਹਿੰਦੇ ਨੇ ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ, ਆਪੇ ਜਾਲ ਮਣਕੜਾ, ਆਪੇ ਅੰਦਰ ਲਾਲ। ਉਹਦਾ ਸਾਰੇ ਨਾ ਵੀ ਤੂੰ ਪਾਣੀ ਵੀ ਤੂੰ ਹੈ, ਮੱਛੀ ਵੀ ਤੂੰ ਹੈ। ਉਹਦੇ ਅੰਦਰ ਜਿਹੜਾ ਉਹ ਮੀਟ ਦਾ ਟੁਕੜਾ ਫਸਾਇਆ ਜਾਂਦਾ ਮੱਛੀ ਨੂੰ ਫਸਾਉਣ ਵਾਸਤੇ, ਉਹ ਵੀ ਤੂੰ ਹੈ। ਸਾਰਾ ਕੁਝ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਗਲ ਸਮਗਰੀ ਜਾ ਕਾ ਤਨਾ, ਕਹਿੰਦੇ ਸਹਿਜ ਤਬ ਨੈਣ ਨਨ ਨੈਣ ਹੈ ਤੋਏ ਕੋ, ਸਹਿਜ ਮੂਰਤ ਨਨਾ ਏਕ ਤੋਈ। ਸਾਰਿਆਂ ਵਿੱਚ ਜਿਹੜਾ ਹੈ ਨਾ ਉਹ ਤੂੰ ਅੰਦਰ ਤੂੰ ਦਾਤਾ ਦੇਣ ਵਾਲਾ ਵੀ ਆਪ, ਕਹਿੰਦੇ ਤੂੰ ਆਪੇ ਦਾਤਾ ਆਪੇ ਭੁਗਤਾ ਜੀ। ਸਾਰਿਆਂ ਨੂੰ ਦਾਤਾ ਦੇਣ ਵਾਲਾ ਵੀ ਤੂੰ ਹੈ, ਉਹ ਸਾਰਿਆਂ ਵਿੱਚ ਬਹਿ ਕੇ ਉਹ ਦਾਤਾ ਭੋਗਣ ਵਾਲਾ ਵੀ ਤੂੰ ਹੈ। ਇਹ ਕਹਿੰਦੇ ਨੇ ਆਪੇ ਕਰੇ। ਕਈ ਬੰਦੇ ਇਹਦਾ ਨਜਾਇਜ਼ ਫਾਇਦਾ ਵੀ ਉਠਾਉਂਦੇ ਨੇ। ਉਹ ਕਹਿੰਦੇ ਜੇ ਫਿਰ ਰੱਬ ਕਰਨ ਵਾਲਾ ਹੈ ਤਾਂ ਜੋ ਰੱਬ ਸ਼ਰਾਬ ਨੂੰ ਦਿੰਦਾ ਪਿਆ, ਮੈਂ ਸ਼ਰਾਬ ਪੀਣਾ ਪਿਆ, ਮੈਂ ਕਿਹੜਾ ਮਾੜਾ ਕੰਮ ਕੀਤਾ। ਕਿਉਂਕਿ ਇਹ ਪੰਕਤੀ ਜਿਹੜੀ ਲਾਈਨਾਂ ਨੇ ਹੋਰ ਸਾਨੂੰ ਥੋੜਾ ਐਸਪੈਕਟ ਇਹ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਜਦ ਤੱਕ ਉਹ ਰੱਬ ਦੀ ਜੋਤ ਸਾਡੇ ਵਿੱਚ ਹੈ ਅਸੀਂ ਕੁਝ ਕਰ ਪਾਉਂਦੇ ਹਾਂ। ਜੋ ਕਹਿੰਦੇ ਜਬ ਆਪਣੀ ਜੋਤ ਖਿੰਚੈ ਤੂੰ ਸੁਆਮੀ, ਜਦੋਂ ਮਾਲਕ ਨੇ ਆਪਣੀ ਜੋਤ, ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਜਦੋਂ ਰੱਬ ਨੇ ਆਪਣੀ ਜੋਤ ਕਿਸੇ ਸਰੀਰ ਤੋਂ ਖਿੱਚ ਲਿੱਤੀ ਨਾ, ਕਹਿੰਦੇ ਜਬ ਆਪਣੀ ਜੋਤ ਖਿੰਚੈ ਤੂੰ ਸੁਆਮੀ, ਤਬ ਕੋਈ ਕਰੋ ਦਿਖਾ ਵਖਾਣ। ਹੈ ਸਾਰੇ ਅੰਦਰ ਉਹ ਰੱਬ ਹੀ ਬੈਠਿਆ ਹੋਇਆ। ਜੇ ਜਿਹੜਾ ਬੰਦਾ ਕੋਈ ਮਨਮੁਖ ਹੈ, ਉਹਦੇ ਅੰਦਰ ਵੀ ਕੋਈ ਜਿਹੜੀ ਅੰਦਰ ਜੋਤ ਬੈਠੀ ਹੋਈ ਹੈ ਨਾ, ਕਹਿੰਦਾ ਜਿਚਰ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ ਬੋਲੈ, ਵਿਣ ਜੋਤੀ ਕੋਈ ਕਿਛ ਕਰੋ ਦਿਖਾ ਸਿਆਣੀ। ਹਰ ਇੱਕ ਦੇ ਵਿੱਚ ਜਿਹੜੀ ਹੈ ਨਾ ਉਹ ਪਾਵਰ ਇਲੈਕਟ੍ਰਿਸਿਟੀ ਦੇ ਨਾਲ ਉਹ ਕਿਸੇ ਨੂੰ ਬੁਚਰ ਕਰਨ ਦੀ ਮਸ਼ੀਨ ਗਿਲੋਟਿਨਸ ਵੀ ਬਣ ਸਕਦੀਆਂ ਨੇ, ਤੇ ਉਹੀ ਇਲੈਕਟ੍ਰਿਸਿਟੀ ਦੇ ਨਾਲ ਜਿਹੜੀ ਹੈ ਨਾ ਉਹ ਹਸਪਤਾਲ ਦੇ ਮਸ਼ੀਨਾਂ ਵੀ ਚਲਦੀਆਂ ਨੇ ਜਿਹਦੇ ਨਾਲ ਕਿਸੇ ਦੀ ਜਾਨ ਬਚਾਈ ਜਾ ਸਕੇ। ਸਾਰਿਆਂ ਦੇ ਵਿੱਚ ਜਿਹੜਾ ਬੇਸਿਕ ਪਾਵਰ ਬੈਠਿਆ ਹੋਇਆ ਨਾ, ਉਹ ਸਾਰਿਆਂ ਦੇ ਵਿੱਚ ਉਸ ਪਰਮਾਤਮਾ ਦੀ ਜੋਤ ਹੀ ਹੈ। ਹਰ ਇੱਕ ਕੰਮ ਕਰਨ ਵਾਲਾ, ਹਰ ਇੱਕ ਕੋਲੋਂ ਕੰਮ ਕਰਵਾਉਣ ਵਾਲਾ, ਆਪੇ ਕਰੇ ਕਰਾਏ ਆਪੇ। ਫਿਰ ਅੱਗੇ ਦੇ ਗੁਰੂ ਕਿੰਨਾ ਸਪਸ਼ਟ ਕਰਦੇ ਆ, ਕਹਿੰਦੇ ਆਪੇ ਵੇਖੈ ਥਾਪ ਥਾਪੇ। ਲੇਕਿਨ ਫਿਰ ਜੋ ਜੀ ਕਰੀ ਜਾਂਦਾ ਪਿਆ ਨਾ, ਕਿਉਂਕਿ ਰੱਬ ਨੇ ਤੁਹਾਨੂੰ ਗੁਰੂ ਵੀ ਨਾਲ ਦਿੱਤਾ ਹੋਇਆ। ਹਾਂ, ਹਾਲਾਂਕਿ ਬੇਸਿਕ ਸੋਰਸ ਤੇ ਉਹ ਪਾਵਰ ਤੇ ਉਹ ਰੱਬ ਦੀ ਹੈ, ਲੇਕਿਨ ਉਹ ਤੇਰੇ ਹਰ ਇੱਕ ਕੀਤੇ ਹੋਏ ਕਰਮ ਨੂੰ ਵਾਚਦਾ। ਕਹਿੰਦੇ ਕਰਮੀ ਕਰਮੀ ਹੋਏ ਵਿਚਾਰ, ਵੀ ਉਹ ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ। ਕਹਿੰਦੇ ਆਪੇ ਵੇਖੈ ਨਾਨਕ ਹੁਕਮੈ ਅੰਦਰ ਵੇਖੈ। ਜੋਤ ਉਹਦੀ ਹੈ, ਉਹਨੇ ਤੈਨੂੰ ਕਿਰਿਆ ਕਰਨ ਦੀ ਆਜ਼ਾਦੀ ਦਿੱਤੀ ਹੈ, ਲੇਕਿਨ ਨਾਲ ਗੁਰੂ ਹੈ, ਨਾਲ ਕਸਵੱਟੀ ਰੱਖੀ ਹੋਈ ਹੈ। ਉਹ ਤੇਰੇ ਹਰ ਇੱਕ ਕੀਤੇ ਹੋਏ ਕਰਮ ਨੂੰ ਪਰਖਦਾ ਹੈ। ਕਹਿੰਦੇ ਵੀ ਉਹ ਨਾਨਕ ਹੁਕਮੈ ਅੰਦਰ ਵੇਖੈ। ਇੱਕ ਹੋਰ ਬੰਦਾ ਕਹਿੰਦਾ ਇੱਕ ਨਾ ਹੁਕਮ ਸਮਾਇਲ ਹੈ, ਇੱਕ ਨਾ ਹੁਕਮੇ ਕਰੇ ਵਿਨਾਸ਼। ਕਹਿੰਦੇ ਥਾਪ ਥਾਪੇ ਕਿਸੇ ਨੂੰ ਸਟੈਬਲਿਸ਼ ਕਰ ਲੇਗਾ। ਕੋਈ ਜਿਹੜੇ ਨੇ ਉਹ ਪਿਤਾ ਜਾਤ ਹੋ ਜਾਣਗੇ, ਇੱਕ ਜਿਹੜੇ ਨੇ ਉਹ ਇਤਨੀ ਜਨਮ ਜੂਵੇ ਹਾਰਿਆ ਵਾਲੇ ਵੀ ਹੋ ਜਾਣਗੇ। ਉਹ ਆਪੇ ਵੇਖੈ, ਉਹ ਸਾਰਿਆਂ ਦੇ ਕੀਤੇ ਹੋਏ ਕਰਮਾਂ ਦੀ ਪੜਚੋਲ, ਉਹਨਾਂ ਦਾ ਜੋ ਕਰਦੇ ਪਏ ਨਾ, ਉਹ ਲੇਖਾ ਜੋਖਾ ਕਹਿੰਦੇ ਸਭਨਾ ਕਾ ਦਰ ਲੇਖਾ ਹੋਏ। ਫਿਰ ਪ੍ਰਵਾਨ ਕੌਣ ਨੇ? ਹੈ ਹਰ ਇੱਕ ਵਿੱਚ ਉਸ ਰੱਬ ਦੀ ਜੋਤ ਵਰਦੀ ਪਈ ਹੈ, ਇੱਧਰ ਕੋਈ ਸ਼ੱਕ ਨਹੀਂ। ਜਿਸ ਦਿਨ ਉਹ ਜੋਤ ਨਿਕਲ ਗਈ ਨਾ ਤੂੰ ਕੋਈ ਚੰਗਾ ਕਰ ਸਕਦਾ, ਨਾ ਤੂੰ ਮਾੜਾ ਕਰ ਸਕਦਾ। ਕਹਿੰਦੇ ਵੀ ਉਹ ਪ੍ਰਵਾਨ ਬੰਦੇ ਕੌਣ ਨੇ? ਕਹਿੰਦੇ ਗੁਰਮੁਖ ਸੇਵਾ ਮੇਰੇ ਪ੍ਰਭ ਭਾਵੈ। ਜਦ ਤੱਕ ਤੇਰੇ ਵਿੱਚ ਜੋਤ ਸੀ, ਗੁਰੂ ਤੈਨੂੰ ਕਹਿੰਦਾ ਵੀ ਕਰਮੀ ਕਰਮੀ ਹੋਏ ਵਿਚਾਰ। ਧਰਮਖੰਡ ਦੀ ਪੰਕਤੀ ਹੈ ਨਾ, ਤੇਰੇ ਹਰ ਇੱਕ ਕੀਤੇ ਕਰਮ ਦੀ ਵਿਚਾਰ ਕੀਤੀ ਜਾਣੀ। ਲੇਖੇ ਸਾਹ ਲਵਾਈਏ ਪੜੇ ਕੇ ਪੁੱਛਣ ਜਾਓ, ਤੇਰੇ ਹਰ ਇੱਕ ਤੋਂ ਲੇਖੇ ਖਾਣਾ ਲੇਖੇ ਸਭ ਕੁਝ ਸ਼ਬਦ ਸਾਰਾ ਹੁਕਮ ਹੀ ਹੈ।
तेरे हर एक कीते कर्मां दा लेखा जोखा तेन देना पेगा। जोत तेरे विचों परमात्मा, जिस दिन परमात्मा ने जोत खिंच लीती तेरा को काम खत्म हो जाएगा और परमात्मा तेरे हर एक कीते कर्म दी पड़चोल पै करदा है। कहंदा उन्हां विचों जेड़े बंदे गुरमुख बन के सेवा करदे ने, ਅਸੀਂ ਕੋ ਪੰਕਤੀਆਂ ਨੇ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਪੈਸਨ ਪਾਈਏ। ਕਿਹੜੀ ਸੇਵਾ ਵੀ ਅਸੀਂ ਕਰਨੇ। ਮੇਰੇ ਕਈ ਬੰਦੇ ਨੇ ਜਿਹੜੇ ਵੀ ਉਹ ਕਹਿੰਦਾ, ਕਈ ਬੰਦੇ ਜਿਹੜੇ ਬਹੁਤ ਸਾਰੇ ਕੰਮ ਕਰਦੇ ਕਹਿੰਦੇ ਨੇ ਵੀ ਇੱਕ ਅੰਨ ਨਾ ਖਾਏ ਤੇ ਇੱਕ ਅੰਨ ਨਾ ਖਾਏ ਮੂਰਖ ਤੇ ਨਾ ਕਿਆ ਕੀ ਜਾਈ। ਉਹ ਆਪਣੇ ਵੱਲੋਂ ਸੇਵਾ ਕਰਦੇ, ਮੈਨੂੰ ਸਮਝ ਮੈਨੂੰ ਕਿ ਮੈਂ ਕੋਈ ਰੱਬ, ਮੈਂ ਕੋਈ ਧਾਰਮਿਕ ਕਿਰਿਆ ਕਰਨਾ ਪਿਆ। ਇੱਕ ਅੰਨ ਨਾ ਖਾਈ ਮੂਰਖ। ਇੱਕ ਹੋਰ ਥਾਂ ਤੇ ਕਹਿੰਦੇ ਨੇ ਵੀ ਉਹ ਕਹਿੰਦਾ ਵੀ ਸਗਲ ਅਸਰਮ ਕੀਨੇ ਮਨੁਆ ਨੇ ਪਤੀ ਨੇ ਵਿਵੇਕਹੀਨ। ਵਿਵੇਕ ਕਹਿੰਦੇ ਨੇ ਇੰਟੈਲੈਕਚੁਅਲ ਮਾਈਂਡ ਨੂੰ, ਜਿਹੜਾ ਨੌਨ ਇੰਟੈਲੈਕਚੁਅਲ ਮਾਈਂਡ ਹੈ ਕਹਿੰਦੇ ਉਹ ਵਿਵੇਕਹੀਨ ਦੇ ਹੀ ਧੋਏ। ਉਹ ਗੁਰੂ ਨੂੰ ਪੁੱਛਦਾ ਨਹੀਂ ਪਿਆ। ਉਹ ਵਿਵੇਕਹੀਨ, ਜਿਹਦੇ ਅੰਦਰ ਵਿਵੇਕ ਨਹੀਂ ਹੈ, ਇੱਕ ਐਨਾਲਿਟੀਕਲ ਮਾਈਂਡ ਨਹੀਂ ਹੈ, ਜੋ ਸੋਚਣਾ ਸਮਝਣਾ ਨਹੀਂ ਠੀਕ ਤਰ੍ਹਾਂ ਨਾਲ ਜਾਂਦਾ, ਕਹਿੰਦਾ ਵਿਵੇਕਹੀਨ ਦੇ ਹੀ ਧੋਏ। ਉਹ ਸਰੀਰ ਨੂੰ ਇਸ਼ਨਾਨ ਕਰਾਉਂਦਾ ਫਿਰਦਾ ਵੱਖ-ਵੱਖ ਤੀਰਥਾਂ ਦੇ ਉੱਤੇ। ਕਹਿੰਦੇ ਕੁਝ ਦਿਨ ਸਾਨੂੰ ਪੰਕਤੀ ਕਹਿੰਦੇ ਨੇ ਗੁਰਮੁਖ ਕਾਰ ਕਰੇ ਪ੍ਰਭ ਭਾਵੈ। ਰੱਬ ਨੂੰ ਚੰਗਾ ਕੀ ਲੱਗਦਾ ਹੈ? ਜਦੋਂ ਤੂੰ ਗੁਰੂ ਨੂੰ ਪੁੱਛ ਕੇ ਕੰਮ ਕਰੇਗਾ ਨਾ। ਧਾਰਮਿਕ ਕਿਰਿਆਵਾਂ ਵੀ ਅਸੀਂ ਕਈ ਵਾਰ ਮੈਨੂੰ ਬਹੁਤ ਬੜੇ ਉਦਾਹਰਨ ਐਸ ਐਗਜ਼ਾਮਪਲ ਲੈਣੇ ਪੈਂਦੇ ਕਿ ਅੱਜ ਪ੍ਰੈਜ਼ੈਂਟ ਡੇ ਦਾ ਐਗਜ਼ਾਮਪਲ ਹੈ, ਅੱਜ ਦੇ ਐਗਜ਼ਾਮਪਲ ਨਹੀਂ ਲਵਾਂਗੇ। ਤੇ ਅੱਜ 2 ਕਰੋੜ ਰੁਪਏ ਦੀ ਫੁੱਲਾਂ ਦੀ ਡੈਕੋਰੇਸ਼ਨ ਅਸੀਂ ਕਿੰਨੀ ਵਾਰ ਦੇਖ ਚੁੱਕੇ ਹਾਂ ਵੀ ਪਿਛਲੇ 1 ਸਾਲ 2 ਸਾਲਾਂ ਅੰਦਰ ਕਿੰਨੀ ਵਾਰ ਸਾਨੂੰ WhatsApp ਦੇ ਉੱਤੇ ਆ ਚੁੱਕਿਆ ਰਹੇਗਾ। ਦਰਬਾਰ ਸਾਹਿਬ ਫਲਾਣੇ ਬੰਦੇ ਨੇ 1 ਕਰੋੜ ਦੀ ਜਾਂ 2 ਕਰੋੜ ਦੀ ਫੁੱਲਾਂ ਦੀ ਡੈਕੋਰੇਸ਼ਨ ਕੀਤੀ। ਉਹ ਬਾਈ ਫਲਾਈਟ ਉਹ ਇਤਨੇ ਕਰੋੜ ਰੁਪਏ ਇਸ ਦੇਸ਼ ਤੋਂ ਫੁੱਲ ਆਏ। ਉਹਨਾਂ ਨੂੰ ਕੀ ਕਵਾਂਗੇ ਵੀ ਗੁਰਮੁਖ ਸੇਵਾ ਹੈ ਕਿ ਇਹਨੂੰ ਗੁਰੂ ਨੂੰ ਪੁੱਛਿਆ ਸੀ ਇਹ ਸੇਵਾ ਗੁਰੂ ਨੂੰ ਪ੍ਰਵਾਨ ਹੈ? ਗੁਰੂ ਤਾਂ ਕਹਿੰਦਾ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ ਬੜਿਆ ਸਿਓ ਕਿਆ ਰੀਸ, ਜਿੱਤੇ ਨੀਚ ਸੰਭਾਲੀ ਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਠੀਕ ਹੈ, ਅਸੀਂ ਸਤਿਗੁਰੂ ਪੁੱਛਣਾ ਮਾਰਗ ਚਾਲੀ। ਅਸੀਂ ਆਪਣੇ ਮੈਨੂੰ ਚੰਗਾ ਲੱਗਦਾ ਤੂੰ ਕਰੀ ਜਾ, ਕੋਈ ਰੋਕ ਨਹੀਂ ਸਕਦਾ ਤੈਨੂੰ। ਗੁਰੂ ਤੈਨੂੰ ਕੇਵਲ ਗਿਆਨ ਦੇ ਸਕਦਾ। ਕਹਿੰਦੇ ਲੇਕਿਨ ਜਿਹੜੇ ਗੁਰਮੁਖ ਬਣ ਕੇ ਸੇਵਾ ਕਰਦੇ ਨੇ ਨਾ, ਸਾਰਿਆਂ ਵਿੱਚ ਜੋਤ ਉਸ ਪਰਮਾਤਮਾ ਦੀ ਹੈ। ਹਰ ਇੱਕ ਨੂੰ ਆਪਣੇ ਕੀਤੇ ਕਰਮਾਂ ਦਾ ਲੇਖਾ ਜੋਖਾ ਵੀ ਦੇਣਾ ਪਏਗਾ ਜੋ ਕੀਤਾ ਹੈ। ਜੇ ਤੂੰ ਗੁਰੂ ਕੋਲੋਂ ਪੁੱਛੇ ਬਿਨਾਂ ਕੰਮ ਕੀਤੇ, ਤੂੰ ਆਪਣਾ ਤੇਰਾ ਹਿਸਾਬ ਕਿਤਾਬ ਤੂੰ ਆਪੇ ਦੇਖ ਲੈ। ਕਹਿੰਦਾ ਵੀ ਗੁਰਮੁਖ ਸੇਵਾ ਮੇਰੇ ਪ੍ਰਭ ਭਾਵੇ। ਜਿਨ੍ਹਾਂ ਨੇ ਗੁਰਮੁਖ ਬਣ ਕੇ ਸੇਵਾ ਕੀਤੀ ਵਿੱਚ ਦੁਨੀਆ ਸੇਵ ਕਮਾਈਏ। ਜਦ ਤੱਕ ਤੂੰ ਦੁਨੀਆ ਵਿੱਚ ਹੈ ਕੋਈ ਕਹਿੰਦਾ ਜੀਵਤ ਬੰਧਨ ਤੋੜੇ, ਜਦ ਤੱਕ ਤੂੰ ਜਿਉਂਦਿਆਂ ਜੀ ਹੀ ਬੰਧਨ ਤੋੜਨੇ ਨੇ। ਲੇਕਿਨ ਜੇ ਗੁਰੂ ਨੂੰ ਨਾ ਪੁੱਛਿਆ ਨਾ, ਇਹ ਤੇਰੇ ਬੰਧਨ ਹੋਰ ਪੈ ਜਾਣਗੇ ਤੇਰੇ ਉੱਤੇ। ਨੇ ਗੁਰਮੁਖ ਸੇਵਾ ਮੇਰੇ ਪ੍ਰਭ ਭਾਵੈ, ਸੱਚ ਸੁਣ ਲੇਖੈ ਪਾਏਂਦਾ। ਉਹ ਸੁਣ ਕੇ ਤੇ ਇਹਨਾਂ ਨੇ ਵੀ ਉਹ ਸੱਚ ਨੂੰ ਸੁਣਦਾ ਵੀ ਹੈ, ਲਿਖਦਾ, ਉਹ ਸੱਚੇ ਆਪਣੇ ਜਿਹੜੇ ਲਿਖਦਾ ਪਿਆ ਨਾ, ਉਹ ਸਾਰਿਆਂ ਨੂੰ ਉਹ ਥਾਂ ਹੀ ਪਵਾਉਂਦਾ ਪਿਆ। ਉਹ ਆਪਣੇ ਹਰ ਇੱਕ ਕਰਮ ਜਿਹੜਾ ਨਾ ਉਹ ਪਰਮਾਤਮਾ ਉਹ ਕਿਸੇ ਅਕਾਊਂਟ ਵਿੱਚ ਪੈਂਦੇ ਪਿਆ, ਐਵੇਂ ਵੇਸਟ ਨਹੀਂ ਹੁੰਦੇ। ਹਾਂਜੀ ਜੀ ਵੀਰ ਜੀ, ਜਦੋਂ ਤੱਕ ਅਸੀਂ ਭਰਮ ਕਰਕੇ ਧਰਮ ਦੇ ਕਾਰ ਕਰੀ ਜਾਂਦੇ ਆ ਨਾ, ਤੇ ਉਹ ਗੁਰੂ ਦੇ ਅੱਗੇ ਕਬੂਲ ਨਹੀਂ ਹੈ। ਭਰਮ ਦੇ ਕਰਮ ਜਿਹੜੇ ਹਨ ਉਹ ਬਿਲਕੁਲ ਵੀ ਕਬੂਲ ਨਹੀਂ ਹੈ। ਜੀ ਵਿੰਦਰੀ ਭੂਆ ਜੀ। ਹਾਂਜੀ, ਆਪੇ ਕਰੇ ਕਰਾਏ ਆਪੇ ਵੇਖੇ ਥਾਪ ਥਾਪੇ। ਇਹ ਉਸ ਅਵਸਥਾ ਦੀ ਗੱਲ ਕਰਨ ਜਿਹੜੀ ਅੰਦਰ ਦੀ ਹੈ, ਜਿਹੜਾ ਮਨ ਵਡਭਾਗੀ ਹੋ ਗਿਆ, ਜੋ ਨਿਰਮਲ ਹੋ ਗਿਆ, ਪਵਿੱਤਰ ਹੋ ਗਿਆ। ਫਿਰ ਉਸਦੇ ਮਨ ਦੇ ਉੱਪਰ ਕਿਸ ਦਾ ਰਾਜ ਹੋ ਗਿਆ? ਇੱਕ ਦਾ। ਫਿਰ ਉਹੀ ਜਿਹੜਾ ਮਨ ਹੈ ਉਹ ਆਪ ਵੀ ਕਰਦਾ, ਨਾਲ ਪੂਰੇ ਆਪਣੇ ਅੰਗਾਂ ਨੂੰ, ਪੂਰੇ ਪਰਿਵਾਰ ਨੂੰ ਵੀ ਉਸੇ ਪਾਸੇ ਲਗਾਉਂਦਾ ਹੈ। ਆਪੇ ਵੇਖੇ ਥਾਪ ਉਥਾਪੇ। ਵੇਖੇ ਹੈ ਦੇਖਭਾਲ, ਥਾਪ ਹੈ ਟੂ ਕ੍ਰੀਏਟ ਬਣਾਣਾ, ਉਥਾਪੇ ਹੈ ਮਿਟਾਣਾ, destroy. That means we are the creators, we are the sustainers and we are the destroyers. ਜਦੋਂ ਇੱਕ ਸਾਡੇ ਮਨ ਦੇ ਉੱਪਰ ਬੈਠ ਗਿਆ, ਅਸੀਂ ਆਪਣੇ ਇਸ ਤਿੰਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਅਗਰ ਦੇਖਿਆ, ਅੰਦਰ ਦੀ ਸ੍ਰਿਸ਼ਟੀ ਜਿਹੜੀ ਅਸੀਂ ਸਾਜਦੇ ਹਾਂ, ਅਸੀਂ ਕ੍ਰੀਏਟ ਕਰਨ ਵਾਲੇ ਅਸੀਂ ਆਪ ਹੀ ਹੈਗੇ। ਜਦੋਂ ਮਨ ਹੁੰਦਾ ਹੈ ਅੱਛੀ ਸ੍ਰਿਸ਼ਟੀ ਪੈਦਾ ਕਰਦਾ ਹੈ। ਮਨ ਜਦ ਬੁਰਾਈ ਪੈਂਦਾ ਹੈ ਤਾਂ ਗਲਤ ਸ੍ਰਿਸ਼ਟੀ ਪੈਦਾ ਕਰਦਾ ਹੈ, ਔਰ ਗਲਤ ਪੈਦਾ ਕਰਕੇ ਉਸਨੂੰ ਦੇਖਭਾਲ ਵੀ ਕਰਦਾ ਹੈ। ਬਟ ਅਗਰ ਇਹ ਮਨ ਜਿਹੜਾ ਵਡਭਾਗੀ ਹੋ ਚੁੱਕਾ ਹੈ, ਉਹ ਆਪਣੇ ਅੰਦਰ ਦਾ ਜਿਹੜਾ ਸੰਸਾਰ, ਜਿਹੜੇ ਵਿਚਾਰਾਂ ਤੇ ਅਵਗੁਣਾਂ ਨਾਲ ਬਣਾਇਆ ਹੋਇਆ ਹੈ, ਉਹ ਅੱਛਾ ਵੀ ਬਣਾਉਂਦਾ ਹੈ ਔਰ ਉਸਨੂੰ ਸਸਟੇਨ ਵੀ ਕਰਦਾ ਹੈ। ਕਰਦਾ ਕੌਣ ਹੈ? ਉਹ ਆਪੇ ਹੀ ਕਰਦਾ ਹੈ। ਔਰ ਅਗਰ ਕੋਈ ਕੂੜ ਆ ਜਾਏ ਉਸਨੂੰ ਡਿਸਟਰੋਏ ਵੀ ਕਰ ਦਿੰਦਾ ਹੈ। ਇਹੀ ਗੁਰਮੁਖ ਸੇਵਾ ਮੇਰੇ ਪ੍ਰਭ ਪਾਵੇ। ਇਹੀ ਉਸਦੀ ਸੇਵਾ ਜਿਹੜਾ ਗੁਰਮੁਖ ਕਰਦਾ ਹੈ,
ਜੋ ਉਸ ਇੱਕ ਨੂੰ ਪਾਉਂਦਾ ਦਾ ਮਤਲਬ ਕਿ ਅਸੀਂ ਇੱਕ ਦੇ ਨਾਲ ਟਿਊਨਡ ਹੋ ਗਏ ਹਾਂ। ਔਰ ਜਦੋਂ ਅਸੀਂ ਟਿਊਨਡ ਹੋ ਗਏ ਇਹੀ ਗੱਲ ਉਸ ਨੂੰ ਪਾਉਂਦੀ ਹੈ ਜਿਹੜੀ ਸ੍ਰਿਸ਼ਟੀ ਅਸੀਂ ਬਣਾਈ ਅੰਦਰ, ਸੱਚ ਸੁਣ ਲੇਖੇ ਪਾਏਦਾ। ਫਿਰ ਜਦੋਂ ਸਾਡਾ ਮਨ ਸੁਣਦਾ ਹੈ, ਮਨ ਸੱਚ ਸੁਣਨ ਦਾ ਹੈ ਕਿ ਜਦੋਂ ਉਸ ਸੱਚ ਦੀ ਗੱਲ ਨੂੰ ਮੰਨ ਲਿੱਤਾ, ਉਸਦੇ ਹੁਕਮ ਨੂੰ ਪਹਿਚਾਨ ਕੇ ਉਸ ਮਸਤਕ ਤੇ ਚੱਲ ਗਏ, ਫਿਰ ਉਸਦੇ ਲੇਖੇ ਪਾਏਦਾ ਹੈ ਕਿ ਉਸਦਾ ਜਿਹੜਾ ਫਰੂਟ ਹੈ, ਉਹਦਾ ਜਿਹੜਾ ਨਤੀਜਾ ਹੈ, ਉਹ ਸਾਰ ਨਾਲ ਨਾਲ ਹੀ ਮਿਲ ਜਾਂਦਾ ਹੈ। ਇਹ ਹੈ ਅੰਦਰ ਦੀ ਸਾਰੀ ਖੇਡ। ਹਾਂਜੀ ਜੀ ਜੀ ਬਿਲਕੁਲ ਸੁਣ ਦਾ ਭਾਵ ਮੰਨਣ ਦੇ ਉੱਤੇ ਟਿਕਿਆ ਹੁੰਦਾ, ਬਿਲਕੁਲ ਸੁਣਨ ਦਾ। ਅਸੀਂ ਅਕਸਰ ਤੱਕੀਏ ਨਾ, ਮਾਂ ਬੱਚੇ ਨੂੰ ਆਵਾਜ਼ ਦਿੰਦੀ ਹੈ, ਬੱਚਾ ਕਹਿੰਦਾ ਮੈਂ ਆ ਰਿਹਾ, ਫਿਰ ਆਵਾਜ਼ ਦਿੰਦੀ ਹੈ, ਫਿਰ ਨਹੀਂ ਆਉਂਦਾ ਬੱਚਾ, ਫਿਰ ਕੀ ਕਹਿੰਦੀ ਹੈ, ਤੈਨੂੰ ਸੁਣਦਾ ਨਹੀਂ। ਸੁਣ ਤੇ ਰਿਹਾ ਸੀ ਬੱਚੇ ਨੂੰ, ਕਈਆਂ ਤੇ ਕਹਿ ਰਿਹਾ ਮੈਂ ਆ ਰਿਹਾ, ਪਰ ਮੰਨਿਆ ਨਹੀਂ। ਇਸ ਲਈ ਮਾਂ ਕਹਿੰਦੀ ਹੈ ਤੂੰ ਸੁਣਦਾ ਨਹੀਂ, ਤੈਨੂੰ ਸੁਣਦਾ ਤੇ ਸੀ, ਮੰਨਿਆ ਨਹੀਂ। ਬਿਲਕੁਲ ਸੁਣਨ ਜਿਹੜਾ ਹੈ, ਸੁਣਨਾ ਜਿਹੜਾ ਹੈ, ਉਹ ਮੰਨਣ ਦੇ ਉੱਤੇ ਟਿਕਿਆ। ਗੁਰੂ ਸਾਹਿਬ ਸੁਣਨ ਦੀ ਵੀ ਜ਼ਿਕਰ ਕਰਦੇ ਹਨ ਤੇ ਨਾਲ ਉਹਨੂੰ ਮੰਨਣ ਦੇ ਆਧਾਰ ਤੇ ਵੀ ਗੱਲ ਕਰਦੇ ਹਨ। ਹਾਂਜੀ ਸੁਖਿੰਦਰ ਵੀਰ ਜੀ। ਹਾਂਜੀ ਵੀਰ ਜੀ, ਇੱਥੇ ਲਫ਼ਜ਼ ਲਾਇਆ ਨਾ ਆਪੇ ਕਰੇ, ਪਹਿਲਾਂ ਆਪੇ ਉਹ ਕਰਦਾ ਹੈ, ਉਹ ਆਪੇ ਕੌਣ ਹੈ? ਕਿਉਂਕਿ ਜੇ ਅਸੀਂ ਨਾ ਅੱਜ ਤੱਕ ਸਿਰਫ ਇੱਥੇ ਪ੍ਰਮਾਤਮਾ ਦੀ ਗੱਲ ਹੀ ਕਰਦੇ ਆ ਰਹੇ ਵੀ ਉਹ ਆਪ ਵੀ ਕੋਈ ਕਾਰ ਕਰਦੇ ਆ। ਜੇ ਅਸੀਂ ਇੱਥੇ ਪ੍ਰਮਾਤਮਾ ਨੂੰ ਕਰਾਂਗੇ ਨਾ ਤੇ ਉਹ ਅਰਥ ਇੱਥੇ ਨਹੀਂ ਟੁੱਕਣਗੇ, ਕਿਉਂਕਿ ਦੇਖੋ ਪ੍ਰਮਾਤਮਾ ਆਪ ਨਹੀਂ ਕੁਝ ਕਰਦਾ, ਉਹ ਤਾਂ ਸਾਰਿਆਂ ਨੂੰ ਸਿਰਫ ਤੇ ਸਿਰਫ ਆਪਣੇ ਹੁਕਮਾਂ ਵਿੱਚ ਚਲਾ ਰਿਹਾ ਤੇ ਵੇਖ ਰਿਹਾ। ਇੱਥੇ ਆਪੇ ਕੀ ਹੈ? ਆਪੇ ਹੈ, ਗੁਰਬਾਣੀ ਆਖਦੀ ਹੈ ਆਪੇ ਆਪ ਸੱਤ। ਗੁਰਬਾਣੀ ਸੱਤ ਨੂੰ ਆਪ ਬੋਲਦੀ ਹੈ। ਕਹਿੰਦੇ ਨੇ ਸਾਰੀ ਸ੍ਰਿਸ਼ਟੀ ਵੀ ਕੀਆ ਵੀ ਸਭ ਨੇ, ਸੱਤ ਨੇ ਹੀ ਕੀਤਾ। ਫਿਰ ਹੋਰ ਖੋਲਦੀ ਹੈ ਸੱਤ ਨੂੰ, ਕਹਿੰਦੇ ਨੇ ਆਪੇ ਗੁਣ, ਗੁਣਾਂ ਨੂੰ ਵੀ ਆਪੇ ਬੋਲਦੀ ਹੈ ਗੁਰਬਾਣੀ। ਸੱਤ ਬੋਲਦੀ ਹੈ, ਗੁਣਾਂ ਦਾ ਨਾਮ ਹੀ ਸੱਤ ਹੈ। ਗੁਣਾਂ ਨੂੰ, ਸੱਤ ਨੂੰ ਹੀ ਸੱਤ ਗੁਰੂ ਜੀ ਆਖਿਆ ਜਾਂਦਾ ਹੈ, ਸੱਤ ਨੂੰ ਹੀ ਸੱਤ ਪੁਰਖ ਆਖਿਆ ਜਾਂਦਾ ਹੈ। ਤੇ ਉਸ ਨੂੰ ਕਹਿੰਦੇ ਨੇ ਆਪੇ ਗੁਣ, ਆਪੇ ਗੁਣ। ਫਿਰ ਨਾਲ ਅੱਗੇ ਦੇਖੋ ਬੜੀ ਪਿਆਰੀ ਲਫ਼ਜ਼ ਫਿਰ ਯੂਜ਼ ਕੀਤਾ, ਕਹਿੰਦੇ ਆਪੇ ਗੁਣਕਾਰੀ, ਗੁਣ ਦੀ ਕਾਰ ਕਰਨ ਵਾਲਾ ਵੀ ਆਪੇ ਹੈ। ਦੇਖੋ ਗੁਣਾਂ ਨੂੰ ਕਿਹਾ ਜਾਂਦਾ ਹੈ ਆਪੇ, ਰੱਬੀ ਗੁਣਾਂ ਨੂੰ ਕਿਹਾ ਜਾਂਦਾ ਹੈ ਆਪੇ। ਹੁਣ ਰੱਬੀ ਗੁਣ ਕਿਸ ਨੇ ਧਾਰਨ ਕਰ ਲਏ ਹੋਏ ਨੇ? ਮਨ ਨੇ। ਮਨ ਨੇ ਗੁਣਾਂ ਨੂੰ ਧਾਰਨ ਕਰ ਲਿਆ, ਮਨ ਹੋ ਗਿਆ ਆਪੇ। ਮਨ ਹੁਣ ਆਪ ਗੁਣਾਂ ਰੂਪੀ ਧਾਰਨ ਕਰਕੇ, ਗੁਣਾਂ ਰੂਪੀ ਆਪ ਬਣ ਕੇ ਹੁਣ ਆਪ ਗੁਣਾਂ ਦੀ ਕਾਰ ਕਰ ਰਿਹਾ ਹੈ, ਜਿਹਨੂੰ ਕਹਿੰਦੇ ਨੇ ਆਪੇ ਗੁਣ, ਆਪੇ ਗੁਣਕਾਰੀ। ਆਪ ਗੁਣਾਂ ਨੂੰ ਧਾਰਨ ਕਰਕੇ ਮਨ ਆਪ ਹੀ ਹੁਣ ਗੁਣਾਂ ਦੀ ਕਾਰ ਕਰ ਰਿਹਾ ਹੈ। ਇਸ ਨੂੰ ਇੱਥੇ ਕਹਿ ਰਹੇ ਨੇ ਆਪੇ ਕਰੇ। ਆਪ ਗੁਣਾਂ ਦਾ ਰੂਪ ਹੋ ਕੇ ਆਪ ਗੁਣਾਂ ਦੀ ਕਾਰ ਕਰ ਰਿਹਾ। ਤੇ ਹੁਣ ਅੱਗੇ ਕਹਿੰਦੇ ਨੇ ਕਰਾਏ ਆਪੇ। ਜਿਹੜੇ ਬਾਕੀ ਹੁਣ ਉਹਦੀ ਵਡਭਾਗੀ ਹਰ ਸੰਗਤ ਪਾਵੇ, ਜਿਹੜੀ ਇਹਦੀ ਸੰਗਤ ਵਿੱਚ ਸਾਰੇ ਜੀ ਜੰਤ ਆਏ ਸੀ, ਜਿਹਨੂੰ ਆਖਦੇ ਨੇ ਜੀ ਜੰਤ ਸਭ ਸ਼ਰਨ ਤੁਮਾਰੀ, ਜਿਹਨੂੰ ਆਖਦੇ ਨੇ ਜਪਜੀ ਸਾਹਿਬ ਜਿੱਥੈ ਭਗਤ ਵਸੈ ਕੇ ਲੋ। ਬਹੁਤ ਬੇਅੰਤ ਭਗਤਾਂ ਦੇ ਉੱਤੇ ਉਹ ਕੀ ਕਹਿੰਦੇ ਆ, ਗਰੁੱਪ ਵੀ ਕਹਿ ਸਕਦੇ ਆਪਾਂ, ਭਗਤਾਂ ਦੇ ਬਹੁਤ ਸਾਰੇ ਭਗਤ ਜਿੱਥੇ ਵਸਦੇ, ਜਿਹਨੂੰ ਕਹਿੰਦੇ ਨੇ ਜੀ ਜੰਤ। ਉਹ ਜਿਹੜੇ ਇਹਦੇ ਸ਼ਰਨ ਚ ਆਏ ਹੋਏ ਹੋਣ, ਉਹਨਾਂ ਨੂੰ ਵੀ ਗੁਣਾਂ ਦੀ ਕਾਰ ਕਰਵਾਉਂਦਾ ਹੈ। ਆਪੇ ਕਰੇ, ਪਹਿਲਾਂ ਆਪ ਗੁਣ ਧਾਰਨ ਕਰਦਾ ਹੈ ਤੇ ਫਿਰ ਗੁਣਾਂ ਦੀ ਕਾਰ ਕਰਦਾ ਹੈ। ਇਹਨੂੰ ਆਖਦੇ ਨੇ ਆਪੇ ਗੁਣ, ਆਪੇ ਗੁਣਕਾਰੀ। ਫਿਰ ਉਹ ਕਰਵਾਉਂਦਾ ਹੈ ਆਪਣੇ ਜੀਆਂ ਜਨਤਾ ਤੋਂ ਵੀ ਗੁਣਾਂ ਦੀ ਕਾਰ। ਭਾਵ ਉਹ ਪਹਿਲਾਂ ਅਵਗੁਣਾਂ ਦੇ ਵਿੱਚ ਜੀਵਨ ਬਤੀਤ ਕਰਦੇ, ਉਹਨਾਂ ਨੂੰ ਹੁਣ ਇਹ ਗੁਣ ਵੰਡਦਾ ਹੈ, ਜਿਹਨੂੰ ਆਖਦੇ ਨੇ ਨਾ ਸਭਨਾ ਜੀਆਂ ਕਾ ਇੱਕ ਦਾਤਾ। ਪਹਿਲਾਂ ਵੀ ਇਹ ਦਾਤਾ ਸੀ, ਪਹਿਲਾਂ ਆਪ ਅਵਗੁਣ ਧਾਰਨ ਕੀਤੇ ਹੋਏ ਸਨ ਤੇ ਅਵਗੁਣਾਂ ਨੂੰ ਵੰਡਦਾ ਸੀ। ਭਾਵ ਆਪ ਮੈਲ ਧਾਰਨ ਕੀਤੀ ਹੋਈ ਸੀ ਤੇ ਮੈਲ ਨੂੰ ਵੰਡਦਾ ਸੀ। ਹੁਣ ਇਹਨੇ ਆਪ ਗੁਣ ਧਾਰਨ ਕਰ ਲਏ ਹੋਏ ਆ ਤੇ ਹੁਣ ਆਪ ਗੁਣਾਂ ਦੀ ਕਾਰ ਕਰ ਰਿਹਾ ਤੇ ਗੁਣਾਂ ਦੀ ਦਾਤ ਵੰਡਦਾ ਪਿਆ ਹੈ ਆਪਣੇ ਸਾਰੇ ਜੀਆਂ ਜਨਤਾ ਨੂੰ। ਤੇ ਆਪੇ ਵੇਖ ਵੀ ਰਿਹਾ ਹੈ ਕਿ ਉਹ ਕੀ ਗੁਣਾਂ ਦੀ ਕਾਰ ਕਰ ਵੀ ਰਿਹਾ, ਗੁਣਾਂ ਦੀ ਕਾਰ ਉਹਨਾਂ ਨੂੰ ਦੱਸਦਾ ਤੇ ਉਹ ਗੁਣਾਂ ਨੂੰ ਵੇਖਦਾ ਵੀ ਗੁਣਾਂ ਦੀ ਕਾਰ ਕਰ ਰਹੇ ਨੇ। ਤੇ ਇੱਕ ਜਗ੍ਹਾ ਥਾਪਦਾ ਹੈ ਤੇ ਦੂਜੀ ਜਗ੍ਹਾ ਤੋਂ ਉਖਾੜਦਾ ਹੈ। ਉਹ ਉਖਾੜਦਾ ਕਿੱਥੋਂ ਹੈ? ਪਹਿਲਾਂ ਉਹ ਕਿਸ ਕਾਰ 'ਚ ਲੱਗੇ ਹੋਏ ਸਨ? ਪਹਿਲਾਂ ਉਹ ਹਉਮੈ ਵਾਲੀ ਕਾਰ ਤੇ ਮੋਹ ਵਿੱਚ, ਜਿਸ ਨੂੰ ਉੱਪਰ ਮਾਇਆ ਦਾ ਮੋਹ ਵੀ ਦੱਸ ਰਹੇ ਨੇ, ਵੀ ਹਉਮੈ ਵਿੱਚੋਂ ਮੋਹ ਚੁਕਾਇਆ, ਉਹਨੂੰ ਉਸ ਤੁਕ ਨੂੰ ਇੱਥੇ ਆਖ ਰਹੇ ਨੇ ਉਥਾਪੇ। ਉੱਥੋਂ ਹਟਾਉਂਦਾ ਇਹਨਾਂ ਨੂੰ, ਹਉਮੈ ਦੇ ਵਿੱਚੋਂ ਤੇ ਮੋਹ ਦੇ ਵਿੱਚੋਂ ਉੱਥੋਂ ਹਟਾਉਂਦਾ। ਆਪ ਹੁਕਮ ਦੇ ਵਿੱਚ ਜੁੜਿਆ, ਹੁਕਮ ਵਿੱਚ ਚੱਲਣ ਲੱਗ ਗਿਆ। ਹੁਣ ਹੁਕਮ ਵਿੱਚ ਵੇਖਦਾ ਹੈ ਵੀ ਬਾਕੀ ਵੀ ਸਾਰੇ ਹੁਕਮ ਵਿੱਚ ਚੱਲਣ। ਉਹਨਾਂ ਨੂੰ ਹਉਮੈ ਤੋਂ, ਮੋਹ ਤੋਂ ਉਥਾਪਦਾ ਹੈ ਤੇ ਥਾਪਦਾ ਕਿਹਦੇ ਵਿੱਚ ਹੈ? ਗੁਣਾਂ ਦੇ ਵਿੱਚ। ਗੁਣਾਂ ਦੀ ਕਾਰ ਕਰਵਾਉਂਦਾ ਹੈ।
ਉਸ ਜਿਸ ਨੂੰ ਉਰੇ ਗੁਣਾ ਦੀ ਕਾਰ ਆਪਾਂ ਬੋਲ ਰਹੇ ਹਾਂ, ਤੁਕ ਸਾਂਝ ਕੀਤੀ ਹੈ, ਉਸੇ ਨੂੰ ਥੱਲੇ ਆਖ ਰਹੇ ਨੇ ਸਤਿਗੁਰੂ ਜੀ ਗੁਰਮੁਖ ਸੇਵਾ। ਗੁਰੂ ਦੇ ਮੁਖ ਤੋਂ ਜਿਹੜੇ ਬਚਨ ਨਿਕਲਦੇ ਨੇ, ਗੁਰੂ ਜੋ ਸਿੱਖਿਆਵਾਂ ਦਿੰਦਾ ਹੈ, ਗੁਰੂ ਜੋ ਸਾਨੂੰ ਆਪਣੇ ਰੱਬੀ ਗੁਣਾ ਦੀ ਦਾਤ ਦਿੰਦਾ ਹੈ, ਉਹ ਮਨ ਨੇ ਉਹ ਸੇਵਾ ਪਹਿਲਾਂ ਕੀਤੀ ਸੀ, ਹੁਣ ਇਹ ਸਾਰੇ ਵੀ ਉਹ ਸੇਵਾ ਕਰ ਰਹੇ ਨੇ। ਪਹਿਲਾਂ ਮਨ ਨੂੰ ਉਹ ਸੇਵਾ ਪਸੰਦ ਆ ਗਈ ਸੀ, ਗੁਰ ਕੀ ਸੇਵਾ ਸ਼ਬਦ ਵਿਚਾਰ। ਸ਼ਬਦ ਦੇ ਵਿਚਾਰ ਪਹਿਲਾਂ ਸਾਡੇ ਵਿਚਾਰਾਂ ਨੂੰ, ਸਾਡੇ ਮਨ ਨੂੰ ਪਸੰਦ ਆ ਗਏ ਸੀ, ਮਨ ਨੇ ਸਾਡੇ ਵਿਚਾਰਾਂ ਨੇ ਉਹ ਵਿਚਾਰ ਗ੍ਰਹਿਣ ਕਰ ਲਏ ਸਤਿਗੁਰੂ ਜੀ ਦੀ ਸਿੱਖਿਆਵਾਂ ਦੇ, ਸਤਿਗੁਰੂ ਜੀ ਦੇ ਗੁਣਾਂ ਦੇ, ਤੇ ਉਹੀ ਹੁਣ ਇਹ ਅੱਗੇ ਉਹਨਾਂ ਨੂੰ ਵੀ ਵੰਡ ਰਿਹਾ ਹੈ। ਉਸਨੂੰ ਆਖਦੇ ਨੇ ਪਹਿਲਾਂ ਮਨ ਨੇ ਸੱਚ ਨੂੰ ਸੁਣਿਆ ਸੀ, ਮਨ ਨੇ ਸੱਚ ਨੂੰ ਬੁੱਝਿਆ ਸੀ, ਫਿਰ ਮਨ ਵਿਖਿਆਨ ਕਰਦਾ ਹੈ ਸੱਚ ਦੀ। ਜਦੋਂ ਅਸੀਂ ਕੋਈ ਵਿਚਾਰ ਨੂੰ ਗ੍ਰਹਿਣ ਕਰਦੇ ਹਾਂ, ਪਹਿਲਾਂ ਅਸੀਂ ਉਹ ਵਿਚਾਰ ਕਿੱਥੋਂ ਸੁਣਦੇ ਹਾਂ, ਫਿਰ ਉਹਨਾਂ ਨੂੰ ਵਿਚਾਰਾਂ ਨੂੰ ਅਸੀਂ ਸਮਝਦੇ ਹਾਂ, ਜਿਹਨੂੰ ਕਹਿੰਦੇ ਨੇ ਬੁੱਝਣਾ। ਫਿਰ ਜਦੋਂ ਸਾਨੂੰ ਸਮਝ ਆ ਜਾਂਦੇ, ਉਹ ਸਾਡੇ ਵਿਚਾਰ ਬਣ ਜਾਂਦੇ, ਫਿਰ ਅਸੀਂ ਉਹਨਾਂ ਨੂੰ ਆਪਣੇ ਜੀਆ ਜਨਤਾ ਨੂੰ ਸਾਰਿਆਂ ਨੂੰ ਵਿਖਿਆਨ ਕਰਕੇ ਸਮਝਾਉਂਦੇ। ਇਸ ਨੂੰ ਗੁਰਬਾਣੀ ਕਹਿੰਦੇ ਨੇ ਲੇਖਾ ਪਾਇੰਦਾ। ਕੀ ਲੇਖਾ ਫਿਰ ਸਾਨੂੰ ਇੱਕ ਪ੍ਰਾਪਤ ਹੁੰਦਾ ਹੈ? ਗੁਰਬਾਣੀ ਆਖਦੀ ਲੇਖਾ ਕੀ ਹੈ? ਕਹਿੰਦੇ ਨੇ ਲੇਖਾ ਲਿਖੀ ਹੈ ਮਨ ਕੈ ਪਾਏ। ਮਨ ਨੂੰ ਸੱਚ ਸੁਣਨਾ, ਸੱਚ ਬੁੱਝਣਾ ਪਸੰਦ ਆ ਰਿਹਾ। ਕੀ ਲੇਖਾ ਲਿਖਿਆ ਜਾਂਦਾ ਹੈ? ਮਹਿਲ ਪ੍ਰਾਪਤੀ ਦਾ ਲੇਖਾ। ਗੁਰਬਾਣੀ ਵਿੱਚ ਤੁਕ ਆਉਂਦੀ ਹੈ ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈਐ। ਇਹ ਆਪਣਾ ਲੇਖਾ ਹੁਣ ਲਿਖ ਲੈਂਦਾ ਹੈ, ਇਹਦਾ ਲੇਖਾ ਲਿਖਿਆ ਹੀ ਜਾਂਦਾ ਹੈ। ਇਹ ਲੇਖਾ ਲਿਖ ਜਾਣਾ ਕੋਏ। ਉਹ ਲੇਖਾ ਕਿਹੜਾ ਲਿਖਿਆ ਜਾਂਦਾ ਕਿ ਇਹਨਾਂ ਸਾਰਿਆਂ ਨੂੰ ਮਹਿਲ ਦੇ ਅੰਦਰ, ਦਰ ਦੇ ਅੰਦਰ ਸ਼ੋਭਾ, ਇਹਨਾਂ ਨੂੰ ਅੰਦਰ ਟਿਕਾ ਮਿਲੇਗਾ ਤੇ ਇਹਨਾਂ ਨੂੰ ਸ਼ੋਭਾ ਵੀ ਪ੍ਰਾਪਤ ਹੋਏਗੀ। ਇਹਨਾਂ ਨੂੰ ਮਹਿਲ ਵਿੱਚ ਬੁਲਾਇਆ ਜਾਏਗਾ ਤੇ ਉਹਨਾਂ ਦੇ ਅੰਦਰ ਇਹਨਾਂ ਨੂੰ ਸ਼ੋਭਾ ਮਿਲੇਗੀ, ਉੱਤੇ ਇੱਜ਼ਤ ਮਿਲੇਗੀ, ਮਾਣ ਸਤਿਕਾਰ ਮਿਲੇਗਾ। ਇਹ ਲੇਖਾ ਇਹ ਲਿਖ ਲੈਂਦੇ ਨੇ ਕਦੋਂ? ਜਦੋਂ ਸੱਚ ਨੂੰ ਸੁਣਨਾ ਸ਼ੁਰੂ ਕਰਦੇ ਨੇ, ਸੱਚ ਨੂੰ ਬੁੱਝਣਾ ਸ਼ੁਰੂ ਕਰਦੇ ਨੇ ਤੇ ਸੱਚ ਨੂੰ ਵਿਖਿਆਨ ਕਰਦੇ ਨੇ। ਇਹ ਲੇਖਾ ਪ੍ਰਾਪਤ ਹੋ ਜਾਂਦਾ ਕਹਿੰਦੇ ਇਹਨਾਂ ਨੂੰ। ਜਿਹੜਾ ਲੇਖਾ ਲਿਖ ਲਿਆ ਸੀ ਇਹਨਾਂ ਨੇ, ਇਹ ਲੇਖਾ ਲਿਖ ਜਾਣਾ ਕੋਏ। ਲੇਖਾ ਲਿਖਿਆ ਕੀਤਾ ਹੋਏ, ਫਿਰ ਉਹ ਲੇਖਾ ਲਿਖ ਲੈਂਦੇ ਨੇ। ਫਿਰ ਇਹਨਾਂ ਦੇ ਅੰਦਰ ਇੱਕੋ ਨਾਮ ਹੀ ਜਿਵ ਜਿਵ ਹੁਕਮ ਤਿਵੈ ਤਿਵਕਾਰ ਸਾਰੇ ਕਰਦੇ ਨੇ। ਇਹਨਾਂ ਨੂੰ ਅੰਦਰ ਵਾਲੇ ਮਹਿਲ ਦੀ ਬੁਲਾਇਆ ਵੀ ਜਾਂਦਾ ਹੈ ਤੇ ਉਹ ਅੰਦਰ ਵਾਲੇ ਦਰ ਦੇ ਵਿੱਚ ਇਹਨਾਂ ਨੂੰ ਸ਼ੋਭਾ, ਪਿਛਲੇ ਬੰਦ ਦੇ ਅਨੁਸਾਰ ਦਰ ਸੱਚਾ ਸ਼ੋਭਾ ਪਾਏਂਦਾ। ਨੀਚੇ ਜਿਸ ਨੂੰ ਕਹਿ ਰਹੇ ਨੇ ਲੇਖਾ ਪਾਏਂਦਾ, ਉੱਪਰ ਕਹਿ ਰਹੇ ਨੇ ਸ਼ੋਭਾ ਪਾਏਂਦਾ। ਇਹਨਾਂ ਨੂੰ ਮਹਿਲ ਵਿੱਚ ਬੁਲਾਇਆ ਵੀ ਜਾਂਦਾ ਹੈ ਤੇ ਉੱਥੇ ਇਹਨਾਂ ਨੂੰ ਸ਼ੋਭਾ ਵੀ ਪ੍ਰਾਪਤ ਹੁੰਦੀ ਹੈ। ਲੇਕਿਨ ਇਹਨਾਂ ਨੇ ਕੰਮ ਕੀ ਕੀਤਾ? ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈਐ। ਤਾਂ ਮਹਿਲ 'ਚ ਬੁਲਾਇਆ ਜਾਂਦਾ ਜਦੋਂ ਅਸੀਂ ਵੀ ਸਾਰੇ ਸੱਚ ਨੂੰ ਸੁਣਾਂਗੇ, ਬੁੱਝਾਂਗੇ ਤੇ ਉਹਨੂੰ ਦੂਜਿਆਂ ਨਾਲ ਸ਼ੇਅਰਿੰਗ ਕਰਾਂਗੇ। ਇਹੀ ਐਕਟ ਹੈ, ਇਸੇ ਨੂੰ ਹੀ ਮਹਿਲ ਬੁਲਾਇਆ ਆਖਿਆ ਜਾਂਦਾ ਹੈ। ਹਾਂਜੀ जी वीर जी, आप जी आपे करे कराए आपे केवल मन नाल जोड़ रहे हो, बहुत खूबसूरती नाल। नहीं वीर जी, मैं ना कह रहा आपे है गुण, पर गुण मन ने धारण कर लिया, इसलिए मन आपे बन गया। जी जी, मैं भी गल कर रहे हैं। आप जी केवल ते केवल अंदर दी सृष्टि दी गल करदे हो, बाहर दी आप जी पूरी तरह तो कहते हो कि वो एक बारी बन गई ते बन गई। नहीं वीर जी, थोड़ा जा रुको थोड़ा जा वीर जी, रुको। पता की गल है, बाहर हो जाएगी। मैं दोनों पासों गल कर रहा हूं। एक मिनट सतबीर वीर जी ਵੀਰ ਜੀ, ਬਾਹਰਲੀ ਸ੍ਰਿਸ਼ਟੀ ਬਹੁਤ ਅੱਛੇ ਹੁਕਮਾਂ ਵਿੱਚ ਚੱਲ ਰਹੀ ਹੈ, ਲੇਕਿਨ ਬਾਹਰਲੀ ਸ੍ਰਿਸ਼ਟੀ ਵਿੱਚ ਜੋ ਖਰਾਬੀ ਹੋ ਰਹੀ ਹੈ ਨਾ, ਉਹ ਸਾਡੇ ਕਰਕੇ ਹੋ ਰਹੀ ਹੈ। ਅਸੀਂ ਲੋਕ ਹੁਕਮ 'ਚ ਨਹੀਂ ਚੱਲ ਰਹੇ, ਅਸੀਂ ਲੋਕ ਵਿਕਾਰਾਂ ਵਿੱਚ ਹਾਂ। ਇਸ ਲਈ ਅਸੀਂ ਬਾਹਰਲੀ ਸ੍ਰਿਸ਼ਟੀ ਦੀ ਜਿੰਨੀ ਖਰਾਬੀ ਹੈ ਨਾ, ਉਹ ਸਾਡੇ ਵਿਚਾਰਾਂ ਦੇ ਕਰਕੇ ਹੋ ਰਹੀ ਹੈ। ਬਾਹਰਲੀ ਸ੍ਰਿਸ਼ਟੀ ਦੀ ਖਰਾਬੀ ਦੂਰ ਕਰਨ ਵਾਸਤੇ ਹੀ ਗੁਰਬਾਣੀ ਦੀ ਸਾਨੂੰ ਸੋਝੀ ਮਿਲੀ ਹੈ। ਕਿਉਂ? ਬਾਹਰਲੀ ਸ੍ਰਿਸ਼ਟੀ ਇਸ ਲਈ ਖਰਾਬ ਹੋ ਰਹੀ ਹੈ ਕਿ ਸਾਡੇ ਵਿਚਾਰ ਖਰਾਬ ਨੇ। ਵਿਚਾਰਾਂ ਨੂੰ ਮਨ ਕਹਿੰਦੇ ਨੇ। ਆ ਸਾਡੇ ਮਨ ਦੇ ਵਿੱਚ ਅਵਗੁਣੀ ਖਿਆਲ ਆਉਂਦਾ ਹੈ, ਕਿਸੇ ਨੂੰ ਠੱਗਣ ਦਾ, ਕਿਸੇ ਨਾਲ ਮਾੜੀ ਕਰਨ ਦਾ, ਕਿਸੇ ਤੋਂ ਰਿਸ਼ਵਤ ਲੈਣ ਦਾ ਖਿਆਲ ਸਾਡੇ ਵਿਚਾਰ ਦੇ ਵਿੱਚ ਆਉਂਦਾ। ਇਸ ਲਈ ਬਾਹਰ ਵਾਲੀ ਸ੍ਰਿਸ਼ਟੀ ਦੇ ਵਿੱਚ ਰਿਸ਼ਵਤ ਦਾ ਵਪਾਰ ਚੱਲ ਰਿਹਾ ਹੈ। ਬਾਹਰ ਵਾਲੀ ਸ੍ਰਿਸ਼ਟੀ ਵਿੱਚ ਜੋ ਗੰਦ ਫੈਲਿਆ ਹੋਇਆ ਹੈ, ਉਹ ਸਾਡੇ ਵਿਚਾਰਾਂ ਕਰਕੇ ਹੈ। ਇਸ ਕਰਕੇ ਵਿਚਾਰਾਂ ਤੇ ਗੱਲ, ਅਸੀਂ ਮਨ ਤੇ ਗੱਲ ਕਿਉਂ ਕਰ ਰਹੇ ਹਾਂ? ਕਿਉਂਕਿ ਬਾਹਰਲੀ ਸ੍ਰਿਸ਼ਟੀ ਵਿੱਚ ਜਿਹੜਾ ਗੰਦ ਫੈਲਿਆ ਹੋਇਆ ਨਾ, ਜੋ ਅਸੀਂ ਕਹਿ ਰਹੇ ਹਾਂ ਸਾਡੇ ਦੂਜੀ ਕੰਟਰੀਆਂ ਦੇ ਵਿੱਚ ਅਗਰ ਰਿਸ਼ਵਤ ਨਹੀਂ, ਸਾਡੇ ਵਿੱਚ ਕਿਉਂ ਹੈ? ਸਾਡੇ ਵਿਚਾਰ ਖਰਾਬ ਨੇ। ਕਿਉਂ ਅੰਦਰਲੀ ਸ੍ਰਿਸ਼ਟੀ ਦੇ ਅੰਦਰਲੇ ਵਿਚਾਰਾਂ ਦੀ ਗੱਲ ਕੀਤੀ ਜਾਂਦੀ ਹੈ ਕਿ ਜਿਹੜੀ ਬਾਹਰਲੀ ਸ੍ਰਿਸ਼ਟੀ ਬਹੁਤ ਪਰਫੈਕਟ ਚੱਲ ਰਹੀ ਹੈ ਸਾਰੇ ਕੋਈ, ਲੇਕਿਨ ਬਾਹਰਲੀ ਸ੍ਰਿਸ਼ਟੀ ਵਿੱਚ ਜੋ ਗੜਬੜ ਹੋ ਰਹੀ ਹੈ ਨਾ, ਉਹ ਸਾਡੇ ਵਿਚਾਰਾਂ ਦੇ ਕਰਕੇ ਹੋ ਰਹੀ ਹੈ। ਬਾਹਰਲੀ ਸ੍ਰਿਸ਼ਟੀ ਅੱਜ ਅਸੀਂ ਦੁਖੀ ਕਿਉਂ ਆ ਇੱਕ ਦੂਜੇ ਤੋਂ? ਸਾਨੂੰ ਸਾਰੇ ਇੱਕ ਦੂਜੇ ਕਿਉਂ
ਸਾਡੇ ਇੱਕ ਦੂਜੇ ਨਾਲ ਅਸੀਂ ਕਿਉਂ ਧੋਖਾ ਕਰ ਰਹੇ ਹਾਂ, ਇੱਕ ਦੂਜੇ ਨੂੰ ਦੁੱਖ ਦਿੰਦੇ ਹਾਂ, ਇੱਕ ਦੂਜਿਆਂ ਦੇ ਦਿਲ ਤੋੜਦੇ ਹਾਂ, ਇੱਕ ਦੂਜਿਆਂ ਨਾਲ ਨਾ ਇਨਸਾਫੀ ਕਰਦੇ ਹਾਂ, ਸਾਡਾ ਨਿਆਂ ਵੀ ਸੱਚਾ ਨਹੀਂ ਹੈ, ਅਸੀਂ ਪੈਸੇ ਲੈ ਕੇ ਅਦਾਲਤੀ ਫੈਸਲੇ ਵੀ ਬਦਲ ਦਿੰਦੇ ਹਾਂ, ਅਸੀਂ ਇੱਥੇ ਕੀ ਕਹਿੰਦੇ ਜਿਹੜੀ ਮਾਈਨੋਰਟੀਜ਼ ਹੈ ਉਹਨਾਂ ਨੂੰ ਆਰਾਮ ਨਾਲ ਬੈਠਣ ਨਹੀਂ ਦਿੰਦੇ ਹਾਂ, ਆਪਣੇ ਤੇ ਤੇਰ ਮੇਰ ਕੀ ਕਹਿੰਦੇ ਊਚ ਨੀਚ ਤੇ ਭੇਦਭਾਵ ਅਸੀਂ ਪਾਏ ਹੋਏ ਹਾਂ। ਕਿਉਂ? ਕਿਉਂਕਿ ਸਾਡੇ ਵਿਚਾਰ ਖਰਾਬ ਨੇ, ਸਾਡੀ ਵਿਚਾਰਧਾਰਾ ਖਰਾਬ ਹੈ। ਬਾਹਰਲੀ ਸ੍ਰਿਸ਼ਟੀ ਵੀ ਇਸ ਕਰਕੇ ਅੰਦਰਲੀ ਬਾਰ-ਬਾਰ ਆਪਣੇ ਵਿਚਾਰਾਂ ਦੀ ਗੱਲ ਕਿਉਂ ਕੀਤੀ ਜਾ ਰਹੀ ਹੈ? ਬਾਹਰਲੀ ਸ੍ਰਿਸ਼ਟੀ ਦੇ ਵਿੱਚ ਜਿਹੜੀ ਵੀ ਖਰਾਬੀ ਹੈ ਉਹ ਸਾਡੇ ਵਿਚਾਰਾਂ ਕਰਕੇ ਹੈ। ਅੰਦਰਲੇ ਵਿਚਾਰ ਠੀਕ ਹੋ ਗਏ, ਬਾਹਰਲੀ ਸ੍ਰਿਸ਼ਟੀ ਵਿੱਚ ਵੀ ਜੋ ਖਰਾਬੀਆਂ ਨੇ ਉਹ ਵੀ ਠੀਕ ਹੋ ਜਾਣਗੀਆਂ। ਲੇਕਿਨ ਉਹਦੀ ਗੱਲ, ਉਹਦਾ ਮੇਨ ਕਾਜ਼ ਰੂਟ ਹੈ, ਉਹ ਹੈ ਸਾਡੇ ਵਿਚਾਰ। ਅੱਜ ਅਮਰੀਕਾ ਤੇ ਚਾਈਨਾ ਦੇ ਵਿੱਚ ਜਿਹੜੀ ਵਾਰ ਹੋ ਰਹੀ ਹੈ, ਉਹਨਾਂ ਵਿੱਚ ਜਿਹੜੇ ਇਹ ਚੱਲ ਰਹੀ ਹੈ, ਕੀ ਫਰਕ ਹੈ? ਸਿਰਫ ਵਿਚਾਰਾਂ ਦਾ ਫਰਕ ਹੈ। ਅਮਰੀਕਾ ਵਾਲੇ ਜਿਹੜੇ ਉਹ ਕੈਪੀਟਲਿਜ਼ਮ ਅਪਰੋਚ ਨੂੰ, ਉਹ ਵਿਚਾਰਾਂ ਨੂੰ ਮੰਨ ਰਹੇ ਹੈ, ਔਰ ਚਾਈਨੀਜ਼ ਵਾਲਿਆਂ ਦੇ ਵਿਚਾਰ ਕਿਹੜੇ ਨੇ? ਕਮਿਊਨਿਸਟ। ਉਹ ਕਮਿਊਨਿਸਟ ਉਹ ਵਾਲੇ ਵਿਚਾਰਾਂ ਨੂੰ ਮੰਨ ਰਹੇ, ਇਹ ਕੈਪੀਟਲਿਜ਼ਮ ਦੇ ਵਿਚਾਰਾਂ ਨੂੰ ਮੰਨ ਰਹੇ। ਦੋਨਾਂ ਦੇ ਵਿਚਾਰਾਂ ਦੀ ਲੜਾਈ ਚੱਲ ਰਹੀ ਹੈ ਔਰ ਇਸ ਦੇ ਵਿੱਚ ਸਾਰੀ ਦੁਨੀਆ ਪਿਸ ਰਹੀ ਹੈ। ਦੋ ਵਿਚਾਰਾਂ ਦੇ ਵਿੱਚ ਸਾਰੀ ਦੁਨੀਆ ਪਿਸ ਰਹੀ ਹੈ। ਔਰ ਸਤਿਗੁਰੂ ਜੀ ਸਿਰਫ ਕਹਿੰਦੇ ਨੇ ਵਿਚਾਰ ਕਰ ਲਓ, ਅੰਦਰਲੀ ਸ੍ਰਿਸ਼ਟੀ ਵੀ ਬਦਲ ਜਾਏਗੀ, ਬਾਹਰਲੀ ਸ੍ਰਿਸ਼ਟੀ ਵੀ ਸਾਰੀ ਕੀ ਕਹਿੰਦੇ ਸੁਧਰ ਜਾਏਗੀ। ਬਾਹਰਲੀ ਸ੍ਰਿਸ਼ਟੀ ਵਿੱਚ ਵੀ ਜੋ ਦੁੱਖ ਨੇ ਉਹ ਵੀ ਚਲੇ ਜਾਣਗੇ, ਅੰਦਰਲੀ ਸ੍ਰਿਸ਼ਟੀ ਦੇ ਵੀ ਸਾਰੇ ਸਭ ਠੀਕ ਹੋਏਗਾ। ਲੇਕਿਨ ਅੰਦਰਲੇ ਵਿਚਾਰ ਠੀਕ ਕਰਨ ਤੋਂ ਬਿਨਾਂ ਬਾਹਰਲੀ ਸਾਡੇ ਐਕਟ ਨੇ ਨਾ, ਜੋ ਅਸੀਂ ਬਾਹਰ ਕਰਮ ਕਰ ਰਹੇ ਹਾਂ, ਸਾਡੇ ਸਰੀਰ ਤਨ ਦੇ ਨਾਲ ਕਰਮ ਹੋ ਰਿਹਾ, ਉਹਨਾਂ ਦਾ ਵੀ ਮੇਨ ਬੇਸ ਸਾਡੇ ਵਿਚਾਰ ਹੀ ਹਨ। ਸਾਡੇ ਵਿਚਾਰਾਂ ਕਰਕੇ ਬਾਹਰਲੀ ਸ੍ਰਿਸ਼ਟੀ ਵੀ ਸੋਹਣੀ ਹੋਣੀ ਹੈ, ਪਰ ਉਹਦੀ ਗੱਲ ਸਾਨੂੰ ਕੇਵਲ ਤੇ ਕੇਵਲ ਆਪਣੇ ਵਿਚਾਰਾਂ ਨੂੰ ਠੀਕ ਕਰਕੇ ਹੀ ਹੋ ਸਕਦੀ ਹੈ। ਇਸ ਲਈ ਅਸੀਂ ਕੇਵਲ ਅੰਦਰਲੇ ਵਿਚਾਰਾਂ ਦੀ ਗੱਲ ਕਰਦੇ ਹਾਂ, ਪਰ ਉਹਦਾ ਅਲਟੀਮੇਟ ਉਹਦਾ ਰਿਜ਼ਲਟ ਜਾ ਕੇ ਕਿੱਥੇ ਮਿਲਣਾ, ਫਲ ਕਿੱਥੇ ਮਿਲਣਾ ਹੈ? ਬਾਹਰਲੀ ਸ੍ਰਿਸ਼ਟੀ ਸਾਡੇ, ਅਸੀਂ ਸਾਰੇ ਜੋ ਜੀ ਜੰਤ ਉਹ ਅਸੀਂ ਸਾਰੇ ਸੁਖੀ ਤਾਂ ਵਸਾਂਗੇ ਜੇ ਸਾਡੇ ਸਾਰਿਆਂ ਦੇ ਵਿਚਾਰ ਠੀਕ ਹੋਣਗੇ। ਹਾਂਜੀ ਜੀ ਬਿਲਕੁਲ, ਇਹੋ ਐਗਜ਼ੈਕਟਲੀ ਗੱਲ ਮੈਂ ਕਰ ਰਿਹਾ ਸੀ ਜਿਹੜੀ ਗੱਲ ਆਪ ਜੀ ਨੇ ਕੀਤੀ ਹੈ। ਕਿਉਂਕਿ ਕਈ ਵਾਰੀ ਆਪ ਜੀ ਅਲਫਾਜ਼ ਯੂਜ਼ ਕਰਦੇ ਹੋ ਨਾ ਕਿ ਬਿਲਕੁਲ ਬਾਹਰਲੀ ਗੱਲ ਨੂੰ ਕ੍ਰੋਸ ਕਰ ਦਿੰਦੇ ਹੋ, ਤੇ ਉਸ ਜਗ੍ਹਾ ਥੋੜਾ ਭੁਲੇਖਾ ਚਲਾ ਜਾਂਦਾ ਹੈ ਕਿ ਕੇਵਲ ਅੰਦਰ ਦੀ ਗੱਲ ਹੋ ਰਹੀ ਹੈ। ਕਿਉਂਕਿ ਜਿਹੜਾ ਮਨ ਗੁਰਮੁਖ ਬਣ ਜਾਏਗਾ, ਜਿਸ ਮਨੁੱਖ ਦਾ ਮਨ ਗੁਰਮੁਖ ਬਣ ਗਿਆ, ਉਹਦਾ ਤਨ ਗੁਰਮੁਖਤਾਈ ਵਾਲੇ ਕਰਮ ਕਰਨ ਲੱਗ ਪਏਗਾ, ਜਿਸ ਦਾ ਜ਼ਿਕਰ ਤੁਸੀਂ ਉਹਨੇ ਡਿਟੇਲ ਵਿੱਚ ਗੱਲ ਕੀਤਾ। ਤੇ ਜਦੋਂ ਗੁਰਮੁਖ ਦਾ ਜ਼ਿਕਰ ਆਉਂਦਾ ਹੈ, ਜਿਸ ਦਾ ਮਨ ਗੁਰਮੁਖ ਹੈ, ਉਸਦਾ ਤਨ ਵੀ ਫਿਰ ਗੁਰਮੁਖ ਬਣ ਜਾਂਦਾ ਹੈ, ਗੁਰਮੁਖ ਦੇ ਕਾਰ ਵਿਹਾਰ ਕਰਨ ਲੱਗ ਪੈਂਦਾ। ਸਿਰਫ ਉਹੀ ਜਿਹੜੀ ਗੱਲ ਤੁਸੀਂ ਡਿਟੇਲ ਵਿੱਚ ਕੀਤੀ ਹੈ, ਬਸ ਉਸੇ ਚੀਜ਼ ਨੂੰ ਅਗਰ ਅਸੀਂ ਸਾਂਝ ਬਣਾ ਕੇ ਚੱਲੀਏ ਤੇ ਗੁਰੂ ਸਾਹਿਬ ਬਾਹਰ ਦੀ ਸ੍ਰਿਸ਼ਟੀ ਵੀ ਸੁਧਾਰ ਰਹੇ ਹਨ, ਲੇਕਿਨ ਅੰਦਰ ਦੀ ਸ੍ਰਿਸ਼ਟੀ ਸੁਧਾਰ ਰਹੇ। ਵੀਰ ਜੀ, ਜੇ ਅਸੀਂ ਬਾਹਰ ਵਾਲੀ ਆਪਣੀ ਇਸ ਕੌਮ ਦੀ ਵੀ ਗੱਲ ਕਰੀਏ ਨਾ, ਤਾਂ ਕੌਮ ਦੇ ਵਿੱਚ ਵੀ ਜਿਹੜੇ ਅੱਜ ਸਾਡੇ ਕੌਮ ਦੇ ਜਿਤਨੇ ਵੀ ਮੁੱਦੇ ਨੇ ਨਾ, ਜਿਤਨੇ ਸਾਡੇ ਕੌਮ ਦੇ ਵਿੱਚ ਜੋ ਪਵਾੜੇ ਚੱਲ ਰਹੇ, ਝਗੜੇ ਚੱਲ ਰਹੇ, ਉਹਨਾਂ ਝਗੜਿਆਂ ਦਾ ਕਾਰਨ ਵੀ ਸਾਡੀ ਵਿਚਾਰਧਾਰਾ ਹੈ। ਅਸੀਂ ਵਿਚਾਰਧਾਰਾ, ਗੁਰਬਾਣੀ ਦੀ ਵਿਚਾਰਧਾਰਾ ਨੂੰ ਨਹੀਂ ਅਪਣਾਇਆ ਹੋਇਆ। ਅਸੀਂ ਆਪਣੀਆਂ ਰਹਿਤ ਮਰਿਆਦਾ ਦੇ ਵਿੱਚ ਰੂਪ ਦੇ ਵਿੱਚ ਆਪਣੀ ਵਿਚਾਰਧਾਰਾ ਮੰਨੀ ਹੋਈ ਹੈ। ਆਪਣੇ ਹਿਸਟਰੀ ਦੇ ਅਕੋਰਡਿੰਗ ਅਸੀਂ ਆਪਣੀ ਵਿਚਾਰਧਾਰਾ ਬਣਾਈ ਹੋਈ ਹੈ। ਅਲੱਗ-ਅਲੱਗ ਗ੍ਰੰਥਾਂ ਦੀ ਵਿਚਾਰਧਾਰਾ ਨੂੰ ਆਪਣੀ ਵਿਚਾਰਧਾਰਾ ਬਣਾਈ ਹੋਈ ਹੈ, ਤੇ ਇੱਕ ਦੂਜੇ ਤੇ ਜ਼ਬਰਦਸਤੀ ਥੋਪਣ ਲੱਗੇ ਆ। ਉਸੀ ਦੇ ਕਰਕੇ ਝਗੜੇ ਨੇ ਸਾਰੇ ਬਾਹਰਲੀ ਸਾਡੀ ਕੌਮ ਦੇ ਵਿੱਚ ਵੀ। ਸਾਡੇ ਸਾਰਿਆਂ ਦੇ ਜਦੋਂ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਦੇ ਵਿਚਾਰਾਂ ਦੇ ਅਕੋਰਡਿੰਗ ਸਾਡੇ ਵਿਚਾਰ ਬਣ ਜਾਣਗੇ, ਬਾਹਰਲੇ ਝਗੜੇ ਵੀ ਖਤਮ। ਬਾਹਰ ਦੀ ਤਾਂ ਗੱਲ ਹੋ ਹੀ ਨਹੀਂ ਰਹੀ, ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੋ ਰਹੀ ਹੈ। ਅੱਜ ਵੀ ਜਿਹੜੀ ਗੱਲ ਹੋ ਰਹੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੋ ਰਹੀ ਹੈ। ਬਾਹਰ ਦੇ ਗ੍ਰੰਥਾਂ ਦੀ ਤੇ ਕਿਸੇ ਹੋਰ ਚੀਜ਼ ਦੀ ਡਿਸਕਸ਼ਨ ਹੀ ਨਹੀਂ ਹੋ ਰਹੀ। ਨਹੀਂ ਵੀਰ ਜੀ, ਮੈਂ ਤੁਹਾਨੂੰ ਦੱਸ ਰਿਹਾ, ਅਸੀਂ ਡਿਸਕਸ਼ਨ ਕਰ ਨਹੀਂ ਰਹੇ ਹਾਂ। ਨਹੀਂ, ਅਸੀਂ ਡਿਸਕਸ਼ਨ ਕਰ ਨਹੀਂ ਰਹੇ ਵੀਰ ਜੀ। ਸਾਰੇ ਕੌਮ ਦੇ ਵਿੱਚ ਨਾ, ਸਾਡੀ ਸਾਰੀ ਕੌਮ ਦੇ ਵਿਚਾਰ ਪਤਾ ਕਿਹੜੇ ਨੇ? ਉਹ ਸ਼ਬਦ ਦੇ ਵਿਚਾਰ ਅਜੇ ਨਹੀਂ ਬਣੇ ਸਾਡੀ ਕੌਮ ਦੇ ਵਿੱਚ। ਇਹ ਝਗੜੇ, ਮੈਂ ਝਗੜਿਆਂ ਦਾ ਕਾਰਨ ਇਹ ਕਹਿ ਰਿਹਾ। ਕਿਉਂ ਸਾਡੇ ਝਗੜਿਆਂ ਦਾ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿਚਾਰਾਂ ਤੋਂ ਉਲਟ ਅਸੀਂ ਜੋ ਵਿਚਾਰ ਸਾਡੇ ਬਣੇ ਹੋਏ ਕੌਮ ਦੇ, ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰਧਾਰਾ ਤੋਂ ਇਲਾਵਾ ਹੋਰ ਜਿਤਨੇ ਵੀ ਵਿਚਾਰ ਹਨ, ਉਹ ਸਾਡੇ ਵਿਚਾਰ ਬਣੇ ਹੋਏ, ਉਹ ਸਾਡਾ ਮਨ ਬਣਿਆ ਹੋਇਆ। ਇਸੀ ਕਰਕੇ ਹੀ ਝਗੜੇ ਨੇ। ਅਸੀਂ ਸ਼ਬਦ ਦੇ ਵਿਚਾਰਾਂ ਨੂੰ ਆਪਣੇ ਵਿਚਾਰ ਬਣਾਉਣਾ ਹੈ, ਸਾਡੀ ਅੰਦਰਲੀ ਸ੍ਰਿਸ਼ਟੀ ਵੀ ਸੁਧਰ ਜਾਏਗੀ, ਅੰਦਰਲੀ ਸ੍ਰਿਸ਼ਟੀ ਦੀ ਵੀ ਰਚ ਜਾਏਗੀ, ਨਵੀਂ ਸ੍ਰਿਸ਼ਟੀ ਦੀ ਰਚਨਾ ਹੋਏਗੀ, ਤੇ ਬਾਹਰਲੀ ਸ੍ਰਿਸ਼ਟੀ ਵੀ ਸੁਧਰ ਜਾਏਗੀ, ਬਾਹਰਲੀ ਸ੍ਰਿਸ਼ਟੀ ਵੀ ਸਵਾਰੀ ਜਾਏਗੀ। ਹਾਂਜੀ ਜੀ ਜੀ ਜੀ, ਆਓ ਇੱਕ ਪਦੇ ਦਾ ਪਾਠ ਕਰ ਲਈ। ਵੀਰ ਜੀ, ਜਾਂ ਤੇ ਭੁਪਿੰਦਰ ਵੀਰ ਜੀ ਹੈਗੇ ਨੇ, ਉਹਨਾਂ ਤੋਂ ਇਹ ਦੋ ਪਦਿਆਂ ਦੀ ਵਿਚਾਰ ਲੈ ਲਈ।
ਹਾਂਜੀ 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 ਜੀ ਵੀਰ ਜੀ। ਫਿਰ ਇੱਕ ਪਦੇ ਦਾ ਤਿੰਨੋਂ ਪਦਿਆਂ ਦੀ ਵਿਚਾਰ ਜਾਂ ਤੇ ਇਕੱਠੀ ਲੈ ਲਈਏ ਭੁਪਿੰਦਰ ਵੀਰ ਜੀ। ਨਹੀਂ ਉਹਨਾਂ ਨੂੰ ਵੀਰ ਜੀ ਹੁਣ ਕਰਨ ਤੋਂ ਫਿਰ ਦੁਬਾਰਾ ਆਪਾਂ ਅਗਲੇ ਪਦੇ ਤੇ ਸਾਰੇ ਇਕੱਠੇ ਕਰਾਂਗੇ। ਠੀਕ ਹੈ ਵੀਰ ਜੀ। ਭੁਪਿੰਦਰ ਵੀਰ ਜੀ ਪਲੀਜ਼, ਮੈਂ ਸੌਰੀ ਮੈਂ ਤੱਕਿਆ ਨਹੀਂ, ਤੁਸੀਂ ਜੁਆਇਨ ਕਰ ਲਿਆ। ਹਾਂਜੀ ਵਾਹ ਜੀ, ਖਾਲਸਾ ਜੀ, ਫਤਿਹ ਜੀ। ਫਤਿਹ ਵੀਰ ਜੀ। ਪਤਾ ਚੱਲ ਰਿਹਾ ਹੈ 14 ਕੇ 15 14th and 15th ਦੋ ਪਦਿਆਂ ਦਾ ਪਾਠ ਹੋਇਆ ਅਜੇ ਤੱਕ। ਸੇਵਡ ਭਾਗੀ ਜਿਨੀ ਸਤਿਗੁਰ ਪਾਇਆ, ਜੋ ਸਤਿਗੁਰ ਦੀ ਮੱਤ ਲੈਂਦੇ ਮਤ ਅਨੁਸਾਰ ਅਸੀਂ ਉਹਨਾਂ ਨੂੰ ਵੱਡ ਭਾਗੀ ਕਹਿੰਦੇ ਹਾਂ। ਦੁਨੀਆ ਪਿਛਲੇ ਜਨਮ ਦੇ ਕਰਮਾਂ ਕਰਕੇ ਵੱਡੇ ਭਾਗ ਕਾਊਂਟ ਕਰਦੀ ਹੈ, ਪਰ ਗੁਰਮਤ ਕਹਿੰਦੀ ਹੈ ਜਿਨ੍ਹਾਂ ਨੇ ਸਤਿਗੁਰ ਦੀ ਮੱਤ ਲਈ ਉਹ ਵੱਡ ਭਾਗੀ ਨੇ। ਹਉਮੈ ਵਿੱਚੋਂ ਮੋਹ ਚੁਕਾਇਆ, ਕਿਉਂਕਿ ਉਹਨਾਂ ਨੇ ਮਨ ਕੀ ਮਤ ਵੱਲੋਂ ਆਪਣਾ ਮੋਹ ਅਟੈਚਮੈਂਟ ਖਤਮ ਕਰ ਲਈ ਹੈ। ਮਨ ਨਿਰਮਲ ਫਿਰ ਮੈਲ ਨਾ ਲੱਗ ਗਿਆ, ਉਹਨਾਂ ਦਾ ਮਨ ਨਿਰਮਲ ਹੋ ਜਾਂਦਾ ਹੈ, ਉਹਨੂੰ ਮੁੜ ਕੇ ਮੈਲ ਲੱਗਦੀ ਨਹੀਂ ਹੈ। ਦਰ ਸੱਚਾ ਸ਼ੋਭਾ ਪਾਇੰਦਾ, ਇਹ ਦਰ ਦਾ ਮਤਲਬ ਹੁੰਦਾ ਹੈ ਕਿ ਉਹਨੇ ਨਿਜਕਾਰ ਅੰਤਰਾਤਮੇ ਦਾ ਮਹਿਲ ਉਹਨੇ ਪ੍ਰਾਪਤ ਕਰ ਲਿਆ ਔਰ ਉੱਥੇ ਉਹ ਸ਼ੋਭਾ ਪਾ ਰਿਹਾ, ਕਿਉਂਕਿ ਉਹ ਇਕਮਿਕ ਹੋ ਚੁੱਕਾ ਹੋਇਆ ਵਿਜ਼ਡਮ ਦੇ ਨਾਲ। ਜਿੱਥੇ ਮਹਿਲ ਵਿੱਚ ਕਹਿੰਦੇ ਨਾ ਗੁਰ ਤੇ ਮਹਿਲ ਪ੍ਰਾਪਤੇ, ਔਰ ਜਿੱਥੇ ਕਹਿੰਦੇ ਨੇ ਜਿਸ ਲਿਖਿਆ ਹੋਵੇ ਮਤ, ਉੱਥੇ ਉਹ ਪ੍ਰਾਪਤ ਕਰ ਰਿਹਾ ਹੈ। ਤੁਹਾਡੇ ਪਿਛਲੇ ਪਦੇ 'ਚ ਮੈਂ ਪ੍ਰੈਜ਼ੈਂਟ ਨਹੀਂ ਸੀ, ਪਰ ਜਦੋਂ ਉਸ ਮਹਿਲ ਨੂੰ ਪ੍ਰਾਪਤ ਕਰ ਲੈਂਦਾ ਹੈ, ਉਸ ਦਰ ਦੇ ਅੰਦਰ ਪਹੁੰਚ ਗਿਆ ਹੈ ਮਹਿਲ ਦੇ ਅੰਦਰ, ਤਾਂ ਉੱਥੇ ਕਹਿੰਦੇ ਨੇ ਨਾਨਕ ਬੱਧਾ ਕਰਤਾ, ਜਿੱਥੇ ਮਿਰਤ ਨਾ ਜਨਮ ਜ਼ਰਾ, ਨਾ ਉਹਨੂੰ ਮੌਤ ਹੈ, ਨਾ ਜਨਮ ਹੈ, ਨਾ ਬੁਢਾਪਾ ਹੈ। ਉਹ ਇੱਕਦਮ ਸਟੇਬਲ ਅਵਸਥਾ 'ਚ ਆਪੇ ਕਰੇ ਕਰਾਏ ਆਪੇ। ਫਿਰ ਉਹ ਸਤਿਗੁਰ ਦੀ ਮੱਤ ਲੈ ਕੇ ਆਪਣੇ ਅੰਤਰ ਦੀ ਸ੍ਰਿਸ਼ਟੀ ਨੂੰ ਸਾਜਦਾ ਹੈ। ਆਪੇ ਵੇਖਿਆ ਥਾਪ ਥਾਪੇ, ਫਿਰ ਉਹ ਆਪਣੇ ਅੰਦਰੋਂ ਅਵਗੁਣਾਂ ਨੂੰ ਖਤਮ ਕਰਦਾ ਹੈ ਔਰ ਚੰਗੇ ਚੰਗੇ ਗੁਣਾਂ ਦੀ ਸਥਾਪਨਾ ਕਰਦਾ ਹੈ। ਜਦੋਂ ਅਸੀਂ ਅਵਗੁਣਾਂ ਨੂੰ ਖਤਮ ਕਰਦੇ ਹਾਂ ਤਾਂ ਉਸ ਪ੍ਰਥਾਏ ਕਹਿੰਦੇ ਨੇ ਪੰਜ ਮਨਾਏ, ਪੰਜ ਰੁਸਾਏ, ਪੰਜ ਵਸਾਏ, ਪੰਜ ਗਵਾਏ। ਸੋ ਚੰਗੇ ਚੰਗੇ ਗੁਣ ਵਸਾਉਂਦੇ ਜਾਂਦੇ ਆ, ਅਵਗੁਣਾਂ ਨੂੰ ਆਪਣੇ ਉਹਦੇ ਚੋਂ ਕੱਢਦੇ ਜਾਂਦੇ ਆ। ਇਨ ਵਿਦ ਨਗਰ ਉਠਾ ਮੇਰੇ ਭਾਈ, ਇਸ ਤਰ੍ਹਾਂ ਉਹ ਨਵੀਂ ਸਥਾਪਨਾ ਕਰਦੇ ਨੇ ਔਰ ਅਵਗੁਣਾਂ ਨੂੰ ਕੱਢਦੇ ਜਾਂਦੇ ਨੇ। ਆਪਣੀ ਅੰਦਰਲੀ ਸ੍ਰਿਸ਼ਟੀ ਚੋਂ ਬਿਲਕੁਲ ਨਵੇਂ ਸਿਰਿਓਂ ਚੰਗੀ ਸਿਰਜਣਾ ਕਰਦੇ ਨੇ। ਫਿਰ ਗੁਰਮੁਖ ਸੇਵਾ ਮੇਰੇ ਪ੍ਰਭ ਭਾਵ ਹੈ, ਸੱਚ ਸੁਣ ਲੇਖੈ ਪਾਇੰਦਾ। ਇਹ ਜਿਹੜਾ ਮੇਰਾ ਪ੍ਰਭ ਹੈ ਨਾ, ਇਹ ਕੋਈ ਮਨ ਹੈ ਜਿਸ ਨੂੰ ਸਤਿਗੁਰ ਦੀ ਮੱਤ ਭਾਵ ਹੈ, ਭਾਵ ਪਸੰਦ ਆ ਚੁੱਕੀ ਸੀ, ਉਹਨੇ ਉਹਨੂੰ ਪਸੰਦ ਕੀਤਾ ਤੇ ਉਹ ਗੁਰੂ ਦੇ ਮੁਖ ਤੋਂ ਨਿਕਲੀ ਹੋਈ ਬਾਤ ਨੂੰ ਫੋਲੋ ਕਰਦਾ ਹੈ ਤੇ ਸੱਚ ਸੁਣ ਲੇਖੈ ਪਾਇੰਦਾ। ਉਹ ਹਰ ਗੱਲ ਨੂੰ ਉਸ ਨਿਯਮ ਦੇ ਅਨੁਸਾਰ ਕਰਦਾ ਹੈ ਜੋ ਉਸਨੂੰ ਗੁਰੂ ਦੀ ਮੱਤ ਪ੍ਰਾਪਤ ਹੋ ਗਈ ਹੈ, ਲੇਖੇ ਵਿੱਚ ਰਹਿੰਦਾ ਹੈ। ਹਾਂਜੀ जी वीर जी, बिल्कुल शॉर्टेज आप जी ने बड़ी खूबसूरती ਨਾਲ ਸਮਝਾਣਾ ਕੀਤਾ। ਇੱਕ ਪਦੇ ਦਾ ਇਜਾਜ਼ਤ ਹੋਏ ਤਾਂ ਇੱਕ ਪਦੇ ਦਾ ਪਾਠ ਹੋਰ ਕਰ ਲਈਏ, ਕਿਉਂਕਿ ਸਮਾਂ ਹੋ ਚੁੱਕਾ ਹੈ। ਅੱਜ ਆਖਰੀ ਪਦਾ ਹੈ ਤੇ ਪਾਠ ਕਰਕੇ 15वें 16 तक समाप्ति हो जाएगी। गुरमुख सच्चो सच कमावे, गुरमुख निर्मल मैल न लावे, नानक नाम रते विचारी, नामे नाम समाइंदा, गुरमुख सच्चो सच कमावे। जो गुरु दे अनुसारी होया मन कह लिए, सच्चो सच कमावे, मेरा सच ही कमाउंदा है। देखो अकर कमाउण दा है, कमाउंदा है, कार करदा है, उहियो कार करदा है जेड़े सच दे कार। गुरमुख निर्मल मैल न लावे, गुरु दा अनुसारी होया मन पवित्र हो जाता है, मैल तो रहित हो जाता है। मैल न लावे, हुण सूरत उसदी मैल ते टिकदी नहीं, हुण केवल ते केवल सच नाल उदी सूरत जुड़दी है, मन उसदा हुण पूरी तरह पवित्र हो गया। नानक नाम रते विचारिए, नानक नाम विच रते, रते तो पावे जेड़े भिज गए, जिसने नाम ਨੂੰ ਐਕਸੈਪਟ ਕਰ ਲਿਆ। ਸਾਡਾ ਮਨ ਨੇ ਨਾ ਕਈ ਗੱਲਾਂ ਐਕਸੈਪਟ ਕਰਦਾ ਹੈ, ਕਈ ਗੱਲਾਂ ਰਿਜੈਕਟ ਕਰ ਦਿੰਦਾ। ਨਾਮ ਅਸੀਂ ਸੁਣਦੇ ਹਾਂ, ਨਾਮ ਦੇ ਅਰਥ ਅਸੀਂ ਸੁਣਦੇ ਹਾਂ, ਪਰ ਮਨ ਉਹਦੇ ਅਰਥਾਂ ਨੂੰ ਮੰਨਣ ਨੂੰ ਤਿਆਰ ਨਹੀਂ ਹੁੰਦਾ, ਤਈਓ ਉਸ ਮੁਤਾਬਿਕ ਕਾਰ ਵਿਹਾਰ ਨਹੀਂ ਕਰਦਾ। ਰੱਤੇ ਤੋਂ ਭਾਵ ਹੈ ਕਿ ਜਿਸਨੇ ਐਕਸੈਪਟ ਕਰ ਲਿਆ, ਜਿਹੜੀ ਗੱਲ ਸਿਰਫ ਸੁਣਨ ਤੱਕ ਨਹੀਂ ਰਹੀ, ਬੁੱਝਣ ਤੱਕ ਨਹੀਂ ਰਹੀ,
ਮੰਨਣ ਤੇ ਵੀ ਆ ਗਈ, ਜਿਸਨੇ ਐਕਸੈਪਟ ਕਰ ਲਿਆ ਰੱਤੇ, ਕਹਿੰਦੇ ਨੇ ਫਿਰ ਉਹ ਵਿਚਾਰੀ ਬਣ ਜਾਂਦਾ ਹੈ, ਭਾਵ ਸੂਝਵਾਨ ਹੋ ਜਾਂਦਾ ਹੈ, ਸਮਝਦਾਰ ਹੋ ਜਾਂਦਾ ਹੈ। ਕੇਵਲ ਕੰਨਾਂ ਤੱਕ ਤੇ ਬੁੱਧ ਤੱਕ ਨਹੀਂ ਰਹਿ ਗਈ ਗੱਲ, ਹੁਣ ਉਹ ਸੂਝ ਵਿੱਚ ਵੀ ਆ ਗਈ ਹੈ, ਸਮਝ ਵਿੱਚ ਵੀ ਆ ਗਈ ਹੈ। ਨਾਨਕ ਨਾਮ ਰਤੇ ਵਿਚਾਰੀ ਨਾਮੇ ਨਾਮ ਸਮਾਇਂਦਾ, ਨਾਮੇ ਨਾਮ ਸਮਾਇਂਦਾ ਤਾਂ ਪਾਵੇ ਨਿਰੋਲ ਨਾਮ ਵਿੱਚ ਹੀ ਸਮਾ ਜਾਂਦਾ ਹੈ, ਲੀਨਤਾ ਬਣ ਜਾਂਦੀ ਹੈ, ਕੋਈ ਭੇਦ ਨਹੀਂ ਰਹਿ ਜਾਂਦਾ, ਇੱਕ ਮਿੱਕਤਾ ਬਣ ਜਾਂਦੀ ਹੈ। ਜੀ ਅਰਵਿੰਦਰ ਵੀਰ ਜੀ। ਜਿਹੜੀ ਪੰਕਤੀ ਕਹਿ ਰਹੀ, ਕਹਿੰਦੇ ਵੀ ਗੁਰਮੁਖ ਸੱਚੋ ਸੱਚ ਕਮਾਵੇ, ਸਾਰੀ ਜਿਹੜੀ ਪ੍ਰਸੰਗ ਚੱਲੀ ਜਾਂਦਾ ਪਿਆ ਵੀ ਗੁਰੂ ਕਿਤਨਾ ਇੰਪੋਰਟੈਂਟ ਹੈ, ਗੁਰਮੁਖ ਬੰਨਾ ਕਿਤਨਾ ਇੰਪੋਰਟੈਂਟ ਹੈ। ਗੁਰੂ ਦੀ ਅਗਵਾਈ ਤੋਂ ਬਿਨਾਂ ਜੇ ਕੁਝ ਕੰਮ ਕੀਤਾ ਤੂਨੇ, ਤੁਹਾਨੂੰ ਇਹ ਦੋ ਦਿਨ ਪਹਿਲਾਂ ਵਿੱਚ ਕਹਿੰਦੇ ਉਹ ਪੰਕਤੀ ਆਈ ਸੀ ਵੀ ਉਹ ਕਹਿੰਦੇ ਮਨ ਹੱਡ ਜੋ ਕਮਾਵੇ, ਕਹਿੰਦੇ ਤਿਲ ਨਾ ਲਿਖੇ ਪਾਵੇ। ਤੂੰ ਮਨ ਹੱਡ ਉਹ ਵੀ ਕਮਾਉਂਦਾ ਪਿਆ, ਉਹ ਨੰਗੇ ਪੈਰੀ ਜਾਂਦਾ, ਬਟ ਵਟਐਵਰ ਉਹਨੇ ਮਨ ਦੀਆਂ ਜੋ ਉਹਨੇ ਸੋਚਾਂ ਬਣਾ ਲਿੱਤੀਆਂ ਤੇ ਵੀ ਇਹ ਕਿਰਿਆ ਧਾਰਮਿਕ ਹੈ, ਵੀ ਗਿਣਤੀ ਦੇ ਪਾਠ ਕਰ ਲਿੱਤੇ, ਗੜਵਾ ਪਾਣੀ ਦਾ ਭਰ ਕੇ ਰੱਖ ਦਿੱਤਾ ਉੱਥੇ, ਬਾਅਦ ਜਦੋਂ ਐਸ ਅੰਮ੍ਰਿਤ ਅਸੀਂ ਉਹਨੂੰ ਵਰਤਾਨੇ ਪਏ ਆ ਵੀ ਉਹ ਕਹਿੰਦੇ ਵਰਤ ਨੇਮ ਸੰਜਮ ਮੇ ਰਹਿਤਾ ਤਾਂ ਕਾ ਆੜ ਨਾ ਪਾਇਆ। ਜਿਹੜੇ ਮਨ ਦੀ ਅਗਵਾਈ ਵਿੱਚ ਫਿਰ ਹੱਡੀ ਬਣ ਕੇ ਨਹੀਂ, ਉਦੋਂ ਸਾਨੂੰ ਪੰਜ ਦਾ ਗੁਰਬਾਣੀ ਹੀ ਗੁਰਮਤ ਹੈ। ਗੁਰਬਾਣੀ ਤੋਂ ਬਾਹਰ ਕਿੱਥੇ ਹੋ ਸਕਦੀ? ਜੇ ਕਿਸੇ ਚੀਜ਼ ਨੂੰ ਅਸੀਂ ਕਹੀਏ ਕਿ ਇਹ ਗੁਰਮਤ ਦਾ ਫੈਸਲਾ ਹੈ ਤੇ ਸਾਨੂੰ ਉਹਦੇ ਬਾਣੀ ਦੇ ਫਰਮਾਨ ਉਹਦੇ ਨਾਲ ਮਿਲਣੇ ਹੀ ਚਾਹੀਦੇ। ਜੇ ਅਸੀਂ ਕੋਈ ਦਾਵਾ ਕਰ ਨਹੀਂ ਸਕਦੇ ਅਦਰਵਾਈਜ਼ ਕਰੀ ਇਹ ਗੁਰਮਤ ਹੈ, ਗੁਰਬਾਣੀ ਵਿੱਚ ਸਾਰੀ ਹੈ। ਗੁਰਬਾਣੀ ਹਰ ਨਾਮ ਸਮਾਇਆ, ਗੁਰਬਾਣੀ ਵਿੱਚੋਂ ਹੀ ਤੇ ਗੁਰਮਤ ਦੀ ਜਾਂਚ ਮਿਲਣੀ ਸੀ। ਲੇਕਿਨ ਗੁਰਬਾਣੀ ਦੇ ਫਰਮਾਨ ਸਪਸ਼ਟ ਹੁੰਦਿਆਂ ਵੀ ਅਸੀਂ ਕਈ ਵਾਰ ਜਿਹੜਾ ਹੈ ਨਾ, ਅਸੀਂ ਉਹ ਮਨ ਹੱਟ ਦੇ ਕਾਰਨ ਜਿਹੜਾ ਹੈ ਨਾ, ਗੁਰੂ ਕਹਿੰਦੇ ਫਿਰ ਮਨ ਹੱਟ ਜੋ ਕਮਾਵੇ। ਤੂੰ ਮਿਹਨਤ ਉਹ ਵੀ ਕਰਦਾ ਪਿਆ, ਜਿਹੜਾ ਬੰਦਾ ਨੰਗੇ ਪੈਰੀ ਜਾਂਦਾ ਪਿਆ, ਰੋਟੀ ਨਹੀਂ ਖਾਂਦਾ ਪਿਆ, ਧੁਨੀਆਂ ਤਪਾਉਂਦਾ ਪਿਆ, ਜਿਹੜਾ ਬੰਦਾ ਕਸ਼ਟ ਸਹਾਰਦਾ ਪਿਆ, ਮਿਹਨਤ ਉਹ ਵੀ ਕਰਦਾ ਪਿਆ, ਤੇ ਗੁਰੂ ਕਹਿੰਦੇ ਮਨ ਹੱਟ ਜੋ ਕਮਾਵੇ। ਇੱਥੇ ਕਹਿੰਦਾ ਗੁਰਮੁਖ ਸੱਚੋ ਸੱਚ ਕਮਾਵੇ। ਉਹ ਕਹਿੰਦੇ ਵੀ ਉਹ ਮਨ ਹੱਟ ਜੋ ਕਮਾਵੇ, ਕਹਿੰਦੇ ਤਿਲ ਨਾ ਲਿਖੇ ਪਾਵੇ। ਮਨ ਹੱਟ ਮਤੀ ਬੂੜੀਏ, ਡੁੱਬ ਜਾਏਗਾ। ਤੂੰ ਕਰੇ ਆਪਣੇ ਵਾलों ਨੇ ਵੀ ਜਿਹੜੀ 2 ਦਿਨ ਪਹਿਲਾਂ ਪੰਕਤੀ ਕਹਿੰਦੇ ਨੇ ਮਨਮੁਖ ਕਰਮ ਕਰੇ ਸੋ ਛੀਜੈ। ਅੱਛਾ ਦੇਖ 2 ਦਿਨ ਬੰਦ ਪਹਿਲਾਂ ਜਿਹੜਾ ਮੈਂ ਵੀ ਇਹ ਵਾਲੀ ਪੰਕਤੀ ਸੀ, ਕਹਿੰਦੇ ਮਨ ਹੱਟ ਕਰਮ ਕਰੇ ਸੋ ਛੀਜੈ। ਪਰਵਾਹ ਨਹੀਂ ਹੋਣੇ ਜਿਹੜਾ ਗੁਰਮੁਖ, ਜੇ ਗੁਰੂ ਤੂੰ ਭਾਵੇਂ ਘੱਟ ਕੰਮ ਕਰ, ਕਈ ਵਾਰ ਨਾ ਡਾਇਰੈਕਸ਼ਨ ਰੌਂਗ ਹੋ ਜਾਏਗਾ ਨਾ, ਅਸੀਂ ਗੋਲ ਤੋਂ ਬਹੁਤ ਦੂਰ ਚਲੇ ਜਾਵਾਂਗੇ। ਭਾਵੇਂ ਘੱਟ ਟੂਰ, ਲੇਕਿਨ ਜੋ ਡਾਇਰੈਕਸ਼ਨ ਜਿਹੜੀ ਹੈ ਨਾ ਉਹ ਤੇ ਸਹੀ ਪੜ ਲੈ। ਜੇ ਤੇਰੀ ਸਪੀਡ ਵੀ ਜ਼ਿਆਦਾ ਹੈ, ਡਾਇਰੈਕਸ਼ਨ ਵੀ ਪੁੱਠਾ ਹੈ, ਤੂੰ ਤੇ ਪਤਾ ਨਹੀਂ ਕਿੱਥੇ ਜਾ ਕੇ ਪੜ ਜਾਏਗਾ। ਤੇ ਗੁਰੂ ਕਹਿੰਦਾ ਵੀ ਜਿਹੜਾ ਬੰਦਾ ਗੁਰੂ ਕੋਲੋਂ ਗੁਰੂ ਦੀ ਅਗਵਾਈ ਵਿੱਚ ਕੰਮ ਕਰਦਾ ਹੈ ਨਾ, ਸਾਨੂੰ ਜਿਹੜੀ ਮਰਜ਼ੀ ਕਰਿਆ ਹੋਵੇ, ਸਾਨੂੰ ਜਿਹੜਾ ਮਰਜ਼ੀ ਬੰਦਾ ਕਹੇ ਕਿ ਇਹ ਜੀ ਇਹ ਨਹੀਂ ਹੈ, ਇੱਕ ਨਹੀਂ। ਅੱਛਾ ਮੈਂ ਲਾਸਟ ਟਾਈਮ ਸ਼ੇਅਰ ਕੀਤਾ ਸੀ ਵੀ ਕੋਈ ਬੱਚਾ ਨਾਲ ਆਇਆ, ਉਹਨੇ ਬਾਲਟੀ ਹੇਠਾਂ ਰੱਖੀ, ਬੰਦਾ ਕਹਿੰਦਾ ਨਹੀਂ ਬਾਲਟੀ ਹੇਠਾਂ ਨਹੀਂ ਰੱਖਣੀ, ਇਹਦੇ ਨਾਲ ਜੀ ਬੇਦਬੀ ਹੋ ਜਾਂਦੀ ਹੈ। ਬੰਦਾ ਕਹਿੰਦਾ ਦੱਸੋ ਗੁਰਬਾਣੀ ਤੋਂ ਲਾਈਨ ਦੱਸੋ ਵੀ ਅੱਛਾ ਇਹ ਨਿਸ਼ਾਨ ਸਾਹਿਬ ਦੀ ਪਰਿਕਰਮਾ ਕਰਨੀ, ਗੁਰਬਾਣੀ ਤੋਂ ਲਾਈਨ ਦੱਸੋ। ਜੇ ਗੁਰਮਤ ਹੈ ਤੇ ਗੁਰਬਾਣੀ ਤੋਂ ਪੰਕਤੀ ਕੋਟ ਕਰੋ ਵੀ ਇਹ ਨੀਲਾ ਚੋਲਾ ਪਾਣਾ ਜਿਹੜਾ ਹੈ ਇਹ ਧਾਰਮਿਕ ਕਿਰਿਆ ਹੈ, ਗੁਰਬਾਣੀ ਤੋਂ ਲਾਈਨ ਦੱਸੋ। ਗੁਰਬਾਣੀ 50 ਥਾਵਾਂ ਦੇ ਜਿਹੜੇ ਭੇਖ ਉਹਨੂੰ ਕੰਡੈਮ ਕਰਦੀ ਹੋਵੇ ਤੇ ਫਿਰ ਅਸੀਂ ਕਹਿੰਦੇ ਪਰੰਪਰਾ ਦੇ ਨਾਮ ਤੇ ਉਹਨੂੰ ਵੇਚ ਦਿੰਦੇ ਹਾਂ ਵੀ ਪਰੰਪਰਾ ਚੱਲੀ ਆਂਦੀ ਪਈ ਹੈ। ਜਿਹੜਾ ਗੁਰਮੁਖ ਬੰਦਾ ਹੈ ਨਾ, ਕਹਿੰਦਾ ਮਨਮੁਖੀ ਮਨ ਹੱਠ ਹਾਰਿਆ ਕੂੜ ਕੁਸਤ ਕਮਾਏ। ਜਿਹੜਾ ਮਨਮੁਖ ਬੰਦਾ ਹੈ ਨਾ, ਉਹ ਮਨ ਹੱਠ ਵਿੱਚ ਆ ਕੇ ਉਹ ਹਾਰ ਜਾਂਦਾ ਹੈ। ਇੱਥੇ ਇੱਕ ਪਾਸੇ ਕਮਾਇਆ, ਕਹਿੰਦਾ ਮਨਮੁਖੀ ਮਨ ਹੱਠ ਹਾਰਿਆ, ਉਹ ਕਰਦਾ ਕੀ? ਕਹਿੰਦਾ ਉਹ ਕਮਾਉਂਦਾ ਕੀ ਹੈ? ਕਹਿੰਦਾ ਕੂੜ ਕੁਸਤ ਕਮਾਏ। ਇਹਦੇ ਨਾਲ ਗੁਰਮੁਖ ਸੱਚੋ ਸੱਚ ਕਮਾਵੇ। ਗੁਰਮੁਖ ਦੀ ਕਮਾਈ ਨਾਲ ਨਿਪਣ ਵਾਲੀ ਕਮਾਈ ਹੈ। ਜਿਹੜੀ ਮਨਮੁਖ ਦੀ ਕਮਾਈ ਹੈ ਨਾ, ਉਹ ਕਹਿੰਦੇ ਤਿਲ ਨਾ ਲੇਖੇ ਪਾਵੇ। ਰੱਬ ਦੀ ਨਜ਼ਰਾਂ ਵਿੱਚ ਉਹਦੀ ਕੋਈ ਕਹਿੰਦੇ ਵੀ ਉਹ ਕਹਿੰਦਾ ਮਨਮੁਖ ਕੂੜ ਵਰਤੈ ਵਰਤਾਰਾ, ਬਿਨ ਸਤਿਗੁਰ ਭਰਮ ਨਾ ਜਾਣੀਏ। ਇਹ ਵੀ ਗੁਰਮੁਖ ਸੱਚੋ ਸੱਚ ਕਮਾਵੇ, ਗੁਰਮੁਖ ਨਿਰਮਲ ਮੈਲ ਨਾ ਲਾਵੇ। ਜਿਹੜਾ ਗੁਰੂ ਦੇ ਅਨੁਸਾਰੀ ਹੋ ਕੇ ਕੰਮ ਕਰਦਾ ਹੈ, ਉਹਦਾ ਜੀਵਨ ਉਹ ਮੈਲ ਰਹਿਤ ਹੋ ਜਾਂਦਾ ਹੈ। ਮੈਲ ਕਿਹੜੀ ਹੈ? ਮੈਲ ਪਾਪਾਂ ਦੀ ਹੈ। ਭਰੀਏ ਮਤ ਪਾਪਾਂ ਕੇ ਸੰਗ, ਵੀ ਉਹ ਕਹਿੰਦੇ ਮਨਮੁਖ ਮੈਲੇ ਮਲ ਭਰੇ। ਤੇ ਮਨਮੁਖੀ ਜੀਵਨ ਵਾਲੇ ਨੇ ਨਾ, ਬਤਾਓ ਸਮਝਣ ਕਿ ਅਸੀਂ ਕਰੀ ਜਾਂਦੇ ਪਿਆ। ਕਈ ਵਾਰ ਨਾ ਕਈ ਲੋਕ ਕੋਡ ਕਰਦੇ ਨੇ ਕਿ ਵੀ ਉਹ ਪਤਿਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੇ ਕਾਲੇ। ਵੀ ਕਈ ਵਾਰ ਕੋਡ ਕਰਦੇ ਨੇ ਕਿ ਰੱਬ ਜਿਹੜਾ ਹੈ ਨਾ, ਤੁਹਾਡੀ ਕੀਤੀ ਹੋਈ ਘਾਲਨਾ ਦਾ ਇੱਕ ਤਿਲ ਵੀ ਜਿਹੜਾ ਹੈ ਨਾ ਉਹ ਤੁਹਾਨੂੰ ਰੱਖਦਾ ਨਹੀਂ।
ਲੇਕਿਨ ਜਿਹੜੀ ਘਾਲਣਾ ਵੀ ਕਹਿੰਦੇ ਜੋ ਦੂਜੇ ਪਾਸੇ ਗੁਰੂ ਕਹਿੰਦੇ ਜੋ ਪਾਥਰ ਕੀ ਪਾਈ ਪਾਏ ਤਿਨ ਕੀ, ਉੱਥੇ ਵੀ ਵਰਡ ਘਾਲ ਹੀ ਯੂਜ਼ ਕਰਦੇ ਪਏ ਨੇ। ਜੋ ਪਾਥਰ ਕੀ ਪਾਈ ਪਾਏ ਤਿਨ ਕੀ ਘਾਲ ਅਜਾਈ ਜਾਏ, ਵੇਸਟ ਕਿਸੇ ਕਿਸੇ ਉਹ ਕੰਨ ਨਾ ਹੀ ਸੋ ਗਾਹਨ ਲੱਗ, ਕਾਏ ਜਪੋਰੇ ਕਾਏ ਤਪੋਰੇ ਕਾਏ ਬਿਲੋ ਉਹ ਪਾਣੀ, ਤੇਰਾ ਕੀਤਾ ਹੋਇਆ ਕਹਿੰਦੇ ਵੀ ਮਨਮੁਖ ਮੈਲੇ ਮਲ ਭਰੇ, ਕਹਿੰਦੇ ਮਨਮੁਖ ਮੈਲ ਨਾ ਉਤਰੇ। ਗੱਲ ਚਲਦੀ ਸੀ ਵੀ ਗੁਰਮੁਖ ਨਿਰਮਲ ਮੈਲ ਨਾ ਲਾਵੇ। ਜਦੋਂ ਇੱਕ ਪੱਖ ਨੂੰ ਸਮਝਣਾ ਦੂਜਾ ਪੱਖ ਰੱਖਾਂਗੇ ਤਾਂ ਸ਼ਾਇਦ ਇੱਕ ਪੱਖ ਸਮਝਣਾ ਹੋਰ ਸੌਖਾ ਹੋ ਜਾਵੇ। ਕਹਿੰਦੇ ਮਨਮੁਖ ਮੈਲ ਨਾ ਉਤਰੇ, ਜਿਚਰ ਗੁਰ ਸ਼ਬਦ ਨਾ ਕਰੇ ਪਿਆਰ। ਤੂੰ ਜੇ ਉਹਦੇ ਵਿੱਚ ਝਗੜਾ ਕਰਦੇ ਆ ਅੰਧਨ ਗੁਜ਼ਰੇ। ਸਾਡੇ ਕਈ ਸਾਡੇ ਵਿਚਾਰਾਂ ਉੱਤੇ ਸਾਡਾ ਟਕਰਾਅ ਹੈ, ਉਹ ਕਹਿੰਦੇ ਵੀ ਝਗੜਾ ਕਰਦੇ ਆ ਅੰਧਨ ਗੁਜ਼ਰੇ। ਅਸੀਂ ਰੋਜ਼ ਝਗੜਾ ਕਰਨੇ, ਕਹਿੰਦੇ ਸ਼ਬਦ ਨਾ ਕਰੇ ਵਿਚਾਰ। ਤੂੰ ਸ਼ਬਦ ਦੀ ਦੇਖ ਲੈ ਨਾ। ਗੁਰੂ ਸਾਡਾ ਦੋਨੋਂ ਦਾ ਗੁਰੂ ਗ੍ਰੰਥ ਸਾਹਿਬ ਹੈ, ਅਸੀਂ ਦੋਨੋਂ ਉਹਦੀ ਕਸਵੱਟੀ ਲਗਾਉਣ ਨੂੰ ਤਿਆਰ ਹਾਂ। ਝਗੜਾ ਕਰਨ ਦੇ ਥਾਈਂ ਬੈਟਰ ਨਹੀਂ ਹੈ ਕਿ ਅਸੀਂ ਗੁਰੂ ਸ਼ਬਦ ਦੀ ਵਿਚਾਰ ਹੀ ਕਰ ਲਈਏ। ਵੀ ਹੋਏ ਕਤਰ ਮਿਲੋ ਮੇਰੇ ਭਾਈ। ਕਹਿੰਦੇ ਸਤਿਗੁਰੂ ਸੇਵੇ ਹਰ ਮਨ ਵਸੈ, ਲੱਗੇ ਨਾ ਮੈਲ ਪਤੰਗ। ਜੇ ਤੂੰ ਸਤਿਗੁਰੂ ਦੀ ਸੇਵਾ ਕੀਤੀ ਨਾ, ਸਤਿਗੁਰੂ ਦੀ ਸੇਵਾ ਸ਼ਬਦ ਦੀ ਵਿਚਾਰ ਹੈ, ਕਹਿੰਦੇ ਥੋੜੀ ਵੀ ਮੈਲ ਨਹੀਂ ਲੱਗੇਗੀ। ਕਹਿੰਦੇ ਗੁਰਮੁਖ ਨਿਰਮਲ ਮੈਲ ਨਾ ਲਾਵੇ। ਉਹ ਲਗਵਾਉਂਦਾ ਇੱਕ ਨਾ ਵੀ ਇੱਕ ਲੱਗੇ ਤੇ ਨਾ ਲਾਵੇ, ਉਹ ਲਗਵਾ ਕੇ ਨਹੀਂ ਲੈ ਲੈਂਦਾ। ਅਸਲੀ ਗੱਲ ਕਹਿੰਦਾ ਇਟਸ ਅ ਡਾਇਨਾਮਿਕ ਲਾਈਫ। ਸਾਡੇ ਜੀਵਨ ਕਹਿੰਦੇ ਜੁਗ ਜੁਗ ਫੇਰ ਵਟਾਈਏ। ਇਹ ਪ੍ਰਭਾਵ ਜਿਹੜਾ ਨਾ ਮਨ ਦੇ ਉੱਤੇ ਸਤਿਯੁਗ ਦੁਆਪਰ ਤ੍ਰੇਤਾ ਜਿਹੜਾ ਇਹਦਾ ਪ੍ਰਭਾਵ ਬਣਿਆ ਰਹਿਣਾ। ਵੀ ਕਦੀ ਸੰਤੋਖ ਨਾਲ ਡਰਿਵਨ ਸਾਡਾ ਮਾਈਂਡ ਰਹੇਗਾ, ਕਦੀ ਕੂੜ ਦੇ ਨਾਲ, ਕਦੀ ਤ੍ਰਿਸ਼ਨਾ ਦੇ ਨਾਲ। ਤੇ ਇਹ ਮਨ ਦੇ ਪ੍ਰਭਾਵ ਕਹਿੰਦੇ ਜੁਗ ਜੁਗ ਫੇਰ ਵਟਾਈਏ। ਇਹ ਡਾਇਨਾਮਿਕ ਹੈ। ਵਿਦ ਟਾਈਮ ਪ੍ਰਭਾਵ ਚੇਂਜ ਹੁੰਦਾ ਰਹੇਗਾ। ਤੇ ਗਿਆਨ ਨਹੀਂ ਬੁੱਝੇ ਤਾਂ ਜੇ ਤੂੰ ਗਿਆਨਵਾਨ ਹੈ ਨਾ, ਤੂੰ ਸਮਝ ਜਾਏਗਾ ਕਿ ਹੁਣ ਮੇਰਾ ਮਨ ਕਿਹਦੀ ਅਗਵਾਈ ਵਿੱਚ ਚੱਲਦਾ ਪਿਆ, ਉਹਨੂੰ ਚੇਂਜ ਕਰ ਲੈ। ਕਹਿੰਦਾ ਨਾਨਕ ਨਾਮ ਰਤੇ ਵਿਚਾਰੀ। ਜਿਹੜੇ ਪਰਮਾਤਮਾ ਦੇ ਨਾਮ, ਉਹ ਕਹਿੰਦੇ ਨੇ ਵੀ ਹੈ ਵੀ ਅਸੀਂ ਕਹਿੰਦੇ ਨਾਨਕ ਕੇ ਕਰ ਕੇਵਲ ਨਾਮ। ਇੱਥੇ ਕੋਈ ਕਿਸੇ ਕਰਮ ਕਾਂਡ ਦੀ ਕੋਈ ਕਲਾਸੀਫਿਕੇਸ਼ਨ ਨਹੀਂ ਹੈ। ਇਤਨੀ ਵਾਰ ਐ ਕਰੋ ਐ ਕਰੋ। ਇੱਥੇ ਤੇ ਸਾਰਾ ਕਹਿੰਦੇ ਨਾਨਕ ਘਰ ਹੀ ਬੈਠਿਆ ਸ਼ੋ ਮਿਲੇ ਜੇ ਨੀਅਤ ਰਾਸ ਕਰੇ। ਇੱਥੇ ਉਹ ਫਲਾਣਾ ਕਪੜਾ ਇਹ ਪਾਓ, ਇਹ ਇੰਨੀ ਵਾਰ ਇੱਥੇ ਜਾਓ, ਇਤਨੀ ਵਾਰ ਨਹਾਓ, ਪੈਰਾਂ ਵਿੱਚ ਪਾਓ, ਜੋੜੇ ਪਾਓ ਨਾ ਪਾਓ, ਇਹ ਵਾਲੇ ਕੱਪੜੇ ਪਾਓ, ਇਹ ਵਾਲੇ ਕੱਪੜੇ ਨਾ ਪਾਓ। ਇੱਥੇ ਕੋਈ ਉਹਦੀ ਨਾਨਕ ਕੇ ਕਰ ਕੇਵਲ ਨਾਮ। ਤੇ ਜਿਨ੍ਹਾਂ ਬੰਦਿਆਂ ਦਾ ਜੀਵਨ ਨਾਮ ਵਿੱਚ ਰਤਿਆ ਜਾਂਦਾ ਹੈ, ਨਾਮ ਨਾਲ ਰੰਗਿਆ ਜਾਂਦਾ ਹੈ, ਉਹ ਜ਼ਿੰਦਗੀ ਦੇ ਹਰ ਕਰਮ ਦੀ ਅਗਵਾਈ ਕੇਵਲ ਤੇ ਕੇਵਲ ਨਾਮ ਕੋਲੋਂ ਲੈਂਦੇ ਨੇ। ਨਾਮ ਨੂੰ ਵਿਚਾਰਦੇ ਨੇ। ਇਹ ਨਾਮ ਨੂੰ ਵਿਚਾਰਨਾ ਪਏਗਾ, ਕਿਉਂਕਿ ਇਟ ਇਜ਼ ਕਈ ਵਾਰ ਪਰਸਪੈਕਟਿਵ ਸ਼ਬਦ ਜਿਹੜਾ ਹੈ ਨਾ, ਰਾਈਟਰ ਨੇ ਕਿਸ ਪਰਸਪੈਕਟਿਵ ਵਿੱਚ ਸ਼ਬਦ ਨੂੰ ਉਚਾਰਨ ਕੀਤਾ ਹੈ। ਵੱਖ-ਵੱਖ ਸ਼ਬਦ ਆਣਗੇ ਜਿਨ੍ਹਾਂ ਨੂੰ ਵੱਖ-ਵੱਖ ਸ਼ਬਦ ਇੱਕੋ ਵਰਡ ਨੂੰ ਵੱਖ-ਵੱਖ ਸ਼ਬਦਾਂ ਵਿੱਚ ਵੱਖ-ਵੱਖ ਪ੍ਰਸੰਗ ਦੇ ਤੌਰ ਤੇ ਲਿੱਤਾ ਗਿਆ ਹੋ ਸਕਦਾ ਹੈ। ਤੇ ਸਾਨੂੰ ਵਿਚਾਰਨਾ ਪਏਗਾ ਕਿ ਵਾਟ ਦ ਰਾਈਟਰ ਵਾਂਟਡ ਟੂ ਡਿਲੀਵਰ। ਜਿਹੜਾ ਆਪਣੇ ਨਾਨਕ ਨਾਮ ਰਤੇ ਵਿਚਾਰੀ, ਕਹਿੰਦਾ ਨਾਮੇ ਨਾਮ ਸਮਾਇਦਾ। ਉਹ ਕੇਵਲ ਆਪਣਾ ਜੀਵਨ ਉਹ ਨਾਮ ਵਿਚਾਰਦਾ ਵੀ ਹੈ, ਔਰ ਆਪਣਾ ਜੀਵਨ ਕੇਵਲ ਨਾਮ ਨੂੰ ਸਮਰਪਿਤ ਕਰਦਾ। ਵੀ ਮੈਂ ਜ਼ਿੰਦਗੀ ਦਾ ਜੋ ਕਰਮ ਕਰਨਾ ਹੈ, ਮੈਂ ਕੇਵਲ ਨਾਮ ਦੀ ਅਗਵਾਈ ਵਿੱਚ ਹੀ ਕਰਾਂ। ਹਾਂਜੀ ਜੀ ਵੀਰ ਜੀ, ਬਿਲਕੁਲ ਨਾਮ ਦੀ ਅਗਵਾਈ ਵਿੱਚ ਗੁਰੂ ਦੀ ਮੱਤ ਮੁਤਾਬਿਕ ਕਾਰਜ ਹੋਣੇ ਚਾਹੀਦੇ ਹਨ। ਆਪ ਜੀ ਨੇ ਜੋੜਿਆਂ ਦਾ ਤੇ ਜ਼ਿਕਰ ਵੀ ਕੀਤਾ ਹੈ, ਨਾਲ ਜੁਰਾਬਾਂ ਵੀ ਐਡ ਕਰ ਲਈਏ। ਇਹ ਮੈਨੇਜਮੈਂਟ ਦਾ ਤੇ ਸਫਾਈ ਦਾ ਵਿਸ਼ਾ ਹਨ, ਇਹ ਗੁਰਮਤ ਦਾ ਵਿਸ਼ਾ ਨਹੀਂ। ਜੋੜੇ ਪਾਣੇ ਚਾਹੀਦੇ ਜਾਂ ਨਹੀਂ ਪਾਣੇ ਚਾਹੀਦੇ, ਜੁਰਾਬਾਂ ਪਾ ਕੇ ਦਰਬਾਰ ਹਾਲ ਜਾਣਾ ਚਾਹੀਦਾ ਜਾਂ ਨਹੀਂ ਚਾਹੀਦਾ, ਇਹ ਸਫਾਈ ਦਾ ਹਾਈਜੀਨ ਦਾ ਵਿਸ਼ਾ ਹੈ। ਇਹ ਗੁਰਮਤ ਦਾ ਵਿਸ਼ਾ ਨਹੀਂ। ਅਸੀਂ ਉਹਨੂੰ ਗੁਰਮਤ ਨਾਲ ਰਿਲੇਟ ਕਰਕੇ ਗੁਰਦੁਆਰਿਆਂ ਵਿੱਚ ਅਕਸਰ ਇਹਨਾਂ ਵਿਸ਼ਿਆਂ ਦੇ ਉੱਤੇ ਬਹਿਸਾਂ ਹੁੰਦੀਆਂ, ਝਗੜੇ ਹੁੰਦੇ ਹਨ। ਬਿਲਕੁਲ ਸਾਨੂੰ ਗੁਰੂ ਦੀ ਮੱਤ ਲੈਣ ਦੀ ਲੋੜ ਹੈ। ਜੀ ਵਿੰਦਰੀ ਬੁਆ ਜੀ। ਹਾਂਜੀ, ਗੁਰਮੁਖ ਸੱਚੋ ਸੱਚ ਕਮਾਵੇ, ਗੁਰਮੁਖ ਨਿਰਮਲ ਮੈਲ ਨਾ ਲਾਵੇ। ਇਹ ਉਸ ਗੁਰਮੁਖ ਮਨ ਦੀ ਗੱਲ ਕरें ਜਿਸਨੇ ਪੂਰੀ ਤਰ੍ਹਾਂ ਉਸ ਇੱਕ ਦੇ ਵਿਚਾਰਾਂ ਦੇ ਵਿੱਚ, ਗੁਣਾਂ ਦੇ ਵਿੱਚ ਸਾਂਝ ਪਾ ਕੇ ਇਨਟਿਊਨਡ ਹੋ ਕੇ ਔਰ ਉਸਨੂੰ ਐਕਸਪੀਰੀਅੰਸ ਕਰ ਲਿੱਤਾ ਹੈ। ਫਿਰ ਜਦੋਂ ਐਕਸਪੀਰੀਅੰਸ ਕਰਕੇ ਤੇ ਫਿਰ ਉਹ ਜਿਹੜਾ ਮਨ ਹੈ ਜੋ ਗੁਰਮੁਖ ਹੈ, ਟੋਟਲੀ ਇਸ ਬਿਕਮ ਦ ਪਿਓਰਿਟੀ, ਜਿਹੜਾ ਪ੍ਰਕਾਸ਼ਮਾਨ ਹੋ ਗਿਆ, ਪੂਰਾ ਅਵੇਕਨਿੰਗ ਵਿੱਚ ਆ ਗਿਆ। ਫਿਰ ਉਸ ਦੇ ਉੱਪਰ ਕੋਈ ਵੀ ਗਲਤ ਵਿਚਾਰ ਜਾਂ ਅਵਗੁਣ ਦੀ ਮੈਲ ਨਹੀਂ ਲੱਗ ਸਕਦੀ, ਕਿਉਂਕਿ ਉਸ ਟਾਈਮ ਦਾ ਮਨ ਜਿਹੜਾ ਹੈ ਪੂਰੀ ਤਰ੍ਹਾਂ ਉਹਦੇ ਵਿਚਾਰਾਂ, ਉਹਦੇ ਗੁਣਾਂ ਦਾ ਨੌਲੇਜ ਦੇ ਵਿੱਚ ਪੂਰੀ ਦਾ ਭਿੱਜ ਗਿਆ, ਪੂਰੀ ਦਾ ਸਾਂਝ ਪਾ ਲਿੱਤਾ ਹੈ। ਫਿਰ ਨਾਮੇ ਨਾਮ ਸਮਾਇਦਾ, ਇਟ ਹੈਜ਼ ਬੀਨ ਇਨ ਟਿਊਨ ਐਂਡ ਇਨ ਲਾਈਨਡ। ਜਦੋਂ ਇੱਕ ਔਰ ਉਹ ਮਨ ਜਿਹੜਾ ਗੁਰਮੁਖ ਹੋ ਗਿਆ,
ਕਹਿੰਦੇ ਜੋਤ ਨਾਲ ਜੋਤ ਰਲ ਜਾਂਦੀ ਹੈ। ਹਾਂਜੀ ਜੀ ਭੂਆ ਜੀ, ਉਹ ਪਰਮਾਤਮਾ ਪ੍ਰਕਾਸ਼ ਹੈ ਤੇ ਜਦੋਂ ਮਨ ਪ੍ਰਕਾਸ਼ਮਾਨ ਹੋ ਜਾਂਦਾ, ਬਿਲਕੁਲ ਆਪਨੇ ਬਹੁਤ ਖੂਬਸੂਰਤ ਅੱਖਰ ਇਸਤੇਮਾਲ ਕੀਤਾ, ਫਿਰ ਅੰਧੇਰੇ ਦਾ ਕੀ ਕੰਮ ਹੈ? ਜਦ ਅੰਧੇਰਾ ਰਹਿ ਹੀ ਨਹੀਂ ਗਿਆ ਤੇ ਅੰਧੇਰੇ ਵਾਲੇ ਕੰਮ ਵੀ ਨਹੀਂ ਰਹਿ ਗਏ। ਬਿਲਕੁਲ ਜਦੋਂ ਪ੍ਰਕਾਸ਼ਮਾਨ ਹੋ ਗਿਆ ਫਿਰ ਚਾਨਣ ਹੀ ਚਾਨਣ ਹੈ। ਜੀ ਭੁਪਿੰਦਰ ਵੀਰ ਜੀ। ਹਾਂਜੀ, ਅਸੀਂ ਇਸ ਨੂੰ ਇਸ ਤਰ੍ਹਾਂ ਹੀ ਸਮਝਦੇ ਹਾਂ ਕਿ ਅਸੀਂ ਨਾ ਕਿਸੇ ਮਨੁੱਖ ਨੂੰ ਜੱਜ ਨਹੀਂ ਕਰ ਸਕਦੇ ਹਾਂ ਕਿ ਮਨੁੱਖ ਗੁਰਮੁਖ ਹੈ ਕਿ ਇਹ ਮਨੁੱਖ ਮਨਮੁਖ ਹੈ। ਜੇ ਅਸੀਂ ਜੱਜ ਕਰਾਂਗੇ ਤਾਂ ਸਾਨੂੰ ਹਉਮੈ ਹੰਕਾਰ ਸਤਾ ਸਕਦਾ। ਇਸ ਕਰਕੇ ਜਦੋਂ ਵੀ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਅਸੀਂ ਸਿੱਖਦੇ ਹਾਂ ਕਿ ਇਹ ਕਿਸੇ ਨੂੰ ਪੁੰਨੀ ਪਾਪੀ ਲੇਬਲ ਨਹੀਂ ਕਰਨਾ, ਕਿਸੇ ਨੂੰ ਸਾਖਤ ਗੁਰਮੁਖ ਲੇਬਲ ਨਹੀਂ ਕਰਨਾ। ਪਰ ਸਾਡੇ ਜੀਵਨ ਵਿੱਚ ਕੀ ਵਾਪਰਦੀ ਹੈ ਕਿ ਅਸੀਂ ਕਿਸੇ ਨੂੰ ਤੇ ਸਾਖਤ ਕਹਿੰਦੇ ਹਾਂ, ਪਰ ਜਦੋਂ ਗੁਰਮੁਖ ਦੀ ਗੱਲ ਆਉਂਦੀ ਹੈ ਤਾਂ ਆਪਣੇ ਆਪ ਨੂੰ ਅਸੀਂ ਗੁਰਮੁਖ ਸਮਝਦੇ ਹਾਂ। ਹਮੇਸ਼ਾ ਇਹ ਮਨੁੱਖ ਦੇ ਮਨ ਦੀ ਬਿਰਤੀ ਹੈ ਕਿ ਮੈਂ ਸ਼ਰੀਫ ਹਾਂ, ਮੈਂ ਇਮਾਨਦਾਰ ਹਾਂ, ਮੈਂ ਧਾਰਮਿਕ ਹਾਂ। ਸੋ ਜਦੋਂ ਅਸੀਂ ਜਪਜੀ ਤੋਂ ਹੀ ਸ਼ੁਰੂ ਤੋਂ ਇਹ ਵਾਲੀ ਤੰਦ ਨੂੰ ਪਕੜ ਕੇ ਚੱਲਦੇ ਆ ਨਾ, ਇਹ ਬੜਾ ਕੀਮਤੀ ਗੁਰੂ ਪਾਤਸ਼ਾਹ ਦਾ ਸਿਧਾਂਤ ਹੈ ਕਿ ਗੁਰੂ ਦੇ ਮੁਖ ਤੋਂ ਨਿਕਲੀ ਹੋਈ ਬਾਤ। ਸੋ ਇਸ ਸਾਰੇ ਸ਼ਬਦ ਵਿੱਚ ਉੱਤੋਂ ਲੈ ਕੇ ਥੱਲੇ ਤੱਕ ਕਦੇ ਗੁਰੂ ਸਾਹਿਬ ਨੇ ਉਹਨੂੰ ਗੁਰਮੁਖ ਕਿਹਾ ਹੈ, ਗੁਰੂ ਦੇ ਮੁਖ ਤੋਂ ਨਿਕਲੀ ਬਾਤ, ਕਦੇ ਉਸਨੂੰ ਗੁਰੂ ਕੀ ਸਿੱਖਿਆ ਕਿਹਾ। ਸੋ ਅਲਟੀਮੇਟਲੀ ਜੋ ਲੈਂਦਾ ਹੈ ਉਸ ਨੂੰ ਥਰਡ ਲਾਈਨ ਵਿੱਚ ਗੁਰੂ ਸਾਹਿਬ ਹਾਈਲਾਈਟ ਕਰ ਦਿੰਦੇ ਨੇ। ਪਿਛਲੇ ਪਦੇ ਚ ਉਹਨੂੰ ਪ੍ਰਭ ਕਿਹਾ ਜਿਹੜਾ ਸੁਣ ਲੈਂਦਾ ਔਰ ਸਭ ਕੁਝ ਉਸ ਤਰ੍ਹਾਂ ਨਿਯਮ ਵਿੱਚ ਕਰਦਾ ਹੈ। ਇਸ ਪਦੇ ਚ ਫਿਰ ਉਸਨੂੰ ਵਿਚਾਰੀ ਕਿਹਾ ਹੈ। ਜਿਹੜਾ ਵਿਚਾਰੀ ਹੈ ਉਹ ਵਿਚਾਰ ਕਰਦਾ ਕਰਦਾ ਉਹਦੇ ਵਿੱਚ ਮਰਜੀ ਹੋ ਜਾਂਦਾ। ਸਤਿਗੁਰ ਕੀ ਜਿਸਨੂੰ ਮਤ ਆਵੇ ਸੋ ਸਤਿਗੁਰ ਮਾਈ ਸਮਾਨਾ। ਸੋ ਗੁਰੂ ਦੇ ਮੁਖ ਤੋਂ ਨਿਕਲੀ ਹੋਈ ਬਾਤ ਜਿਹੜੀ ਹੁੰਦੀ ਹੈ ਉਹ ਸੱਚ ਹੁੰਦੀ ਹੈ, ਉਸੀ ਨੂੰ ਉਹ ਕਮਾਉਂਦਾ ਹੈ। ਉਹਦੇ ਕਾਰਨ ਉਹਨੂੰ ਮੈਲ ਲੱਗਦੀ ਹੀ ਨਹੀਂ ਹੈ। ਗੁਰਮੁਖ ਨਿਰਮਲ ਮੈਲ ਨਾ ਲਾਵੇ। ਗੁਰੂ ਦੇ ਮੁਖ ਤੋਂ ਨਿਕਲੀ ਬਾਤ ਨੂੰ ਕਮਾ ਕੇ ਉਹਦੇ ਮਨ ਨੂੰ ਮੈਲ ਲੱਗਦੀ ਨਹੀਂ ਹੈ, ਕਿਉਂਕਿ ਉਹ ਨਿਰਮਲ ਹੋ ਗਿਆ, ਵਿਦਾਊਟ ਮੈਲ ਹੋ ਗਿਆ। ਔਰ ਕਿਉਂਕਿ ਉਹ ਨਿਜਕਰ ਦੇ ਮਹਿਲ ਦੇ ਅੰਦਰ ਰਹਿੰਦਾ ਹੈ, ਉੱਥੇ ਮੈਲ ਦਾ ਤੇ ਕੋਈ ਤਾਲੁਕ ਹੀ ਨਹੀਂ ਰਹਿੰਦਾ। ਮੈਲ ਉੱਥੇ ਐਂਟਰ ਹੀ ਨਹੀਂ ਕਰ ਸਕਦੇ। ਉੱਥੇ ਖੋਟੇ ਸੱਚੀਆਂ ਬਾਰ-ਬਾਰ ਖੋਟ ਬਾਹਰ ਹੀ ਰਹਿੰਦੀ ਹੈ। ਸੋ ਨਾਨਕ ਨਾਮ ਰਤੇ ਵਿਚਾਰੀ, ਉਹ ਜਿਹੜਾ ਵਿਚਾਰੀ ਹੈ ਉਹ ਤੇ ਉਹਦੇ ਸਾਰੇ ਅੰਗ ਸੱਚ ਨਾਲ ਇਕਮਿਕ ਹੋ ਜਾਂਦੇ ਨੇ, ਕਿਉਂਕਿ ਮੈਲ ਲੱਗੀ ਨਹੀਂ ਹੋਈ। ਗੁਰੂ ਦੇ ਮੁਖ ਤੋਂ ਨਿਕਲੀ ਬਾਤ ਨੂੰ ਉਹ ਆਪ ਸੁਣਦਾ ਹੈ, ਸਾਰਿਆਂ ਨੂੰ ਸੁਣ ਕੇ ਸੁਣਾਉਂਦਾ ਹੈ ਔਰ ਸਾਰਿਆਂ ਨੂੰ ਉਸ ਬਾਤ ਦੇ ਅਧੀਨ ਰੱਖਦਾ ਹੈ। ਉਹਨੂੰ ਕਹਿੰਦੇ ਨਿਯਮ ਵਿੱਚ ਰਹਿਣਾ, ਉਹਨੂੰ ਕਹਿੰਦੇ ਨੇ ਲੇਖੇ ਵਿੱਚ ਰਹਿਣਾ। ਲੇਖਾ ਹੁਕਮ ਨਿਯਮ ਭੈ ਭਾਵਨੀ ਚ ਰਹਿਣਾ। ਨਾਨਕ ਨਾਮ ਰਤੇ ਵਿਚਾਰੀ, ਨਾਮੇ ਨਾਮ ਸਮਾਈਦਾ। ਉਹ ਵਨਨੈਸ ਪ੍ਰਾਪਤ ਕਰ ਚੁੱਕਾ ਹੈ ਆਪ ਅਤੇ ਆਪਣੇ ਰੂਮ ਸਾਰੀ ਸ੍ਰਿਸ਼ਟੀ ਨੂੰ, ਆਪਣੇ ਸਾਰੇ ਥਾਟ ਪ੍ਰੋਸੈਸ ਨੂੰ ਉਹ ਵਨਨੈਸ ਵਿਦ ਵਿਜ਼ਡਮ ਕਰ ਲੈਂਦਾ ਹੈ। ਨਾਮ ਸਮਾਈਦਾ, ਨਾਮ ਵਿੱਚ ਵਿਜ਼ਡਮ ਵਿੱਚ, ਅਕੋਰਡਿੰਗ ਟੂ ਵਿਜ਼ਡਮ, ਅਲਾਈਨਡ ਟੂ ਵਿਜ਼ਡਮ ਹੋ ਜਾਂਦਾ ਹੈ। ਉਹਨੇ ਫੇਰ ਕੇ ਆਪਣਾ ਮੂੰਹ ਹੀ ਸਿੱਧੇ ਪਾਸੇ ਕਰ ਲਿਆ, ਫੇਰ ਰੱਖੀ ਹੈ ਜਿਸ ਦਰਬਾਰ ਵੀ, ਉਹਨੂੰ ਦਰਬਾਰ ਵੀ ਅੰਦਰ ਹੈ, ਉਹ ਨਜ਼ਰ ਆ ਰਿਹਾ ਹੈ। ਤੇ ਉਹਨੇ ਮੂੰਹ ਕੇ ਬੋਲੀਏ ਵੀ ਮਿੱਠੇ ਵਾਲੇ ਕਰ ਲੈਨੇ ਔਰ ਉਹ ਵਨਨੈਸ ਪ੍ਰਾਪਤ ਕਰਦਾ ਹੈ, ਕਿਉਂਕਿ ਉਹ ਨਿਰੰਤਰ ਉਹਨੂੰ ਫੋਲੋ ਕਰਦਾ ਹੈ। ਜੀ ਜੀ ਵੀਰ ਜੀ, ਬਿਲਕੁਲ ਲੇਬਲ ਦਾ आपने ਜ਼ਿਕਰ ਕੀਤਾ, ਪਹਿਲਾਂ ਵੀ ਆਪ ਜੀ ਨੇ ਸਮਝਾਣਾ ਕੀਤਾ ਲੇਬਲਿੰਗ ਦਾ ਜ਼ਿਕਰ। ਬਿਲਕੁਲ ਕਈ ਵਾਰੀ ਅਸੀਂ ਡਾਇਰੈਕਟ ਲੇਬਲਿੰਗ ਨਹੀਂ ਕਰਦੇ ਕਿ ਤੂੰ ਮਨਮੁਖ ਹੈ, ਮੈਂ ਗੁਰਮੁਖ ਹਾਂ, ਲੇਕਿਨ ਮਨ ਸਾਡਾ ਮੰਨ ਕੇ ਬੈਠਾ ਹੁੰਦਾ ਕਿ ਮੈਨੂੰ ਬੜੀ ਸਮਝ ਹੈ ਤੇ ਸਾਡੀ ਲੇਬਲਿੰਗ ਆਟੋਮੈਟਿਕ ਹੁੰਦੀ ਰਹਿੰਦੀ ਹੈ। ਅਸੀਂ ਸਾਡੇ ਅਲਫਾਜ਼ ਆਟੋਮੈਟਿਕਲੀ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਬੋਲਦੇ ਰਹਿੰਦੇ ਹਾਂ ਕਿ ਮੈਂ ਗੁਰਮੁਖ ਹਾਂ ਤੇ ਤੂੰ ਮਨਮੁਖ। ਬਿਲਕੁਲ ਬੜੀ ਖੂਬਸੂਰਤੀ ਨਾਲ ਆਪ ਜੀ ਨੇ ਗੱਲ ਕੀਤੀ। ਕੀ ਹੋਰ ਕਰਾਂ ਜੀ ਸਤਵੀਰ, ਮੈਨੂੰ ਨਾ ਨਿਊਯਾਰਕ, ਨਿਊ ਜਰਸੀ ਔਰ ਟੋਰਾਂਟੋ ਬੜੇ ਐਸੇ ਸੱਜਣ ਮਿਲੇ ਜਿਹੜੇ ਕੀ ਕਹਿੰਦੇ ਨੇ ਬ੍ਰਹਮ ਗਿਆਨੀ ਦੀ ਡਿਗਰੀ ਲੈ ਚੁੱਕੇ ਸਨ। ਔਰ ਉਹ ਸੱਜਣਾ ਦਾ ਜਿਹੜਾ ਗਰੁੱਪ ਸੀ ਉਹ ਸਵੇਰੇ 3-3:30 ਉੱਠਦੇ ਸਨ। ਜਦੋਂ ਅਸੀਂ ਬਾਣੀ ਦੀ ਵਿਚਾਰ ਕਰਦੇ ਸਾਂ ਤੇ ਉਹ ਮੈਨੂੰ ਪੁੱਛਦੇ ਸੀ ਤੁਹਾਡਾ ਦਸਮ ਦੁਆਰ ਖੁੱਲਿਆ ਹੋਇਆ? ਤੇ ਚੁੱਪ ਕਰ ਜਾਂਦਾ ਸੀ ਕਿ ਬਈ ਗੁਰਮਤ ਅਨੁਸਾਰ ਐਸਾ ਕਿਹੜਾ ਦਸਮ ਦੁਆਰ ਹੈ ਜਿਹੜਾ ਖੋਲਣਾ ਹੁੰਦਾ। ਫਿਰ ਉਹਨਾਂ ਨੇ ਮੈਨੂੰ ਪੁੱਛਿਆ ਤੁਹਾਨੂੰ ਅਨੰਦ ਨਾਦ ਸੁਣਾਈ ਦਿੰਦਾ ਹੈ? ਤੇ ਮੈਂ ਤਾਂ ਵੀ ਚੁੱਪ ਰਿਹਾ। ਫਿਰ ਮੈਂ ਉਹਨਾਂ ਦੇ ਗਰੁੱਪ ਵਿੱਚ ਗਿਆ
ਜਦੋਂ ਮੈਂ ਉਹਨਾਂ ਦੇ ਗਰੁੱਪ ਵਿੱਚ ਗਿਆ, ਗਰੁੱਪ ਨੇ ਆਪਣਾ ਜੋ ਕੁਝ ਕਰਨਾ ਸੀ ਵਾਹਿਗੁਰੂ ਵਾਹਿਗੁਰੂ ਵੀ ਕਰ ਲਿਆ, ਚੌਕੜਾ ਵੀ ਮਾਰ ਲਿਆ, ਸਾਹ ਬਾਹਰੋਂ ਅੰਦਰ ਵਾਹ ਗੁਰ ਕਰਕੇ ਇਸ ਤਰ੍ਹਾਂ ਸਾਹ ਵੀ ਲੈ ਲਿਆ। ਪਰ ਇਸ ਤੋਂ ਬਾਅਦ ਕੀ ਹੋਇਆ, ਜਦੋਂ ਸਾਰੇ ਲੰਗਰ ਖਾ ਰਹੇ ਸੀ ਨਾ, ਫਿਰ ਉਹਨਾਂ ਨੇ ਮੈਨੂੰ ਇੰਟਰੋਡਿਊਸ ਕਰਾਇਆ, ਇਹ ਸੱਜਣ ਨੇ ਇਹਨਾਂ ਦਾ ਦਸਮ ਦਵਾਰ ਖੁੱਲਿਆ ਹੈ। ਫਿਰ ਉਹਨੇ ਦੱਸਿਆ ਇਹ ਸੱਜਣ ਨੇ ਇਹਨਾਂ ਨੂੰ ਅਨਹਦ ਨਾਦ ਸੁਣਾਈ ਦਿੰਦਾ ਹੈ। ਇਸ ਤਰੀਕੇ ਦੇ ਨਾਲ ਆਪਣੇ ਮਨ ਅੰਦਰ ਨਾ ਇੱਕ ਭਰਮ ਪੈ ਜਾਂਦਾ ਹੈ ਕਿ ਮੈਨੂੰ ਵੀ ਦਸਮ ਦਵਾਰ ਖੁੱਲਿਆ ਹੈ, ਮੈਨੂੰ ਵੀ ਅਨਹਦ ਨਾਦ ਸੁਣਾਈ ਦਿੰਦਾ ਹੈ, ਮੈਂ ਗੁਰਮੁਖ ਹਾਂ, ਫਲਾਣਾ ਗੁਰਮੁਖ ਹੈ, ਤੂੰ ਮੈਨੂੰ ਮੀਆਂ ਮੀਆਂ ਆਖ, ਮੈਂ ਤੈਨੂੰ ਹਾਜੀ ਹਾਜੀ ਆਖਾਂ, ਮਾਵਾਂ ਧੀਆਂ ਸ਼ੀਰਾ ਰਿਤਾ ਮਿੱਠਾ ਮਿੱਠਾ ਮਿੱਠਾ। ਆਪਸ ਵਿੱਚ ਅਸੀਂ ਸਾਰੇ ਇੰਝ ਹੀ ਕਰਦੇ ਹਾਂ। ਜਿਹੜੇ ਭਗੌਤੀ ਭਗਵੰਤ ਆਪਣੇ ਆਪ ਨੂੰ ਅਖਵਾਉਂਦੇ ਨੇ, ਉਹ ਵੀ ਆਪਣੇ ਗਰੁੱਪ ਵਾਲਿਆਂ ਨੂੰ ਇੰਝ ਹੀ ਕਹਿੰਦੇ ਨੇ। ਇੰਝ ਹੀ ਜਿਹੜੇ ਹਾਜੀ ਹੁੰਦੇ ਨੇ, ਉਹ ਆਪਣੇ ਗਰੁੱਪ ਵਾਲਿਆਂ ਨੂੰ ਇੰਝ ਹੀ ਕਹਿੰਦੇ ਨੇ। ਇੰਝ ਹੀ ਜਿਹੜੇ ਪ੍ਰੋਟੈਸਟੈਂਟਸ ਔਰ ਕੈਥਲਿਕਸ ਹੁੰਦੇ ਨੇ, ਉਹ ਆਪਣੇ ਆਪਣੇ ਗਰੁੱਪ ਦੇ ਬੰਦਿਆਂ ਦੇ ਉਹਨਾਂ ਨੇ ਨਾ ਕੁਝ ਖਾਸ ਨਿਯਮ ਰੱਖੇ ਹੋਏ ਨੇ। ਇਹ ਨਿਯਮਾਂ ਮੁਤਾਬਕ ਗੋਡ ਨਾਲ ਵਨਨੈਸ ਪ੍ਰਾਪਤ ਕਰੀਦਾ, ਔਰ ਜਿਹੜਾ ਵਨਨੈਸ ਪ੍ਰਾਪਤ ਕਰਦਾ ਉਹਨੂੰ ਅਸੀਂ ਦੇਾਂਗੇ ਕਿ ਇਹ ਗੁਰਮੁਖ ਹੈ ਕਿ ਜੇ ਇਹ ਮਨਮੁਖ ਹੈ। ਤੋ ਅਸੀਂ ਇਹਨਾਂ ਸਾਰੀ ਗੱਲਾਂ ਤੋਂ ਨਾ ਬਚ ਕੇ ਚੱਲਦੇ ਹਾਂ ਕਿ ਸਾਨੂੰ ਬਾਣੀ ਦੇ ਅਰਥ ਕਰਨ ਵੇਲੇ ਕਿਹੜੀ ਸਾਂਝ ਕਰਨੀ ਚਾਹੀਦੀ ਹੈ। ਅਸੀਂ ਕਿਸੇ ਨੂੰ ਲੇਬਲ ਕਰੀਏ ਹੀ ਨਾ। ਤੋ ਗੁਰੂ ਲਫ਼ਜ਼ ਨੂੰ ਜੇ ਅਸੀਂ ਗੁਰੂ ਦੇ ਮੁਖ ਤੋਂ ਨਿਕਲੀ ਬਾਤ ਕਰੀਏ ਨਾ, ਤਾਂ ਸਾਨੂੰ ਜ਼ਿਆਦਾ ਉਹਦੇ ਵਿੱਚ ਬੈਨੀਫਿਟ ਜ਼ਿਆਦਾ ਹੈ। ਥੈਂਕ ਯੂ ਜੀ ਵੀਰ ਜੀ। ਹਾਂ ਜੀ ਸੁਖਿੰਦਰ ਵੀਰ ਜੀ। ਹਾਂਜੀ ਵੀਰ ਜੀ, ਇਹ ਨਾ 3 ਬੰਦ ਪਹਿਲਾਂ ਇੱਕ ਤੁਕ ਆਈ ਸੀ ਇਸ ਸ਼ਬਦ ਦੇ ਵਿੱਚ ਕਿ ਵਿਖਿਆ ਰਾਤੇ ਦੁੱਖ ਕਮਾਵੇ, ਦੁਖੇ ਦੁੱਖ ਸਮਾਏਂਦਾ। ਉਹ ਅਵਸਥਾ ਸੀ ਵੀਰ ਜੀ ਸਾਡੇ ਅੰਦਰਲੇ ਜੀਆਂ ਜਨਤਾ ਦੀ, ਵਿਖਿਆ ਵਿੱਚ ਰੱਤੇ ਹੋਏ ਸਨ, ਦੁੱਖ ਕਮਾ ਰਹੇ ਸਨ ਤੇ ਦੁੱਖੇ ਦੁੱਖ ਵਿੱਚ ਸਮਾ ਰਹੇ ਸਨ। ਹੁਣ ਦੇਖੋ ਆਪਣੀ ਅੱਖੀ ਇਸ ਬੰਦ ਦੀ ਅਖੀਰਲੀ ਤੁਕ ਵੀ ਆਪਾਂ ਪੜ੍ਹੀਏ। ਹੁਣ ਕੀ ਕਰ ਰਹੇ ਨੇ, ਨਾਨਕ ਨਾਮ ਰਤੇ, ਉੱਥੇ ਕੀ ਇੱਥੇ ਵੀ ਕਿਹਦੇ ਚ ਰਤੇ ਹੋਏ ਸਨ, ਵਿਖਿਆ ਰਤ। ਹੁਣ ਕੀ ਆਖ ਰਹੇ ਨੇ ਸਤਿਗੁਰੂ ਜੀ, ਉੱਥੇ ਕਮਾ ਰਹੇ ਸਨ ਦੁੱਖ ਕਮਾ ਰਹੇ ਸਨ, ਇੱਥੇ ਕੀ ਹੋ ਰਹੇ ਨੇ, ਸੱਚ ਕਮਾਵੇ ਹੋਏ। ਅੱਗੇ ਦੇਖਦੇ ਸਤਿਗੁਰੂ ਜੀ ਆਖਦੇ ਨੇ ਦੁੱਖੇ ਦੁੱਖ ਸਮਾਏਂਦਾ, ਉਰੇ ਕਹਿੰਦੇ ਨੇ ਨਾਮੇ ਨਾਮ ਸਮਾਏਂਦਾ। ਸਭ ਦੇਖੋ ਅਸੀਂ ਪਿਛਲੇ ਬੰਦ ਵਿੱਚ ਵੀ ਗੱਲ ਕਰਕੇ ਆਏ ਕਿ ਨਿਰਮਲ ਕਿਸ ਨੂੰ ਆਖਦੇ ਨੇ, ਨਿਰਮਲ ਕਹਿੰਦੇ ਨੇ ਸਤਿਗੁਰੂ ਜੀ ਦੀ ਬਾਣੀ ਨੂੰ। ਨਿਰਮਲ 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 ਤੇਰੀ ਬਾਣੀ। ਤੇ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਨਾਮ ਨੂੰ ਵੀ ਨਿਰਮਲ ਆਖਿਆ ਜਾਂਦਾ ਹੈ ਤੇ ਨਿਰਮਲ ਨੂੰ ਬਾਣੀ ਵੀ ਆਖਿਆ ਜਾਂਦਾ। ਇੱਥੇ ਸਤਿਗੁਰੂ ਜੀ ਨੇ ਗੁਰਮੁਖ ਗੁਰਮੁਖ ਨਿਰਮਲ ਗੁਰਮੁਖ ਨੂੰ ਵੀ ਆਖ ਦਿੱਤਾ। ਭਾਵ ਗੁਰਮੁਖ ਦਾ ਅਰਥ ਸਤਿਗੁਰੂ ਜੀ ਬਾਣੀ ਵੀ ਕਰ ਰਹੇ ਨੇ, ਨਾਮ ਵੀ ਕਰ ਰਹੇ ਨੇ, ਗੁਰਮੁਖ ਨਾਦੰਗ ਵੀ ਕਰਦੇ ਨੇ, ਵੇਦੰਗ ਵੀ ਕਰਦੇ ਨੇ। ਫਿਰ ਨਾਲ ਹੀ ਸਮਝਾ ਵੀ ਦਿੰਦੇ ਨੇ ਨਾਮ ਹਮਾਰਾ ਬੇਦ ਅਰਨਾਦ। ਗੁਰਮੁਖ ਦਾ ਅਰਥ ਸਤਿਗੁਰੂ ਜੀ ਨਾਮ ਕਰਦੇ ਨੇ, ਵੇਦ ਕਰਦੇ ਨੇ, ਬਾਣੀ ਕਰਦੇ ਨੇ ਔਰ ਸ਼ਬਦ ਕਰਦੇ ਨੇ। ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਅੰਮ੍ਰਿਤ ਜਲ ਵੀ ਅਰਥ ਵੀ ਗੁਰਮੁਖ ਨਾਲ ਜੋੜ ਕੇ ਸਤਿਗੁਰੂ ਜੀ ਨੇ ਕਹਿੰਦੇ ਹੋਇਆ ਕੀ ਹੈ। ਇੱਕ ਇੱਥੇ ਨਾ ਹੋਰ ਬੜਾ ਕੀਮਤੀ ਲਫ਼ਜ਼ ਹੈ, ਉਹ ਲਫ਼ਜ਼ ਹੈ ਲਾਵੈ। ਸਾਨੂੰ ਨਾ ਸਾਰਿਆਂ ਨੂੰ ਇਹ ਆਪਣੇ ਆਪ ਤੇ ਟਿਕਾਣਾ ਚਾਹੀਦਾ ਹੈ। ਸਤਿਗੁਰੂ ਜੀ ਸਾਨੂੰ ਸਮਝਾ ਰਿਹਾ ਕਿ ਅਗਰ ਸਾਨੂੰ ਮੈਲ ਕੋਈ ਲੱਗਦੀ, ਅਗਰ ਅਸੀਂ ਅਵਗੁਣਾ ਵਿੱਚ ਜੀ ਰਹੇ ਹਾਂ, ਅਗਰ ਸਾਡਾ ਜੀਵਨ ਅਵਗੁਣੀ ਭਰਪੂਰ ਹੈ, ਤਾਂ ਸਤਿਗੁਰੂ ਜੀ ਕਹਿੰਦੇ ਨੇ ਇਹ ਮੈਲ ਕਹਿੰਦੇ ਤੂੰ ਆਪ ਲਗਾਈ ਹੈ, ਰੱਬ ਜੀ ਨਹੀਂ ਲਗਾਉਂਦੇ ਮੈਲ। ਤੂੰ ਪਹਿਲਾਂ ਖੁਦ, ਅਗਰ ਤੂੰ ਮੈਲਾ ਸੀ ਪਹਿਲਾਂ, ਤਾਂ ਤੂੰ ਪਹਿਲਾਂ ਖੁਦ ਮੈਲ ਲਾਈ ਆਪਣੇ ਆਪ ਨੂੰ, ਆਪ ਵੀ ਲਾਈ ਤੇ ਦੂਜਿਆਂ ਨੂੰ ਵੀ ਤੂੰ ਲਾਉਂਦਾ ਸੀ। ਅਗਰ ਸਾਡਾ ਜੀਵਨ ਅਵਗੁਣੀ ਭਰਪੂਰ ਹੈ ਤਾਂ ਅਸੀਂ ਇੱਥੇ ਸਮਝੀਏ ਕਿ ਸਤਿਗੁਰੂ ਜੀ ਮੈਲ ਨਹੀਂ ਲਗਾਉਂਦੇ। ਸਤਿਗੁਰੂ ਜੀ ਤਾਂ ਹੈ ਹੀ ਨਿਰਮਲ ਨਿਰਮਲ ਉੱਚੋ ਸੂਚੋ ਸੂਚਾ, ਉਹ ਮੈਲ ਥੋੜੀ ਲਗਾਉਂਦੇ, ਉਹ ਤਾਂ ਨਿਰਵੈਰ ਹੈ, ਨਿਰਭਉ ਨੇ। ਅਸੀਂ ਆਪਣੇ ਆਪ, ਜਿਸ ਨੂੰ ਸਤਿਗੁਰੂ ਜੀ ਆਖਦੇ ਨੇ ਦਬਦਾ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ। ਪਹਿਲਾਂ ਅਸੀਂ ਕੀ ਕਰਦੇ ਸੀ, ਹੁਣ ਇੱਥੇ ਉੱਪਰ ਆ ਰਿਹਾ ਗੁਰਮੁਖ ਸੱਚੋ ਸੱਚ ਕਮਾਵੇ। ਜੇ ਅਸੀਂ ਹੁਣ ਸੱਚ ਕਮਾ ਰਹੇ ਹਾਂ, ਇਟ ਮੀਨਸ ਜੋ ਮੈਂ ਕੀਆ ਕੀ ਕੀਤਾ, ਸੱਚ ਕਮਾਇਆ, ਸੱਚ ਪ੍ਰਾਪਤ ਹੋ ਗਿਆ। ਨਾਮ ਕਮਾ ਰਿਹਾ, ਨਾਮ ਵਿੱਚ ਸਮਾ ਰਿਹਾ। ਜੋ ਮੈਂ ਕੀਆ ਸੋ ਮੈਂ ਪਾਇਆ। ਹੁਣ ਅਸੀਂ ਮੈਲ ਨਹੀਂ ਕਮਾ ਰਹੇ, ਹੁਣ ਅਸੀਂ ਨਿਰਮਲ ਕਮਾ ਰਹੇ। ਨਿਰਮਲ ਬਾਣੀ ਦੇ ਵਿਚਾਰਾਂ ਨੂੰ ਅਸੀਂ ਗ੍ਰਹਿਣ ਕਰਦੇ ਜਾ ਰਹੇ ਹਾਂ ਤੇ ਉਹਦੇ ਨਾਲ ਹੋ ਕੀ ਰਿਹਾ, ਨਾਮ ਵਿੱਚ ਸਮਾਈ ਜਾ ਰਿਹਾ। ਜੋ ਮੈਂ ਕੀਆ ਸੋ ਮੈਂ ਪਾਇਆ। ਸਾਡੇ ਮਨ ਨੇ, ਸਾਡੇ ਵਿਚਾਰਾਂ ਨੇ ਸਤਿਗੁਰੂ ਜੀ ਦੇ ਵਿਚਾਰਾਂ ਨੂੰ, ਜੋ ਨਿਰਮਲ ਵਿਚਾਰ ਨੇ, ਉਹ ਪਸੰਦ ਕੀਤਾ, ਪ੍ਰਾਪਤ ਹੋ ਗਏ। ਨਿਰਮਲ ਵਿਚਾਰ ਸਾਨੂੰ ਪ੍ਰਾਪਤ ਹੋ ਗਏ।
ਜਿੱਥੇ ਨਿਰਮਲ ਵਿਚਾਰ ਆ ਗਏ ਉੱਥੇ ਕਦੀ ਮੈਲ ਆਏਗੀ ਨਾ ਆਏਗੀ। ਹੁਣ ਨਾ ਉਹ ਮੈਲ ਮਨ ਸਾਡੇ ਵਿਚਾਰ ਦੂਜੇ ਜੀਆਂ ਜਨਤਾ ਨੂੰ ਵੀ ਉਹ ਵਿਚਾਰ ਨਹੀਂ ਦਿੰਦੇ ਅੱਗੇ, ਕਿਉਂਕਿ ਮਨ ਜਿਹੜਾ ਸਾਡਾ ਹੈ ਨਾ, ਸਾਡੇ ਵਿਚਾਰ ਹੀ ਸਭਨਾ ਜੀਆਂ ਕਾ ਇੱਕ ਦਾਤਾ ਨੇ। ਇਹ ਜੋ ਇਹ ਕੋ ਦਾਤ ਹੋਏਗੀ ਇਹ ਉਹੀ ਅੱਗੇ ਦਾਤ ਵੰਡਦਾ। ਇਹਦੇ ਕੋਲ ਹੁਣ ਸੱਚ ਕਮਾਣ ਕਰਕੇ ਸੱਚ ਦੀ ਪ੍ਰਾਪਤੀ ਇਹਨੂੰ ਹੋਈ। ਇਹਦੇ ਕੋਲ ਹੁਣ ਸੱਚ ਹੈ, ਇਹਦੇ ਕੋਲ ਨਿਰਮਲ ਬਾਣੀ ਹੈ, ਨਿਰਮਲ ਵਿਚਾਰ ਨੇ, ਇਹ ਹੁਣ ਅੱਗੇ ਉਹੀ ਵਿਚਾਰਾਂ ਨੂੰ ਵੰਡ ਰਿਹਾ। ਪਹਿਲੇ ਇਹਦੇ ਜੀ ਜਨਤਾ ਨੂੰ ਮਨ ਕੋਲੋਂ ਨਿਰਮਲ ਵਿਚਾਰਾਂ ਦੀ ਦਾਤ ਨਹੀਂ ਮਿਲਦੀ ਸੀ ਤੇ ਮਨ ਸਾਡੇ ਜੀ ਜੰਤ ਵਿਖਿਆ ਵਿੱਚ ਰਾਤੇ ਰਹਿੰਦੇ ਸਨ ਤੇ ਦੁੱਖ ਦੇ ਵਿੱਚ ਸਮਾਏ ਰਹਿੰਦੇ ਸਨ। ਹੁਣ ਸਾਡੇ ਜੀਆਂ ਜਨਤਾ ਨੂੰ ਨਿਰਮਲ ਹੋ ਚੁੱਕੇ ਵਿਚਾਰਾਂ ਦੇ ਮੁਤਾਬਕ ਨਿਰਮਲ ਵਿਚਾਰਾਂ ਦੀ ਦਾਤ ਮਿਲਦੀ ਹੈ, ਬਾਣੀ ਦੀ ਸ਼ਬਦ ਦੇ ਵਿਚਾਰਾਂ ਦੀ ਦਾਤ ਮਿਲਦੀ ਹੈ, ਨਾਮ ਦੀ ਦਾਤ ਮਿਲਦੀ ਹੈ। ਨਾਮ ਦੇ ਵਿੱਚ ਰੱਤੇ ਹੋਏ ਹੋ, ਨਾਮ ਵਿੱਚ ਰੱਤੇ ਕਰਕੇ ਸ਼ਬਦ ਦੇ ਵਿਚਾਰ ਕਰਕੇ ਇਹ ਸ਼ਬਦ ਦੇ ਵਿਚਾਰੀ ਹੋ ਚੁੱਕੇ ਨੇ। ਹੁਣ ਨਾਮੇ ਦੇ ਵਿੱਚ ਪਹਿਲਾਂ ਮਨ ਸਮਾਇਆ ਸੀ, ਸਾਡੇ ਵਿਚਾਰ ਸਮਾਏ ਸਨ। ਹੁਣ ਨਾਮੇ ਦੇ ਨਾਮ ਦੇ ਵਿੱਚ ਸਾਡੇ ਜੀਆਂ ਜਨਤਾ ਦੇ ਵੀ ਨਾਮ ਵਿੱਚ ਸਮਾ ਕੇ ਉਹ ਵੀ ਹੁਣ ਨਾਮ ਵਿੱਚ ਸਮਾਏ ਰਹਿੰਦੇ ਨੇ। ਇੱਥੇ ਆ ਕੇ ਸਤਿਗੁਰੂ ਜੀ ਸ਼ਬਦ ਕੰਪਲੀਟ ਕਰਨੇ ਨੇ। ਇਹ ਜਿਹੜਾ ਦੇਖੋ ਇਸ ਸ਼ਬਦ ਦਾ ਜੋ ਰਾਈਟਰ ਹੈ ਨਾ, ਜੋ ਮਹਿਲਾ ਤੀਜਾ ਜੀ ਨੇ, ਉਹਨਾਂ ਨੇ ਇੱਥੇ ਇਸ ਅਵਸਥਾ ਤੇ ਪਹੁੰਚਣ ਦੇ ਵਾਸਤੇ ਸਾਨੂੰ ਇਹ ਸ਼ਬਦ ਸਾਨੂੰ ਬੋਲ ਕੇ ਸਤਿਗੁਰੂ ਜੀ ਦੱਸ ਰਹੇ ਨੇ। ਇਹ ਜੋ ਮਹਿਲਾ ਪਹਿਲਾ ਜੋ ਇਸ ਸ਼ਬਦ ਦੇ ਰਾਈਟਰ ਨੇ ਇਸ ਅਵਸਥਾ ਤੇ ਲਿਆਉਣ ਲਈ, ਇਹ ਹੈ ਉਹਨਾਂ ਦਾ ਪਰਪਸ ਇਸ ਸ਼ਬਦ ਨੂੰ ਉਚਾਰਨ ਦਾ, ਕਿ ਅਸੀਂ ਆਪਣੇ ਮਨ ਨੂੰ, ਅਸੀਂ ਆਪਣੇ ਵਿਚਾਰਾਂ ਨੂੰ ਵੀ ਸੱਚ ਦੇ ਵਿੱਚ ਮਰਜ ਕਰਨਾ ਹੈ। ਸਤਿਗੁਰੂ ਦੀ ਮੱਤ ਦੇ ਵਿੱਚ ਅਸੀਂ ਆਪਣੇ ਵਿਚਾਰਾਂ ਨੂੰ ਮਰਜ ਕਰਨਾ ਹੈ। ਸਤਿਗੁਰੂ ਜੀ ਦੇ ਵਿਚਾਰਾਂ ਨੂੰ ਅਸੀਂ ਧਾਰਨ ਕਰਨਾ ਹੈ ਤੇ ਆਪਣੇ ਜੀਆਂ ਜਨਤਾ ਨੂੰ ਵੀ ਉਹ ਵਿਚਾਰ ਦੇ ਕੇ ਜਿਵ ਹੁਕਮ ਤਿਵੈ ਤਿਵਕਾਰ, ਮਨ ਨੇ ਆਪ ਵੀ ਉਹ ਕਾਰ ਕਰਨੀ ਹੈ ਤੇ ਆਪਣੇ ਪੂਰੇ ਇੰਦਰੇ ਗਿਆਨ ਇੰਦਰੇ ਰੋਮ ਰਵੰਦਲੇ ਪੂਰੀ ਸ੍ਰਿਸ਼ਟੀ ਤੋਂ ਵੀ ਉਹ ਕਾਰ ਕਰਾਣੀ ਹੈ। ਇਹ ਮਹਿਲਾ ਪਹਿਲਾਂ ਨੇ ਇਹ ਕੰਮ ਕੀਤਾ ਸੀ, ਉਹਨਾਂ ਨੇ ਇਹ ਅਵਸਥਾ ਪ੍ਰਾਪਤ ਕੀਤੀ ਸੀ। ਸਾਡੇ ਨਾਲ ਸ਼ੇਅਰਿੰਗ ਕਰ ਰਹੇ ਹੈ ਕਿ ਤੁਸੀਂ ਵੀ ਐਵੇਂ ਇਸ ਤਰ੍ਹਾਂ ਇਸ ਤਰੀਕੇ ਨਾਲ ਇਹ ਅਵਸਥਾ ਪ੍ਰਾਪਤ ਕਰ ਲਵੋ। ਇਹ ਉਹਨਾਂ ਦਾ ਪਰਪਸ ਹੀ ਹੈ ਸ਼ਬਦ ਨੂੰ ਉਚਾਰਨ ਦਾ ਤੇ ਸਾਨੂੰ ਇਹ ਮਹਿਲ ਪ੍ਰਾਪਤੀ ਦਾ ਢੰਗ ਸਿਖਾਉਣ ਦਾ। ਹਾਂਜੀ ਜੀ ਵੀਰ ਜੀ, ਬਿਲਕੁਲ ਧਿਆਨ ਦਈਏ ਅਸੀਂ ਤੇ ਗੁਰੂ ਸਾਹਿਬ ਬਿਲਕੁਲ ਉਂਗਲ ਪਕੜ ਕੇ ਨਾਲ ਤੋਰ ਕੇ ਇਸ ਅਵਸਥਾ ਤੱਕ ਲੈ ਜਾਂਦੇ ਹਨ। ਅਸੀਂ ਉਂਗਲ ਛੁਡਾ ਕੇ ਸਾਈਡ ਤੇ ਹਟ ਜਾਂਦੇ ਹਾਂ, ਅਸੀਂ ਉਸ ਰਾਹ ਤੇ ਟੁਰਨਾ ਬੰਦ ਕਰ ਦਿੰਦੇ ਹਾਂ ਤੇ ਵਿਛੜ ਜਾਂਦੇ ਹਾਂ। ਇੱਕ ਗੱਲ ਬੜੀ ਖੂਬਸੂਰਤ ਕੀਤੀ ਆਪ ਜੀ ਨੇ, ਬਿਲਕੁਲ ਠੀਕ ਗੱਲ ਕੀਤੀ ਕਿ ਇਹ ਮਹਿਲ ਅਸੀਂ ਆਪ ਲਾਉਂਦੇ ਹਾਂ। ਸਤਿਗੁਰੂ ਜੀ ਮਹਿਲ ਨਹੀਂ ਲਾਉਂਦੇ, ਅਸੀਂ ਮਹਿਲ ਅਸੀਂ ਆਪ ਹੀ ਲਾਉਂਦੇ ਹਾਂ। ਅਸੀਂ ਸਤਿਗੁਰੂ ਤੋਂ ਉਲਟ ਸੋਚ ਕੇ ਉਲਟ ਕਾਰ ਵਿਹਾਰ ਕਰਕੇ ਅਸੀਂ ਜਿਹੜੇ ਮਹਿਲ ਇਕੱਠੀ ਕਰਦੇ ਰਹਿੰਦੇ ਹਾਂ। ਅੱਜ 3 ਪਦਿਆਂ ਦਾ ਪਾਠ ਹੋਇਆ, आओ रल मिलके पाठ कर लिए फिर समाप्ति। से वड भागी जिनी सतगुर पाया, हूं मैं विचों मोह चुकाया, मन निर्मल फिर मैल न लागे, दर सच्चे शोभा पाइंदा, आपे करे कराए आपे आपे वेखे थाप उथापे, गुरमुख सेवा मेरे प्रभ भावै, सच सुन लेखे पाइंदा, गुरमुख सच्चो सच कमावे, गुरमुख निर्मल मैल न लावे, नानक नाम रते विचारी, नामे नाम समाइंदा, नानक नाम रते विचारी, नामे नाम समाइंदा। ਹੋਈਆਂ ਬੇਅੰਤ ਭੁੱਲਾਂ ਦੀ ਕਿਰਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬੇਨਤੀ ਕਰਨਾ ਚਾਹ ਰਿਹਾ ਸੀ ਕਿ ਪਾਠ ਕਰਦਿਆਂ ਵਿਚਾਰ ਕਰਦਿਆਂ ਅਕਸਰ ਕਈ ਕਿਸਮ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਤੇ ਪਰਪਸ ਸਾਡਾ ਸਿਰਫ ਸਿੱਖਣਾ ਹੈ। ਅਸੀਂ ਸਾਰੇ ਰਲ ਮਿਲ ਕੇ ਬੈਠੇ ਹਾਂ, ਸਾਰੇ ਹੀ ਅਸੀਂ ਦੂਜੇ ਕੋਲੋਂ ਸਿੱਖਣ ਲਈ ਬੈਠੇ ਹਾਂ, ਗੁਰੂ ਦੇ ਗੋਦ ਵਿੱਚ ਬੈਠੇ ਹਾਂ ਕਿ ਗੁਰੂ ਸਾਹਿਬ ਸਾਨੂੰ ਕੁਝ ਸਿਖਾਉਣ, ਕੁਝ ਸਾਨੂੰ ਸਮਝਾਉਣ ਤੇ ਸਾਨੂੰ ਗੁਰੂ ਸਾਹਿਬ ਵੱਖ-ਵੱਖ ਬੁਲਾਰਿਆਂ ਦੇ ਰਾਹੀਂ ਕੁਝ ਨਾ ਕੁਝ ਸਮਝਾਉਂਦੇ ਹਨ। ਸਾਡੀ ਸਿਰਫ ਇਹੋ ਚੇਸ਼ਟਾ ਹੈ ਕਿ ਅਸੀਂ ਸਾਰੇ ਸਿੱਖੀਏ, ਅਸੀਂ ਸਾਰੇ ਸਮਝੀਏ। और एक बेनती और करना चाहूंगा कि अक्सर कुछ पंक्तियां बड़ी प्रचलित हो जांदियां ਜਿਹੜੀਆਂ ਅਕਸਰ ਜ਼ੁਬਾਨ ਤੇ ਚੜ ਜਾਂਦੀਆਂ ਹਨ ਔਰ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਕਈ ਵਾਰ ਨਹੀਂ ਵੀ ਹੁੰਦੀ ਪੰਕਤੀ,
ਤੇ ਜਾਣੇ ਅਣਜਾਣੇ ਉਹ ਵਿਚਾਰ ਕਰਦੇ ਵੇਲੇ ਕਿਸੇ ਦੇ ਮੁਕਾਬਲੇ ਤੋਂ ਨਿਕਲ ਵੀ ਜਾਂਦੀਆਂ ਤੇ ਉਸ ਦੀ ਅਸੀਂ ਮਾਫੀ ਚਾਹੁੰਦੇ ਹਾਂ ਸਾਰਿਆਂ ਕੋਲੋਂ ਕਿ ਬਿਲਕੁਲ ਪਰਪਸ ਹੈ ਨਹੀਂ ਸੀ ਕਿ ਕਿਸੇ ਹੋਰ ਗ੍ਰੰਥ ਦੇ ਜਾਂ ਕਿਸੇ ਹੋਰ ਕੋਈ ਹੋਰ ਵਿਚਾਰਧਾਰਾ ਦੇ ਨਾਲ ਸਾਂਝ ਬਣਾਈ ਜਾਏ। ਕੁਝ ਗੱਲਾਂ ਐਸੀਆਂ ਹੁੰਦੀਆਂ ਜਿਹੜੀਆਂ ਰੂਟੀਨ ਵਿੱਚ ਹੋ ਜਾਂਦੀਆਂ ਕਈ ਵਾਰੀ ਅਚਨਚੇਤ ਹੀ ਜ਼ਬਾਨ ਤੇ ਆ ਜਾਂਦੀਆਂ, ਉਸਦੀ ਮਾਫੀ ਚਾਹੁੰਦੇ ਹਾਂ। ਹੁਣ ਅੱਗੇ ਸਵਾਲ ਜਵਾਬ ਦਾ ਸੈਸ਼ਨ ਆਰੰਭ ਹੋਣਾ ਜੀ। ਤਜਿੰਦਰ ਜੀ ਵੀਜੀ ਅੱਜ 2 ਮਿੰਟ ਅੱਜ ਕੁਐਸਚਨ ਨਹੀਂ ਲੈ ਪਾਵਾਂਗੇ, ਸਮਾਂ ਹੋ ਗਿਆ ਹੈ। ਕੁਐਸਚਨ ਅਸੀਂ ਅੰਮ੍ਰਿਤ ਵੀਰ ਦਾ ਹੈਗਾ, ਹਰਪ੍ਰੀਤ ਸਿੰਘ ਵੀਰ ਜੀ ਦੇ ਬ੍ਰਦਰ ਹੈਗੇ ਨੇ, ਉਹ ਕੱਲ ਲੈ ਲਾਂਗੇ। ਅਸੀਂ 2 ਮਿੰਟ ਦੀ ਵਿਚਾਰ ਅੱਜ ਮਾਲਵਾ ਹਰਮਿੰਦਰ ਸਿੰਘ ਮਾਲਵਾ ਵੀਰ ਜੀ ਨੇ ਦੇਣੀ ਹੈ। ਜੀ ਵੀਰ ਜੀ ਤੁਹਾਡੀ ਆਡੀਓ ਆਨ ਹੈ, ਪਲੀਜ਼ ਵਿਚਾਰ ਦਿਓ। ਇਸ ਤਰ੍ਹਾਂ ਤਜਿੰਦਰ ਜੀ ਮੈਂ ਇੱਕ ਬੇਨਤੀ ਕਰ ਰਿਹਾ, ਵਿਚਾਰ ਜਿਹੜਾ ਹੈ ਬਾਅਦ ਕਰ ਲਾਂਗੇ। ਇਹ ਆਂਦਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ। ਇਹ ਸਾਡਾ ਜਪਜੀ ਸਾਹਿਬ ਦੇ ਸ਼ਲੋਕ ਹੈਗਾ ਹੈ। ਇਹਦੇ ਵਿੱਚ ਦੋਇ ਦਾਇਆ ਖੇਲੇ ਸਗਲ ਜਗਤ ਆਂਦਾ ਹੈ। ਫਿਰ ਦੂਜਾ ਜਿਹੜਾ ਹੈ ਅੰਗ 1056 ਵਿੱਚ ਮਾਰੂ ਮਹਿਲਾ ਤੀਜਾ ਦੇ ਵਿੱਚ ਆਇਆ, ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਜਿਹਾ ਉਪਾਇਆ। ਇੱਕ ਇਹ ਆਂਦਾ ਹੈ। ਫਿਰ ਆ ਜਾਂਦਾ ਹੈ ਆਪਨ ਖੇਲ ਆਪ ਕਰ ਦੇਖੇ ਖੇਲ ਸੰਕੋਚੇ ਤੋ ਨਾਨਕ ਏਕੇ। As per traditional thought, it is regarding outer world ਕਿ ਪਰਮਾਤਮਾ ਇਹ ਜਗਤ ਰਚਨਾ ਇੱਕ ਖੇਡ ਬਣਾਈ ਹੈ ਤੇ ਜਦ ਉਹ ਇਸ ਖੇਡ ਨੂੰ ਸੰਕੋਚ ਲੈਂਦਾ ਹੈ ਤੇ ਸਿਰਫ ਉਹੀ ਰਹਿ ਜਾਂਦਾ ਹੈ। He winds up the drama and then oh Nanak, he alone remains। ਇਸ ਨੂੰ ਅੰਦਰ ਦੀ ਸ੍ਰਿਸ਼ਟੀ ਬਾਰੇ ਕਿਸ ਤਰ੍ਹਾਂ ਐਕਸਪਲੇਨ ਕਰਾਂਗੇ। ਵਿੰਦਰੀ ਭੂਆ ਜੀ ਨੇ ਹੁਣੇ creation, sustenance and destruction, everything from him ਇਹ ਹੁਣੇ ਸਮਝਾਈ ਹੈ। ਮੈਂ ਥੋੜਾ ਬਹੁਤ ਸਮਝ ਆਇਆ ਹੈ, ਬਟ ਹੁਣੇ ਭਵਿੰਦਰ ਵੀਰ ਜੀ ਨੇ ਵੀ ਸਮਝਾਇਆ ਹੈ। ਥੋੜਾ ਜਿਹਾ ਗਿਆਨ ਹੋਰ ਇਸ ਦੇ ਉੱਪਰ ਦਿਓਗੇ ਤੇ ਖੁੱਲ ਕੇ ਪੂਰਾ ਐਕਸਪਲੇਨ ਕਰ ਸਕੋ, ਬਹੁਤ ਵਧੀਆ ਹੋਏਗਾ। ਜੀ ਵੀ ਜੀ ਤੁਸੀਂ ਜਿਹੜੀ ਵਿਚਾਰ ਦੇਣੀ ਸੀ ਉਹ ਵਿਚਾਰ ਦੇਣਾ ਚਾਹੁੰਦੇ ਹੋ ਅੱਗੇ, ਜਾਂ ਪਹਿਲੇ ਅਸੀਂ ਇਸ ਬਾਬਤ ਵਿਚਾਰ ਦੇਣੀ? ਉਹ ਟਾਈਮ ਲੱਗ ਜਾਏਗਾ, ਇਸ ਵਕਤ ਟਾਈਮ ਨਹੀਂ ਹੈਗਾ। ਠੀਕ ਹੈ ਵੀ ਜੀ, ਓਕੇ। ਇਹ ਜਿਹੜਾ ਸੁਖਵਿੰਦਰ ਵੀਰ ਜੀ ਆਪਾਂ ਇਹਨਾਂ ਤੋਂ ਕੱਲ ਇਹਦੀ ਵਿਚਾਰ ਸੁਣ ਲਾਂਗੇ ਜੋ ਇਹ ਕਹਿਣਾ ਚਾਹ ਰਹੇ ਵੀਰ ਜੀ ਹੋਣੀ, ਹਨਾ, ਤੇ ਫਿਰ ਆਪਾਂ ਗੱਲ ਕਰ ਲਾਂਗੇ। ਅੱਜ ਟਾਈਮ ਵੀ ਹੋ ਚੁੱਕਿਆ ਵੀਰ ਜੀ, ਅਗਰ ਜੋ ਕੁਝ ਬੋਲਣਾ ਆਪਾਂ ਕੱਲ ਸੁਣ ਵੀ ਲਾਂਗੇ ਵੀਰ ਜੀ। ਹਾਂ ਸੁਖਵਿੰਦਰ ਵੀਰ ਜੀ, ਵਿਚਾਰ ਵੀਰ ਜੀ ਨੇ ਦੇਣੀ ਸੀ, ਉਹ ਕੱਲ ਵਿਚਾਰ ਜਾਂ ਪਰਸੋਂ ਕਦੀ ਵੀ ਸਮਾਂ ਮਿਲੇਗਾ ਦੇ ਦੇਣਗੇ। ਹਾਂਜੀ ਹਾਂਜੀ। ਉਹਨਾਂ ਦਾ ਮੈਨੂੰ ਵੀ ਕਾਲ ਆਇਆ ਸੀ। ਅੱਛਾ। ਤੇ ਉਹ ਦਾਈ ਦਾਇਆ ਨੂੰ ਇਨਰ ਸ੍ਰਿਸ਼ਟੀ ਨਾਲ ਰਿਲੇਟ ਕਰਕੇ ਸਮਝਣਾ ਚਾਹ ਰਹੇ ਸਨ। ਅਗਰ ਆਪ ਜੀ ਤੋਂ 2 ਮਿੰਟ ਉੱਤੇ ਸਾਂਝ ਪਾ ਦਿਓ, ਜਿਹੜਾ ਸੰਕੋਚੇ ਅੱਖਰ ਇਨਰ ਸ੍ਰਿਸ਼ਟੀ ਨੂੰ ਜਾਨਣਾ ਚਾਹ ਰਹੇ ਸੀ। ਵੀਰ ਜੀ ਦਾਈ ਦਾਇਆ ਨਾ ਭੁਪਿੰਦਰ ਵੀਰ ਜੀ ਬਹੁਤ ਅੱਛਾ ਐਕਸਪਲੇਨ ਕਰਦੇ। ਮੈਂ ਆਪ ਚਾਹਾਂਗਾ ਵੀ ਵੀਰ ਭੁਪਿੰਦਰ ਵੀਰ ਜੀ ਇਹਨੂੰ ਐਕਸਪਲੇਨ ਕਰਨ ਦਾਈ ਦਾਇਆ। ਜੀ ਜੀ। और संकोचे अगर आप जी उन्हें विचार देना चाहो तो खेल संकोचे या वो भी कल ही कर लिए विचार। ਕੱਲ ਕਰ ਲਾਂਗੇ ਵੀਰ ਜੀ। ਜੇ ਹੁਣ ਵੀਰ ਜੀ ਦੇਣਾ ਚਾਹਣ ਤਾਂ ਦਾਈ ਦਾਇਆ ਦੇ ਵਿਚਾਰ ਵੀਰ ਜੀ ਤੋਂ ਲੈ ਲਓ। आप जी उन्हें देना चाहोगे? ਹਾਂਜੀ, ਜਿਹੜਾ ਅਸੀਂ ਬਾਹਰਲੀ ਸ੍ਰਿਸ਼ਟੀ ਦੇਖਦੇ ਹਾਂ ਨਾ, ਬਾਹਰਲੀ ਸ੍ਰਿਸ਼ਟੀ 'ਚ ਅਸੀਂ ਜੇ ਰਾਤ ਦੇਖੀਏ ਤਾਂ ਰਾਤ ਬਣੀ ਹੈ ਮੇਰੇ ਆਰਗਨਸ ਨੂੰ ਦੁਬਾਰਾ ਤੋਂ एनर्जी देने वास्ते और मेरे चैन वास्ते। जितना असी बचपन ही बच्चे नूं देखते हैं ना, तो बच्चा जितना सोंदा है उतना उहदे ऑर्गनस और उहदा सारी डेवलपमेंट अच्छी होती है। सो सानू जिंदगी विच सारे मनुखां नूं जिहड़ी रात मिली है वो आराम करन वास्ते मिली है, ते असी जितनी अच्छी रात साडी बीतदी है प्रॉपर नींद दी, चैन दी नींद नाल, उतना साडा जिहड़ा अगला दिन हुंदा ना वो भी सौखा बीतदा। पर मैनू जितनी समझ आई कि ये दिवस रात दो दाई दाया जिहड़ा अंदर दी गल है, ये दाई जिहड़ी हुंदी है ना, दाई बच्चे नूं दुध पिलाउंदी है। सो जदों मेरे इंद्रे ज्ञानेंद्रियां नूं रात रूपी दाई जदों सुमत दा दुध पिलाउंदी है, तो मैं दाया रूपी पिता दी गोद विच मेरा जीवन
ਮੇਰਾ ਪ੍ਰਭਾਤ, ਮੇਰਾ ਸਾਰਾ ਐਨਲਾਈਟਨਮੈਂਟ ਨਾਲ ਜੀਵਨ ਬਣਦਾ ਹੈ। ਇਹ ਮਨ ਨੂੰ ਅੰਦਰ ਦੀ ਖੇਡ ਇਸ ਤਰੀਕੇ ਨਾਲ ਮਹਿਸੂਸ ਹੁੰਦੀ ਹੈ। ਬਾਕੀ ਇਹਨੂੰ ਮੈਂ ਡਿਟੇਲ ਵਿੱਚ ਜਿਹੜਾ ਜਪਜੀ ਡਿਸਕਸ ਕੀਤਾ ਪੁਸਤਕ ਵਿੱਚ ਜਾਂ ਡਿਟੇਲ ਵਿੱਚ ਉਹਨੂੰ ਪਬਲਿਕਲੀ ਸਾਂਝਾ ਕੀਤਾ ਹੋਇਆ, ਉਹ ਤੁਸੀਂ ਸਾਰੇ ਆਡੀਓ ਸੁਣ ਸਕਦੇ ਹੋ। ਇੱਥੇ ਮੈਂ ਲਿਮਿਟਿਡ ਵਿੱਚ ਇਤਨਾ ਹੀ जी वीर जी, आप जी ने इशारा किया है, इशारे विच आप जी ने समझाने की कोशिश की है। वीर जी खेल संकोचे उत्ते भी अगर आप इशारा या थोड़ा सा चानन पाना चाहो तो। खेल संकोचे तो नानक एक है। जी जी वीर जी, हाँ जी, हाँ जी वीर जी, खेल संकोचे तो नानक एक है। पिछली पंक्ति दिखाना कि अपना अंग 292 ते है। आपन खेल आप कर देखे, खेल संकोचे तो नानक एके। है जेड़ा बीच स्क्रीन पे है। हाँ जी आ गया। जेड़ा मेरा मन है ना, ए अपनिया खेडा खेडदा सी, मन की मत दिया खेडा खेडदा सी, पर ਜਦੋਂ ਨੇ ਨਿਜਕਾਰ ਦੀ ਮਤ ਲੈ ਲਈ ਤਾਂ ਇਹਨੇ ਆਪਣੇ ਮਨ की मत ਦੀ ਖੇਡ ਨੂੰ ਖਤਮ ਕਰ ਲਿਆ। ਜਦੋਂ ਅਸੀਂ ਇੱਕ ਵਾਰੀ ਡਿਸਕਸ ਕੀਤਾ ਸੀ ਨਾ, ਸ਼ਾਇਦ ਤੁਹਾਡੇ ਦੇ ਜ਼ੂਮ ਤੇ ਮੈਂ ਡਿਸਕਸ ਕਰ ਚੁੱਕਾ, ਦਰਿਆ ਬੈ ਕੰਨੇ ਬਗਲਾ ਬੈਠਾ ਕੇਲ ਕਰੇ। ਉਹ ਕੇਲ ਕੀ ਹੈ? ਖੇਡਾਂ ਖੇਡਣੀਆਂ। ਜਦੋਂ ਮੈਂ ਗੁਰ ਦਰਿਆਓ ਕੋਲ ਬੈਠਦਾ ਹਾਂ ਤਾਂ ਮੇਰਾ ਮਨ ਜਦੋਂ ਬਗਲਾ ਭਗਤੀ ਵਿੱਚ ਹੁੰਦਾ ਹੈ ਤਾਂ ਆਪਣੀਆਂ ਖੇਡਾਂ ਖੇਡਦਾ ਹੈ, ਹਿਪੋਕ੍ਰੇਸੀ ਕਰਦਾ ਹੈ, ਮਨ ਹੋਰ ਮੁਖ ਹੋਰ ਕਰਦਾ ਹੈ। ਇਹ ਮੇਰੇ ਮਨ ਦੀ ਖੇਡ ਹੈ। ਦਰਿਆ ਬੈ ਕੰਨੇ ਬਗਲਾ ਬੈਠਾ ਕੇਲ ਕਰੇ ਨੂੰ ਸਿਰਫ ਡੈਥ ਨਾਲ ਜੋੜਿਆ ਹੋਇਆ ਹੈ। ਹਾਂਜੀ ਹਰਵਿੰਦਰ ਜੀ, ਹਾਂਜੀ ਹਾਂਜੀ, ਇਹਨੂੰ ਸਿਰਫ ਡੈਥ ਨਾਲ ਜੋੜਿਆ ਹੋਇਆ, ਪਰ ਅੰਦਰ ਦੀ ਗੱਲ ਸਮਝੀਏ। ਦਰਿਆ ਵੈ ਕੰਨਾ ਬਗਲਾ, ਗੁਰ ਦਰਿਆਓ ਕੋਲ ਬੈਠ ਕੇ ਮੇਰਾ ਮਨ ਬਗਲਾ ਆਪਣੀਆਂ ਖੇਡਾਂ ਖੇਡਦਾ ਹੈ। ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ। ਜੇ ਮੈਂ ਸੱਚ ਦੀ ਗੱਲ ਸੁਣ ਲਵਾਂ ਤਾਂ ਮੈਨੂੰ ਅਚਿੰਤ ਦੀ ਆਵਾਜ਼ ਸੁਣਾਈ ਦਿੰਦੀ ਆ। ਉਸ ਵੇਲੇ ਮੈਂ ਬਗਲੇ ਤੋਂ ਹੰਸ ਬਿਰਤੀ ਚਾਹਦਾ ਹਾਂ। ਮੇਰਾ ਹੰਸ ਕੰਮ ਕਰਦਾ, ਮੇਰੇ ਅੰਦਰ ਹੀ ਬਗਲਾ ਬਿਰਤੀ ਹੈ, ਅੰਦਰ ਹੀ ਹੰਸ ਬਿਰਤੀ। केल करेंदे हंज नो अचिंते बाज पे ती रब दे बाज मतलब आवाज। फैल्कन नु ईगल नु नहीं कह रहे ने बाज, डेथ दे मैसेंजर नु नहीं कह रहे ने। बाज दा मतलब है अचिंत दी बाज, अचिंत दा सुनिया, अचिंत दा सदड़ा, जिदे नाल मैं सोए चिंता जाग चिंता प्राप्त करदा हां। बाज पे ती रब दे केला विसरियां, मेरे मन दियां खेडां विसर गईयां। खेल पोचा कर लिया। मन की मत दे नाल विकारां वाली खेड, जमा वाली खेड खेडदा सी। जो ही इन्हें वो खेड नू संकोच लिया, नू समझ आ गई यार ये गेम गलती है, मैंने जुआ नहीं खेलना, मैंने ताश नहीं खेलनी, मैंने यार ये गलत काम नहीं करने, मैंने किसी को ड्रग ट्रैफिकिंग नहीं करनी, ये खेल मैंने नहीं खेलने। इस तरह मन नू समझ आया, उन्हें छोड़ दिते। खेल संकोच है तो नानक एक है, विजडम नाल इक्विक हो गया। ठीक है, ठीक है जी ਵੀਰ ਜੀ ਇਹਦੇ ਵਿੱਚ ਇਹੀ ਜਿਹੜਾ ਸ਼ਬਦ ਹੈ ਨਾ, ਖੇਲ ਸੰਕੋਚੈ ਤੋ ਨਾਨਕ ਇੱਕ ਹੈ, ਇਸੇ ਸ਼ਬਦ ਦੇ ਵਿੱਚ ਨਾ ਜਿਹੜਾ ਖੇਲ ਉਹ ਸੰਕੋਚਦਾ ਹੈ ਉਹ ਦੱਸਿਆ ਹੋਇਆ ਉਹ ਕਿਹੜਾ ਖੇਲ ਸੀ। ਇਸ ਸ਼ਬਦ ਜਿੱਥੋਂ ਸ਼ੁਰੂ ਹੁੰਦਾ ਨਾ ਉਹਦੇ ਵਿੱਚ ਆਉਂਦਾ ਹੈ ਜ ਆਪ ਰਚਿਓ ਪਰਪੰਚ ਆਕਾਰ। ਪਹਿਲਾ ਇਹਦਾ ਖੇਲ ਕਿਹੜਾ ਸੀ? ਪਰਪੰਚ ਦੇ ਵਿੱਚ ਇਹਨੇ ਖੇਲ ਰਚਾਇਆ ਸੀ। ਤੇ ਇਹ ਗੁਣ ਮੈਂ ਕੀਨੋ ਵਿਸਥਾਰ, ਤਿੰਨ ਮਾਇਆ ਦੇ ਤਿੰਨਾਂ ਗੁਣਾ ਰੂਪੀ ਇਹਦਾ ਜਿਹੜਾ ਪਹਿਲਾ ਆਕਾਰ ਸੀ ਨਾ ਵੀਰ ਜੀ, ਜਿਹੜਾ ਖੇਲ ਸੀ ਉਹ ਇਹਦਾ ਹਉਮੈ ਮੋਹ ਭਰਮ ਪੈਪਾਲ ਆਲ ਜਾਲ ਮਾਇਆ ਜੰਜਾਲ, ਇਹ ਵਾਲਾ ਸਾਰਾ ਖੇਲ ਸੀ ਜਿਸਨੂੰ ਅੱਜ ਵਾਲੇ ਸ਼ਬਦ ਵਿੱਚ ਆਖਦੇ ਨੇ ਥਾਪ ਉਥਾਪੇ। ਪੁਰਾਣੇ ਖੇਲ ਨੂੰ ਖਤਮ ਕਰਨਾ ਭਾਵ ਪੁਰਾਣੇ ਜਿਹੜਾ ਇਹ ਵਾਲਾ 30 ਗੁਣਾ ਵਾਲਾ ਖੇਲ ਨੂੰ ਜਦੋਂ ਮਨ ਸੰਕੋਚਦਾ ਹੈ ਨਾ, ਫਿਰ ਉਹ ਆਪਣੇ ਖੇਲ ਆਪ ਕਰਦਾ ਹੈ। ਨਵਾਂ ਖੇਲ ਉਹਦੇ ਵਿੱਚ ਕੀ ਹੈ? ਉਹ ਹੁਕਮ ਦੇ ਵਿੱਚ ਹੁਕਮੀ ਹੋਵਣ ਆਕਾਰ ਕਰਦਾ ਹੈ ਤੇ ਉਹਦੇ ਅੰਦਰ ਹੁਕਮ ਹੈ, ਅੰਦਰ ਵੇਖ ਹੈ, ਫਿਰ ਉਹ ਦੇਖਦਾ। ਪਰ ਇਹ ਹੁੰਦਾ ਕਦੋਂ ਹੈ? ਜਦੋਂ ਪਹਿਲਾ ਖੇਲ ਇਹ ਸੰਕੋਚਦਾ ਹੈ ਤਾਂ ਇਹ ਆਪ ਪੂਰੇ ਅੰਦਰਲੇ ਖੇਲ ਵਿੱਚ ਫਿਰ ਏਕਾ ਹੀ ਵਰਤਦਾ। ਉਸਨੂੰ ਆਖਦੇ ਨੇ ਜਿਵ ਜਿਵ ਹੁਕਮ ਤਿਵੈ ਤਿਵ ਕਾਰ। ਹੁਣ ਇਹਦੇ ਪੂਰੇ ਅੰਦਰਲੇ ਖੇਲ ਵਿੱਚ ਹੁਕਮ ਦੀ ਕਾਰ ਚੱਲ ਰਹੀ। ਪਹਿਲਾਂ ਕਿਹੜੀ ਕਾਰ ਚੱਲ ਰਹੀ ਸੀ? ਆਲ ਜਾਲ ਮਾਇਆ ਜੰਜਾਲ। ਤੇ ਗੁਣ ਮੈਂ ਪਹਿਲਾ ਵਿਸਥਾਰਾ ਚੱਲ ਰਿਹਾ ਸੀ। ਪਹਿਲਾ ਉਹ ਵਾਲਾ ਵਿਸਥਾਰ ਕਿ ਮਨ ਸੰਕੋਚਦਾ ਹੈ, ਭਾਵ ਅਸੀਂ ਆਪਣੇ ਪੁਰਾਣੇ ਵਿਚਾਰਾਂ ਨੂੰ, ਮਾਇਆ ਵਾਲੇ ਵਿਚਾਰਾਂ ਨੂੰ, ਤ੍ਰੈਗੁਣੀ ਮਾਇਆ ਦੇ ਪ੍ਰਭਾਵ ਵਾਲੇ ਵਿਚਾਰਾਂ ਨੂੰ ਅਸੀਂ ਜਦੋਂ ਉਸ ਨੂੰ ਖਤਮ ਕਰਾਂਗੇ ਤਾਂ ਹੀ ਆਪਣੇ ਅੰਦਰ ਅਸੀਂ ਸਤਿਗੁਰੂ ਜੀ ਦੇ ਹੁਕਮਾਂ ਦੇ ਨਾਲ ਅੰਦਰਲੀ ਵਾਲੀ ਸ੍ਰਿਸ਼ਟੀ ਵਿੱਚ ਕਾਰ ਕਰਾਂਗੇ। ਪਹਿਲਾ ਮਨ ਹੁਕਮਾਂ ਦੇ ਉਲਟ ਕਾਰ ਕਰਦਾ ਸੀ ਤਾਂ ਭਾਵ ਸੀ ਕਿ ਉਹ 30 ਗੁਣਾ ਵਾਲਾ ਆਕਾਰ ਸੀ। ਹੁਣ ਮਨ ਆਪ ਹੁਕਮਾਂ ਵਿੱਚ ਚੱਲਣ ਲੱਗ ਗਿਆ, ਭਾਵ ਅੰਦਰ ਜਿਹੜਾ ਆਕਾਰ ਬਣ ਗਿਆ ਉਹ ਹੁਣ ਹੁਕਮ ਰੂਪੀ ਆਕਾਰ ਬਣ ਗਿਆ।
ਪੁਰਾਣੇ ਖੇਲ ਦੇ ਵਿੱਚ ਕੀ ਕਹਿੰਦੇ ਇੱਕ ਮਨ ਦਾ ਹੁਕਮ ਨਹੀਂ ਸੀ ਚੱਲਦਾ, ਜਿਹਨੂੰ ਆਖਦੇ ਨਾ ਇੱਕ ਹੈ ਖੇਲ ਸੰਕੋਚਾ ਤਾਂ ਕਹਿੰਦੇ ਪੁਰਾਣਾ ਖੇਲ ਸੰਕੋਚਿਆ ਤਾਂ ਇੱਕ ਮਨ ਦੀ ਗੱਲ ਚੱਲ ਰਹੀ ਸੀ। ਪਹਿਲਾਂ ਕੀ ਸੀ, ਪਹਿਲਾਂ ਕਹਿੰਦੇ ਸੀ ਅਸੰਖ ਨਾਮ, ਪਹਿਲਾਂ ਬਹੁਤ ਸਾਰੇ ਨਾਵਾਂ ਦੀ ਉੱਥੇ ਹੁਕਮ ਚੱਲਦਾ ਸੀ। ਪਹਿਲਾਂ 100 ਨਾਂ ਸੀ ਉੱਥੇ, ਕਹੋ ਨਾਨਕ 100 ਨਾਂ, ਫਲੀਆਂ ਫੁੱਲੀਆਂ ਬੱਪੜੇ ਪੀਤਨ, ਪਹਿਲਾਂ 100 ਖਸਮਾਂ ਦੀ ਮੱਤ ਉੱਥੇ ਫੋਲੀ ਕੀਤੀ ਜਾਂਦੀ, ਭਾਵ ਬੜੇ ਸਾਰੇ ਨਾਵਾਂ ਦੀ ਮੱਤ। ਹੁਣ ਸਿਰਫ ਇੱਕ ਨਾਮ ਦੀ ਗੱਲ ਹੁੰਦੀ ਹੈ। ਹੁਣ ਜਿਹੜਾ ਪੁਰਾਣਾ ਖੇਲ ਮਨ ਨੇ ਸੰਕੋਚਿਆ, ਹੁਣ ਸਿਰਫ ਇੱਕ ਹੁਕਮ ਦੀ ਆਪਣੇ ਉਹ ਹੁਕਮ ਨਾਲ ਖੇਲ ਬਣਦਾ ਤੇ ਹੁਕਮ ਵਿੱਚ ਹੀ ਉਹ ਖੇਲ ਨੂੰ ਦੇਖ ਰਿਹਾ। ਪੁਰਾਣਾ ਖੇਲ ਕਿਹੜਾ? ਇਹ ਗੁਣ ਵਾਲਾ ਪਰਪੰਚ ਵਾਲਾ। ਹਾਂਜੀ 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 ਵੀਰ ਜੀ, ਬੜੀ ਖੂਬਸੂਰਤ